Yes, please. Let us start. Paper number 5. So थोड़ी chair नीचे करो। ਅਸੀਂ ਪੜਾਂਗੇ ਜੀ ਪੇਪਰ ਨੰਬਰ 5 CRPC। ਟੁਡੇ ਵੀ ਵਿਲ ਸਟਾਰਟ ਪੇਪਰ ਨੰਬਰ 5 ਸੈਕੰਡ ਬੁੱਕ ਹੈਗੀ ਹੈ ਦੀ CRPC। ਮੇਰੀ ਆਵਾਜ਼ ਆ ਰਹੀ ਹੈ ਜੀ? ਨਹੀਂ। हाँ जी सर। ओके ओके, ठीक है ठीक है ठीक है। ਅਸੀਂ ਸਟੱਡੀ ਕਰਾਂਗੇ CRPC 1973। ਤੁਸੀਂ ਦੇਖਿਆ ਹੋਵੇਗਾ IPC ਕਿੰਨੀ ਪੁਰਾਣੀ ਹੈ? 1908। ਹੋਰ ਸਾਰੇ ਬਹੁਤ ਸਾਰੇ ਜਿਹੜੇ ਐਕਟ ਹੈਗੇ ਆ, ਕੋਈ 1887 ਦਾ, 1887 ਦਾ, ਕੋਈ 1888 ਦਾ ਹੈਗਾ, ਕੋਈ 1908 ਦਾ ਹੈਗਾ, ਜਿਵੇਂ ਕਿ IPC ਤੁਸੀਂ ਦੇਖੀ ਹੈ। ਪਰ ਇਹ ਜਿਹੜਾ ਐਕਟ ਹੈ 1973 ਹੈ, ਬਿਲਕੁਲ ਨਿਊ ਹੈ ਜਿਹੜੀ ਇਹ CRPC ਹੈ। ਇਹਦਾ ਕੀ ਰੀਜ਼ਨ ਹੈਗਾ? ਠੀਕ ਹੈ, ਇਹ 'ਚ ਬਹੁਤ ਸਾਰੀਆਂ ਅਮੈਂਡਮੈਂਟਸ ਹੋ ਚੁੱਕੀਆਂ ਨੇ, ਕਿਉਂਕਿ ਇਹ ਜਿਹੜਾ ਹੈਗਾ ਇੰਡੀਅਨ ਪੀਨਲ ਕੋਡ ਨੂੰ ਲਾਗੂ ਕਰਨ ਦੀ ਖਾਤਰ ਇਹ ਪ੍ਰੋਸੀਜਰ ਹੈਗਾ। ਜਿਵੇਂ ਕਿ ਸਾਡੀ IPC ਹੈ 1860 ਦੀ ਹੈਗੀ ਹੈ, 1860। ਦੇयर ਲੋਟ ਆਫ ਡਿਫਰੈਂਸ ਬਿਟਵੀਨ ਦਾ 1860 ਐਂਡ 1973, ਕਿਉਂਕਿ ਪਹਿਲਾਂ ਜਿਹੜਾ ਸੀਗਾ ਜੁਡੀਸ਼ੀਅਲ ਤੇ ਐਗਜੈਕਟਿਵ ਪਾਵਰਸ ਸੇਮ ਹੁੰਦੀਆਂ ਸੀਗੀਆਂ। ਜੁਡੀਸ਼ੀਅਲ ਐਂਡ ਐਗਜੈਕਟਿਵ ਪਾਵਰਸ ਸੇਮ ਆਫੀਸਰ ਹੁੰਦੇ ਸੀਗੇ, ਤੇ ਜਦੋਂ ਇਹ ਅਲੱਗ-ਅਲੱਗ ਹੋ ਗਏ ਤੇ ਹੁਣ ਜਿਹੜੀਆਂ ਐਗਜੈਕਟਿਵ ਪਾਵਰਸ ਹੁੰਦੀਆਂ ਨੇ ਸਾਡੀਆਂ ਇੱਧਰ ਰੈਵਨਿਊ ਡਿਪਾਰਟਮੈਂਟਸ ਕੋਲੇ ਹੁੰਦੀਆਂ ਨੇ, ਤੇ ਬਾਕੀ ਜਿਹੜੀ ਜੁਡੀਸ਼ੀਅਲ ਪਾਵਰ ਹੁੰਦੀਆਂ ਜੁਡੀਸ਼ਰੀ ਕੋਲੇ ਹੁੰਦੀਆਂ ਨੇ। ਇਸ ਕਰਕੇ ਇਹ ਜਿਹੜਾ 1973 ਦੇ ਵਿੱਚ ਬਹੁਤ ਸਾਰੀਆਂ ਅਮੈਂਡਮੈਂਟ ਕਰਕੇ ਇਹ ਸੈਪਰੇਟ ਕੀਤਾ ਗਿਆ ਹੈਗਾ। ਤੇ ਹੁਣ ਅਸੀਂ ਡਿਸਕਸ ਕਰਾਂਗੇ ਇਹਦਾ ਜਿਹੜਾ ਸੈਕਸ਼ਨ ਨੰਬਰ 4 ਤੋਂ ਡੈਫੀਨੇਸ਼ਨ ਕਲਾਸ ਅਸੀਂ ਵਿੱਚ ਕਰਾਂਗੇ, ਨਾਲ ਵਿੱਚ ਆਏਗੀ ਸਾਰੀ। ਪਹਿਲਾਂ ਬਹੁਤ ਸਾਰੀ ਪੜ੍ਹ ਚੁੱਕੇ ਹਾਂ, IPC ਸਾਰੀ ਆ ਚੁੱਕੀ ਹੈ, ਸੇਮ ਉਹੀ ਵਰਡਸ ਹੈਗੇ ਆ ਜਿਹੜੇ ਕਿ ਡੈਫੀਨੇਸ਼ਨ ਕਲਾਸ ਜਿਹੜੀ ਸਾਡੀ ਹੈਗੀ IPC ਪੜ੍ਹੀ ਹੈ, ਸੇਮ ਹੀ ਇੱਥੇ ਹੈਗੀ ਆ। ਸੈਕਸ਼ਨ 4 ਹੈ ਟ੍ਰਾਇਲ ਆਫ ਅਫੈਂਸਸ ਅੰਡਰ ਇੰਡੀਅਨ ਪੀਨਲ ਕੋਡ ਐਂਡ ਅਦਰ ਲਾਜ਼। ਦੇਖੋ ਇੱਥੇ ਅਦਰ ਲਾਜ਼ ਜਿਹੜਾ ਲਿਖਿਆ ਹੋਇਆ ਹੈ, ਇਹਨੂੰ ਥੋੜ੍ਹਾ ਧਿਆਨ ਨਾਲ ਸੁਣੋ। ਇਹ ਜਿਹੜਾ ਟ੍ਰਾਇਲ ਚੱਲਦਾ ਕ੍ਰਿਮੀਨਲ ਕੋਰਟਾਂ ਦੇ ਵਿੱਚ, ਉਹ ਇਕੱਲਾ ਇੰਡੀਅਨ ਪੀਨਲ ਕੋਡ ਦੇ ਤਹਿਤ ਨਹੀਂ ਚੱਲਦਾ, ਹੋਰ ਵੀ ਬਹੁਤ ਸਾਰੇ ਲਾਅ ਹੁੰਦੇ ਆ। ਜਿਵੇਂ ਤੁਹਾਡੇ ਡਿਪਾਰਟਮੈਂਟਾਂ ਦੇ ਵੱਖਰੇ ਜਿਹੜੇ ਲਾਅ ਬਣੇ ਹੋਏ ਹੁੰਦੇ ਆ, ਜਿਹਦੇ ਵਿੱਚ ਵੀ ਕਿਤੇ ਕ੍ਰਿਮੀਨਲ ਕਾਰਵਾਈ ਕੀਤੀ ਜਾ ਸਕਦੀ ਹੈ, ਉਹ ਲਾਅ ਵੀ ਇਹਦੇ ਵਿੱਚ ਇਨਕਲੂਡ ਹੋ ਜਾਂਦੇ ਨੇ। ਇਸ ਕਰਕੇ ਇਹ ਕਿਹਾ ਗਿਆ ਵੀ ਜਿਹੜਾ ਟ੍ਰਾਇਲ ਹੈਗਾ ਅਫੈਂਸਸ ਦਾ, ਕਿਸੇ ਵੀ ਜੁਰਮ ਦਾ ਜਿਹੜਾ ਟ੍ਰਾਇਲ ਹੈਗਾ, ਉਹਦੀ ਇਨਵੈਸਟੀਗੇਸ਼ਨ ਵੀ ਹੁੰਦੀ ਹੈ, ਉਹਦੀ ਇਨਕੁਆਇਰੀ ਵੀ ਹੁੰਦੀ ਹੈ, ਤੇ ਉਹ ਜਿਹੜਾ ਟਰਾਈ ਹੁੰਦਾ ਹੈਗਾ ਉਹ ਕ੍ਰਿਮੀਨਲ ਕੋਰਟਾਂ ਦੇ ਵਿੱਚ ਟਰਾਈ ਕੀਤਾ ਜਾਂਦਾ ਹੈ, ਚਾਹੇ ਉਹ IPC ਤਹਿਤ ਹੋਵੇ ਕੋਈ ਅਫੈਂਸ, ਚਾਹੇ ਕਿਸੇ ਹੋਰ ਲਾਅ ਦੇ ਤਹਿਤ ਕੋਈ ਅਫੈਂਸ ਕਮਿਟ ਕੀਤਾ ਗਿਆ ਹੋਵੇ। ਦੈਨ ਹੈਗਾ ਕਲਾਸਿਸ ਆਫ ਦਾ ਕ੍ਰਿਮੀਨਲ ਕੋਰਟਸ। ਕ੍ਰਿਮੀਨਲ ਕੋਰਟਸ ਦੀਆਂ ਕਿਹੜੀਆਂ ਕਲਾਸਿਸ ਹੁੰਦੀਆਂ ਨੇ? ਹਾਈ ਕੋਰਟ ਨੂੰ ਛੱਡ ਕੇ, ਬਿਸਾਈਡਸ ਦਾ ਹਾਈ ਕੋਰਟ ਐਂਡ ਦਾ ਕੋਰਟਸ ਕੰਸਟੀਟਿਊਟਡ ਅੰਡਰ ਐਨੀ ਲਾਅ ਅਦਰ ਦੈਨ ਦਿਸ ਕੋਡ, ਇਸ ਕੋਡ ਤੋਂ ਇਲਾਵਾ ਕੋਈ ਹੋਰ ਲਾਅ ਦੇ ਤਹਿਤ ਜੇ ਕੋਈ ਕੋਡ ਬਣੀ ਵੀ ਹੈਗੀ ਹੈ। ਕੋਰਟ ਆਫ ਸੈਸ਼ਨ, ਸਭ ਤੋਂ ਪਹਿਲੇ ਜਿਹੜੀ ਕੋਰਟ ਹੁੰਦੀ ਹੈ ਉਹ ਕੋਰਟ ਆਫ ਸੈਸ਼ਨ ਹੁੰਦੀ ਹੈ। ਠੀਕ ਹੈ। ਦੂਜਾ ਹੈਗਾ ਜੁਡੀਸ਼ੀਅਲ ਮੈਜਿਸਟ੍ਰੇਟ ਉਹਦਾ ਫਸਟ ਕਲਾਸ। ਮੈਟਰੀਪੋਲੀਟਨ ਏਰੀਆ ਹੋਵੇ ਤਾਂ ਉੱਥੇ ਮੈਟਰੀਪੋਲੀਟਨ ਮੈਜਿਸਟ੍ਰੇਟ ਕਿਹਾ ਜਾਂਦਾ ਉਸ ਨੂੰ। ਦੈਨ ਜੁਡੀਸ਼ੀਅਲ ਮੈਜਿਸਟ੍ਰੇਟ ਉਹਦਾ ਸੈਕੰਡ ਕਲਾਸ। ਦੈਨ ਫਿਰ ਆ ਜਾਂਦਾ ਹੈਗਾ ਐਗਜੈਕਟਿਵ ਮੈਜਿਸਟ੍ਰੇਟ। ਤੁਸੀਂ ਕਿਹਦੇ ਵਿੱਚ ਪੜ੍ਹਿਆ ਹੋਵੇਗਾ? ਤੁਸੀਂ ਸ਼ਾਇਦ ਕਨਫਿਊਜ਼ ਹੋਏ ਹੋਵੋਗੇ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੀ ਕਲਾਸ ਹੁੰਦੀ ਹੈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਹੁੰਦੇ ਨੇ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੇ ਵਿੱਚੋਂ ਹੀ ਤੈਨਾਤ ਕੀਤੇ ਜਾਂਦੇ ਆ। ਇਸ ਕਰਕੇ ਉਹ ਕੋਈ ਵੱਖਰੀ ਕਲਾਸ ਨਹੀਂ ਹੁੰਦੀ, ਵੱਖਰੀਆਂ ਪਾਵਰਸ ਦਿੱਤੀਆਂ ਜਾਂਦੀਆਂ ਨੇ CJM ਦੀਆਂ, ਪਰ ਉਹ ਹੁੰਦੇ ਆ ਚੀਫ ਜੁਡੀਸ਼ੀਅਲ। ਜੀ ਹਾਂਜੀ ਸਰ ਹਾਂਜੀ ਕੀ ਪੜ੍ਹ ਰਹੇ ਜੀ ਅੱਜ? ਆਪਾਂ CRPC ਪੜ੍ਹ ਰਹੇ ਜੀ। ਸੈਕਸ਼ਨ 6 ਨਿਕਾਲ ਲਓ CRPC, ਪੇਪਰ ਨੰਬਰ 5। ਹਾਂਜੀ ਪੇਪਰ ਨੰਬਰ 5 CRPC ਕ੍ਰਿਮੀਨਲ ਪ੍ਰੋਸੀਜਰ ਕੋਡ। ਹਾਂਜੀ ਇਹ ਨਿਕਾਲ ਲਓ ਜੀ, ਪੇਪਰ ਨੰਬਰ 5 ਦਾ CRPC ਨਿਕਾਲੋ ਸੈਕਸ਼ਨ ਨੰਬਰ 6 ਤੋਂ। ਸੈਕਸ਼ਨ ਠੀਕ, ਥੈਂਕ ਯੂ ਸਰ। ਹਾਂ, ਚੈਪਟਰ 2 ਹੈਗਾ ਸੈਕਸ਼ਨ ਨੰਬਰ 6 ਕਲਾਸਿਸ ਆਫ ਦਾ ਕ੍ਰਿਮੀਨਲ ਕੋਡਸ। ਕ੍ਰਿਮੀਨਲ ਕੋਡਸ ਦੀਆਂ ਕਿਹੜੀਆਂ ਕਲਾਸਿਸ ਹੁੰਦੀਆਂ ਨੇ? ਬਿਸਾਈਡਸ ਦਾ ਹਾਈ ਕੋਰਟ ਦੇ ਨਾਲ ਸੈਸ਼ਨ ਕੋਰਟ ਹੁੰਦੀ ਹੈ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਦੈਨ ਜੁਡੀਸ਼ੀਅਲ ਮੈਜਿਸਟ੍ਰੇਟ ਸੈਕੰਡ ਕਲਾਸ, ਔਰ ਫਿਰ ਆ ਜਾਂਦਾ ਐਗਜੈਕਟਿਵ ਮੈਜਿਸਟ੍ਰੇਟ। ਐਗਜੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਤੁਹਾਨੂੰ ਵੀ ਹੁੰਦੀਆਂ ਨੇ, ਬੀਇੰਗ ਏ ਰੈਵਨਿਊ ਆਫੀਸਰ। ਠੀਕ ਹੈ। ਟੈਰੀਟੋਰੀਅਲ ਡਿਵੀਜ਼ਨ ਕੀ ਹੁੰਦੀ ਹੈ?
ਟੈਰੀਟੋਰੀਅਲ ਡਿਵੀਜ਼ਨ ਉਹ ਹੁੰਦੀ ਹੈ ਜਦੋਂ ਜਿਸ ਅਧਿਕਾਰ ਖੇਤਰ ਜਿਹੜਾ ਵੀ ਕੋਡ, ਜਿਵੇਂ ਆਪਾਂ ਰੈਵਨਿਊ ਕੋਡਾਂ ਪੜ੍ਹ ਕੇ ਹੈਗੇ ਆ ਵੀ ਐਸਡੀਐਮ ਦੀ ਕਿੰਨੀ ਜੁਰਿਸਡਿਕਸ਼ਨ ਹੈ, ਡੀਸੀ ਦੀ ਕਿੰਨੀ ਹੁੰਦੀ ਹੈ, ਕਮਿਸ਼ਨਰ ਦੀ ਕਿੰਨੀ ਹੁੰਦੀ ਹੈ। ਇੱਥੇ ਵੀ ਕੀ ਹੈਗਾ, ਜਿਹੜੀ ਟੈਰੀਟੋਰੀਅਲ ਜੁਰਿਸਡਿਕਸ਼ਨ ਹੁੰਦੀ ਹੈ ਇਹ ਵੀ ਜਿਵੇਂ ਕਿ ਸੈਸ਼ਨ ਡਿਵੀਜ਼ਨ ਹੁੰਦੀਆਂ ਨੇ, ਆਪਣੇ ਸਬ ਡਿਵੀਜ਼ਨ ਹੁੰਦੀਆਂ ਨੇ, ਤੇ ਜੁਡੀਸ਼ੀਅਲ ਦੇ ਵਿੱਚ ਕੀ ਹੁੰਦੀਆਂ, ਸੈਸ਼ਨ ਡਿਵੀਜ਼ਨ ਹੁੰਦੀਆਂ ਨੇ। ਜਿਵੇਂ ਆਪਣੇ ਸਬ ਡਿਵੀਜ਼ਨ ਦੇ ਵਿੱਚ ਐਸਡੀਐਮ ਦੀ ਕੰਟਰੋਲਿੰਗ ਅਥਾਰਟੀ ਹੁੰਦੀ ਹੈ, ਤੇ ਜਿਹੜੀ ਸੈਸ਼ਨ ਡਿਵੀਜ਼ਨ ਹੁੰਦੀਆਂ ਨੇ ਇੱਥੇ ਬੇਸ਼ੱਕ ਡਿਸਟ੍ਰਿਕਟ ਹੁੰਦਾ, ਡਿਸਟ੍ਰਿਕਟ ਲੈਵਲ ਤੇ ਇੱਕ ਸੈਸ਼ਨ ਡਿਵੀਜ਼ਨ ਹੁੰਦੀ ਹੈ, ਠੀਕ ਹੈ। ਪਰ ਕੋਈ ਜ਼ਰੂਰੀ ਨਹੀਂ ਹੈ ਵੀ ਇੱਕ ਡਿਸਟ੍ਰਿਕਟ ਦੀ ਇੱਕ ਸੈਸ਼ਨ ਡਿਵੀਜ਼ਨ ਹੋਵੇ, ਦੋ ਡਿਸਟ੍ਰਿਕਟ ਜੇ ਛੋਟੇ ਹੋਣ ਤਾਂ ਵੀ ਇੱਕ ਸੈਸ਼ਨ ਡਿਵੀਜ਼ਨ ਬਣਾਈ ਜਾ ਸਕਦੀ ਹੈ। ਇਹ ਸਟੇਟ ਗਵਰਨਮੈਂਟ ਦੇ ਮੁਤਾਬਕ ਹੁੰਦੀ ਹੈ। ਤਾਂ ਇੱਕ ਸੈਸ਼ਨ ਡਿਵੀਜ਼ਨ ਦੀ ਜਿਹੜੀ ਪਾਵਰ ਹੁੰਦੀ ਹੈ ਉਹ ਪੂਰੇ ਡਿਸਟ੍ਰਿਕਟ ਦੇ ਵਿੱਚ ਜਿੰਨੀ ਉਹਦੀ ਅਧਿਕਾਰ ਖੇਤਰ ਹੁੰਦਾ ਉਹਦੇ ਵਿੱਚ ਹੁੰਦੀ ਹੈ। ਇਸੇ ਤਰੀਕੇ ਜਿਹੜੇ ਮੈਜਿਸਟ੍ਰੇਟ ਹੁੰਦੇ ਨੇ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਔਰ ਸੈਕੰਡ ਕਲਾਸ, ਜਿਹੜੇ ਉਹਨਾਂ ਦੀਆਂ ਜਿਹੜੇ ਅਧਿਕਾਰ ਖੇਤਰ ਹੁੰਦੇ ਨੇ ਉਹ ਸਮੇਂ-ਸਮੇਂ ਤੇ ਜਿਹੜਾ ਹੈਗਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਜਿਹੜੇ ਉਹਨਾਂ ਨੂੰ ਇਲਾਕੇ ਹੈਗੇ ਆ, ਉਹਨਾਂ ਦਾ ਜਿਹੜਾ ਕੰਮ ਹੈਗਾ, ਉਹਨਾਂ ਦਾ ਅਧਿਕਾਰ ਖੇਤਰ ਹੈਗਾ ਉਹ ਨਿਯਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸੈਕਸ਼ਨ 8 ਦੇ ਵਿੱਚ ਕੀ ਹੈ, ਮੈਟਰੀਪੋਲੀਟਨ ਏਰੀਆ। ਗਵਰਨਮੈਂਟ ਕਿਸੇ ਵੀ ਏਰੀਆ ਨੂੰ ਜਿੱਥੇ ਕਿਤੇ ਸਿਟੀ ਵੱਡਾ ਹੋ ਜਾਂਦਾ ਹੈ, ਜਿੱਥੇ ਕਿਤੇ ਸਿਟੀ ਵੱਡਾ ਹੋ ਜਾਂਦਾ ਹੈ ਤੇ ਜਿਹੜੀ ਉਹਦੀ ਆਬਾਦੀ ਹੁੰਦੀ ਹੈ 1 ਮਿਲੀਅਨ ਹੋ ਜਾਂਦੀ ਹੈ, ਸ਼ੈਲ ਨਾਟ ਬੀ ਸੋ ਮੇਡ ਰਿਡਿਊਸ ਦਾ ਪੋਪੂਲੇਸ਼ਨ ਸੱਚ ਏਰੀਆ। ਜਦੋਂ ਕਿਸੇ ਸਿਟੀ ਦੀ, ਕਿਸੇ ਵੱਡੇ ਸ਼ਹਿਰ ਦੀ ਜਿਹੜੀ ਆਬਾਦੀ ਹੁੰਦੀ ਹੈ ਉਹ 1 ਮਿਲੀਅਨ ਟੱਪ ਜਾਂਦੀ ਹੈ ਤਾਂ ਉਸਨੂੰ ਜਿਹੜੀ ਸਟੇਟ ਗਵਰਨਮੈਂਟ ਹੈਗੀ ਹੈ ਉਸਨੂੰ ਮੈਟਰੀਪੋਲੀਟਨ ਏਰੀਆ ਡਿਕਲੇਅਰ ਕਰ ਸਕਦੀ ਹੈ। ਜਿਵੇਂ ਬੰਬੇ, ਮੈਦਰਾਸ, ਕਲਕੱਤਾ, ਇਲਾਹਾਬਾਦ, ਅਹਿਮਦਾਬਾਦ, ਠੀਕ ਹੈ। ਇਹ ਜਿਹੜੇ ਸ਼ਹਿਰ ਹੈਗੇ ਨੇ ਬੰਬੇ, ਕਲਕੱਤਾ, ਮਦਰਾਸ, ਅਹਿਮਦਾਬਾਦ, ਇਹ ਮੈਟਰੀਪੋਲੀਟਨ ਸਿਟੀ ਅਨਾਉਂਸ ਕੀਤੇ ਗਏ ਹੈਗੇ ਆ। ਇਹਦੇ ਵਿੱਚ ਕੀ ਹੁੰਦਾ, ਫਿਰ ਮੈਟਰੀਪੋਲੀਟਨ ਮੈਜਿਸਟ੍ਰੇਟ ਲੱਗਦਾ ਹੈ। ਜਿਵੇਂ ਕਿ ਸਾਡੇ ਸੀਜੀਐਮ ਹੁੰਦਾ ਤਾਂ ਉਸਨੂੰ ਮੈਟਰੀਪੋਲੀਟਨ ਚੀਫ ਜੁਡੀਸ਼ੀਅਲ ਮੈਟਰੀਪੋਲੀਟਨ ਮੈਜਿਸਟ੍ਰੇਟ ਕਿਹਾ ਜਾਂਦਾ ਹੈ। ਨੈਕਸਟ ਹੈ ਕੋਰਟ ਆਫ ਸੈਸ਼ਨ। ਦੇਖੋ ਕੋਰਟ ਆਫ ਸੈਸ਼ਨ ਕੀ ਹੈ। ਕੋਰਟ ਆਫ ਸੈਸ਼ਨ ਜਿਵੇਂ ਆਪਣੇ ਕੋਰਟ ਆਫ ਡਿਸਟ੍ਰਿਕਟ ਪੱਧਰ ਤੇ ਜਿਹੜੀ ਹੁੰਦੀ ਹੈ, ਕਲੈਕਟਰ ਹੁੰਦੇ ਆ ਸਾਡੇ, ਠੀਕ ਹੈ। ਇਸ ਤਰੀਕੇ ਜਿਹੜੀ ਡਿਸਟ੍ਰਿਕਟ ਪੱਧਰ ਤੇ ਇਹਨਾਂ ਦੀ ਸੈਸ਼ਨ ਪੱਧਰ ਤੇ ਸੈਸ਼ਨ ਡਿਵੀਜ਼ਨ ਇਹਨੂੰ ਆਪਾਂ ਕਹਿ ਦਿੰਦੇ ਹਾਂ ਕੋਰਟ ਆਫ ਸੈਸ਼ਨ ਡਿਵੀਜ਼ਨ ਦੇ ਉੱਪਰ ਇੱਕ ਕੋਰਟ ਆਫ ਸੈਸ਼ਨ ਹੁੰਦੀ ਹੈ। ਸਟੇਟ ਗਵਰਨਮੈਂਟ ਸ਼ੈਲ ਐਸਟੈਬਲਿਸ਼ ਅ ਕੋਰਟ ਆਫ ਸੈਸ਼ਨ ਫॉर ਐਵਰੀ ਸੈਸ਼ਨ ਡਿਵੀਜ਼ਨ। ਆਪਾਂ ਸਬ ਡਿਵੀਜ਼ਨ ਕਹਿੰਦੇ ਹਾਂ ਆਪਣੀ ਰੈਵਨਿਊ ਦੇ ਵਿੱਚ, ਇੱਥੇ ਜੁਡੀਸ਼ੀਅਲ ਦੇ ਵਿੱਚ ਸੈਸ਼ਨ ਡਿਵੀਜ਼ਨ ਕਿਹਾ ਜਾਂਦਾ ਹੈ, ਠੀਕ ਹੈ। ਕਨਫਿਊਜ਼ ਨਹੀਂ ਹੋਣਾ ਇਸ ਗੱਲ ਤੇ ਆ ਕੇ। ਸੈਸ਼ਨ ਡਿਵੀਜ਼ਨ ਜੁਡੀਸ਼ੀਅਲ 'ਚ ਯੂਜ਼ ਕਰਦੇ ਹਾਂ। ਇੱਕ ਸੈਸ਼ਨ ਡਿਵੀਜ਼ਨ ਦੇ ਵਿੱਚ ਇੰਚਾਰਜ ਕੌਣ ਹੁੰਦਾ, ਸੈਸ਼ਨ ਜੱਜ ਹੁੰਦਾ ਹੈ, ਤੇ ਨਾਲ ਹੀ ਉੱਥੇ ਕੀ ਹੁੰਦਾ ਹੈ, ਐਡੀਸ਼ਨਲ ਸੈਸ਼ਨ ਜੱਜ ਵੀ ਹੋ ਸਕਦੇ ਨੇ, ਅਸਿਸਟੈਂਟ ਜੱਜ ਵੀ ਹੋ ਸਕਦੇ ਨੇ, ਅਸਿਸਟੈਂਟ ਸੈਸ਼ਨ ਜੱਜ ਵੀ ਹੋ ਸਕਦੇ ਨੇ। ਪਰ ਜਿਹੜੇ ਸਾਰੇ ਹੀ ਜਿਹੜੇ ਇਹ ਜੱਜ ਹੁੰਦੇ ਆ ਉਹ ਸੈਸ਼ਨ ਦੇ ਅਧਿਕਾਰ ਖੇਤਰ ਦੇ ਵਿੱਚ ਉਹਦੀ ਕੰਟਰੋਲਿੰਗ ਅਥਾਰਟੀ ਦੇ ਵਿੱਚ ਜਿਹੜੇ ਕੰਮ ਕਰਦੇ ਆ। ਹਾਈ ਕੋਰਟ ਮੇ ਆਲਸੋ ਅਪਾਇੰਟ ਐਡੀਸ਼ਨਲ ਸੈਸ਼ਨ ਜੱਜ and assistant session judge in any of the session division. The session judge of one session, additional session judge of another division. ਕਿਸੇ ਸੈਸ਼ਨ ਡਿਵੀਜ਼ਨ ਦੇ ਕਿਸੇ ਜੱਜ ਨੂੰ, ਸੈਸ਼ਨ ਜੱਜ ਨੂੰ ਕਿਸੇ ਹੋਰ ਡਿਵੀਜ਼ਨ ਦਾ ਵੀ ਜਿਹੜਾ ਹੈਗਾ ਐਡੀਸ਼ਨਲ ਚਾਰਜ ਦਿੱਤਾ ਜਾ ਸਕਦਾ ਹੈ। ਉੱਥੇ ਉਸ ਨੂੰ ਕੀ ਹੈ ਕਹਾਂਗੇ, ਐਡੀਸ਼ਨਲ ਸੈਸ਼ਨ ਜੱਜ। ਨੈਕਸਟ ਹੈਗਾ ਸੈਕਸ਼ਨ 10 ਸਬਆਰਡੀਨੇਸ਼ਨ ਆਫ ਦਾ ਅਸਿਸਟੈਂਟ ਸੈਸ਼ਨ ਜੱਜ। ਜਿਹੜਾ ਅਸਿਸਟੈਂਟ ਸੈਸ਼ਨ ਜੱਜ ਹੈਗਾ, ਅਸਿਸਟੈਂਟ ਸੈਸ਼ਨ ਜੱਜ ਇਹ ਕਿਤੇ ਹੁੰਦਾ, ਜਿਵੇਂ ਕਿ ਆਪਣੇ ਮੇਰੇ ਖਿਆਲ ਇਸ ਏਰੀਆ ਵਿੱਚ ਮੈਂ ਤਾਂ ਨਹੀਂ ਸੁਣਿਆ ਵੀ ਅਸਿਸਟੈਂਟ ਸੈਸ਼ਨ ਜੱਜ ਦੀ ਕੋਈ ਪੋਸਟ ਹੁੰਦੀ ਹੋਵੇ। ਆਪਣੇ ਐਡੀਸ਼ਨਲ ਸੈਸ਼ਨ ਜੱਜ ਤਾਂ ਹੁੰਦੇ ਆ, ਪਰ ਡਿਪੈਂਡ ਕਰਦਾ ਹੈ ਸਟੇਟ ਟੂ ਸਟੇਟ, ਠੀਕ ਹੈ। ਇਸ ਕਰਕੇ ਜਿਹੜਾ ਹੈਗਾ ਆਲ ਅਸਿਸਟੈਂਟ ਸੈਸ਼ਨ ਜੱਜ ਸ਼ੈਲ ਬੀ ਸਬਆਰਡੀਨੇਟ ਟੂ ਦਾ ਸੈਸ਼ਨ ਜੱਜ ਦੇ ਹੁੰਦੇ ਆ। ਸੈਸ਼ਨ ਜੱਜ ਦੀ ਸਬਆਰਡੀਨੇਸ਼ਨ ਦੇ ਵਿੱਚ ਜਿਹੜੇ ਅਸਿਸਟੈਂਟ ਸੈਸ਼ਨ ਜੱਜ ਕੰਮ ਕਰਦੇ ਆ। ਤੇ the session judge may from time to time make rules consistent with the court distribution of business. Assistant session judge ਦਾ ਜਿਹੜਾ ਬਿਜ਼ਨਸ ਹੈ, ਕਿਹੜੇ ਕੇਸ ਕਿਹੜੇ ਆਫਿਸਰ ਨੇ ਡੀਲ ਕਰਨੇ ਨੇ, ਠੀਕ ਹੈ, ਉਹ ਸੈਸ਼ਨ ਜੱਜ ਤੇ ਡਿਪੈਂਡ ਕਰਦਾ ਹੈ। ਸੈਸ਼ਨ ਜੱਜ ਉਸਦੀ ਸਮੇਂ-ਸਮੇਂ ਤੇ ਜਿਹੜੀ ਚੇਂਜ ਕਰਦਾ ਰਹਿੰਦੇ ਆ, ਜਿਵੇਂ ਹਲਕੇ ਬਦਲਣ ਦੀ ਗੱਲ ਕਰਦੇ ਆਪਾਂ, ਠੀਕ ਹੈ। ਨੈਕਸਟ ਹੈ ਸੈਕਸ਼ਨ 11 ਕੋਰਟਸ ਆਫ ਜੁਡੀਸ਼ੀਅਲ ਮੈਜਿਸਟ੍ਰੇਟ। ਜੁਡੀਸ਼ੀਅਲ ਮੈਜਿਸਟ੍ਰੇਟ ਕਿਹੜੇ ਹੁੰਦੇ ਆ? ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕਿਹੜੀਆਂ ਕੋਰਟਾਂ ਹੁੰਦੀਆਂ ਨੇ? ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਐਂਡ ਜੁਡੀਸ਼ੀਅਲ ਮੈਜਿਸਟ੍ਰੇਟ ਸੈਕੰਡ ਕਲਾਸ, ਠੀਕ ਹੈ। ਕਿਸੇ ਵੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲਗਾਇਆ ਜਾਂਦਾ ਹੈ। ਫਿਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜਾ ਹੈਗਾ ਏਸੀ ਜੁਡੀਸ਼ੀਅਲ ਫਸਟ ਕਲਾਸ ਤੇ ਸੈਕੰਡ ਕਲਾਸ ਦਾ ਜਿਹੜਾ ਬਿਜ਼ਨਸ ਹੁੰਦਾ ਹੈ, ਕਿਹੜਾ ਕੰਮ ਉਹਨਾਂ ਨੇ ਕਰਨਾ ਹੈ, ਕਿਹੜਾ ਉਹਨਾਂ ਦਾ ਅਧਿਕਾਰ ਖੇਤਰ ਹੈਗਾ, ਉਹਦੀ ਜਿਹੜੀ ਹੈਗੀ ਹੈ
ਸਾਰਾ ਉਹਦੇ ਅੰਡਰ ਆ ਜਾਂਦਾ ਹੈਗਾ। ਦੈਨ ਸੈਕਸ਼ਨ 12 ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਐਂਡ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ। The High Court shall appoint a judicial magistrate of the first class। ਕਿਸੇ ਵੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਨੂੰ ਹਾਈ ਕੋਰਟ ਹੈ ਜਿਹੜੀ ਉਹ CJM ਲਗਾ ਸਕਦੀ ਹੈ। ਮੈਂ ਆਪਾਂ ਉੱਪਰ ਪੜ੍ਹ ਕੇ ਗਿਆ ਨਾ ਆਪਾਂ ਕਲਾਸਿਸ ਆਫ ਦਾ ਕ੍ਰਿਮੀਨਲ ਕੋਰਟਸ, ਠੀਕ ਹੈ, ਉੱਥੇ ਜਿਹੜੀ ਕਲਾਸਿਸ ਹੈਗੀ ਆ ਉੱਥੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕੋਈ ਕਲਾਸ ਨਹੀਂ ਹੈਗੀ, ਇਸ ਕਰਕੇ ਕਿਉਂਕਿ ਉੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਨੂੰ ਹੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲਗਾਇਆ ਜਾ ਸਕਦਾ ਹੈ। ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਇਹ ਵੀ ਫਸਟ ਕਲਾਸ ਨੂੰ ਲਗਾਇਆ ਜਾ ਸਕਦਾ ਹੈ। ਹਾਈ ਕੋਰਟ ਦੀ ਮਰਜ਼ੀ ਹੁੰਦੀ ਹੈ, ਹਾਈ ਕੋਰਟ ਦੇ ਵੱਲੋਂ ਇਹ ਤੈਨਾਤੀ ਕੀਤੀ ਜਾਂਦੀ ਹੈ। ਨੈਕਸਟ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ। ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਹਾਈ ਕੋਰਟ ਇਫ ਰਿਕੁਆਇਰਡ, ਜੇਕਰ ਜ਼ਰੂਰਤ ਸਮਝੇ, ਬਾਈ ਦਾ ਸਟੇਟ ਔਰ ਦਾ ਸੈਂਟਰ ਗਵਰਨਮੈਂਟ, ਜੇਕਰ ਸੈਂਟਰ ਗਵਰਨਮੈਂਟ ਨੂੰ ਜਾਂ ਸਟੇਟ ਗਵਰਨਮੈਂਟ ਨੂੰ ਕਿਤੇ ਇੱਦਾਂ ਦਾ ਕੋਈ ਵਰਕਲੋਡ ਹੋਵੇ, ਉੱਥੇ ਸਰਕਾਰ ਚਾਹੁੰਦੀ ਹੋਵੇ ਵੀ ਇੱਕ ਸਪੈਸ਼ਲ ਮੈਜਿਸਟ੍ਰੇਟ ਦੀ ਡਿਊਟੀ ਇੱਥੇ ਲੱਗਣੀ ਚਾਹੀਦੀ ਹੈ, ਤਾਂ ਹਾਈ ਕੋਰਟ ਨੂੰ ਰਿਕੁਐਸਟ ਕੀਤੀ ਜਾਂਦੀ ਹੈ। The High Court may, if requested by the central government or the state government, so to do, confer upon any person who holds or has held any post under the government all or any of the powers conferred। ਗਵਰਨਮੈਂਟ ਦੇ ਕਿਸੇ ਪੋਸਟ ਤੇ ਕੰਮ ਕਰ ਰਿਹਾ ਹੋਵੇ ਕੋਈ ਵਿਅਕਤੀ, ਉਹਨੂੰ ਕੀ ਹੈਗਾ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀਆਂ ਪਾਵਰਾਂ। सर ਹਾਂਜੀ सर बिजनेस तो क्या मतलब, बिजनेस क्या प्रॉफिट? ਬਿਜ਼ਨਸ ਨਹੀਂ, ਬਿਜ਼ਨਸ ਦਾ ਮਤਲਬ ਹੈਗਾ ਵੀ ਕਿਹੜੇ ਕੇਸ ਤੁਸੀਂ ਦੇਖਣੇ ਨੇ, ਕਿਹੜੇ ਕੇਸ ਤੁਸੀਂ ਦੇਖਣੇ ਨੇ, ਇਹ ਬਿਜ਼ਨਸ ਹੈ। ਕਿਹੜਾ ਕਿਹੜਾ ਕੰਮ ਕਿਸ ਕਿਸ ਅਫਸਰ ਨੇ ਕਰਨਾ ਹੈ, ਇਟ ਇਜ਼ ਕਾਲਡ ਦਾ ਬਿਜ਼ਨਸ। ਕਿਹੜੇ ਕਿਹੜੇ ਕੇਸ ਕਿਸ ਕਿਸ ਜੁਰਿਸਡਿਕਸ਼ਨ ਦੇ, ਕਿਹਦੀ ਜਿਸ 5000 ਤੋਂ ਉੱਪਰ ਦੇ, ਘੱਟ ਦੇ, ਵੱਧ ਦੇ, ਠੀਕ ਹੈ, ਕਿਹੜੇ ਕਿਹੜੇ ਕੇਸ ਕਿਹੜੀ ਕਿਹੜੀ ਅਦਾਲਤ ਵਿੱਚ ਫਾਈਲ ਹੋਣਗੇ, ਇਹਨੂੰ ਕਿਹਾ ਜਾਂਦਾ ਬਿਜ਼ਨਸ। ਵੀ ਜਿਵੇਂ ਆਪਾਂ ਕੰਮ ਦੀ ਵੰਡ ਇਹਨੂੰ ਕਹਿ ਲਈਏ ਆਪਾਂ, ਠੀਕ ਹੈ। ਥਾਣਿਆਂ ਦੇ ਹਿਸਾਬ ਨਾਲ ਵੀ ਵੰਡੇ ਹੁੰਦੇ ਕਈ ਜਗ੍ਹਾ ਇਹਨਾਂ ਨੇ। ਹਾਂ, ਥਾਣੇ ਬਦਲ ਦਿੰਦੇ ਆ ਵੀ ਜਿਹਦਾ ਜਿਹੜੀ ਹਾਂ। ਸਾਡੀ ਸਬ ਡਿਵੀਜ਼ਨ ਆ ਉਹ ਤਾਂ ਇੱਕ ਆ ਜਾਂਦੇ ਜ਼ਮੀਨ ਦੇ ਹਿਸਾਬ ਨਾਲ, ਜਿਹੜੀ ਇਹਨਾਂ ਦੀ ਡਿਵੀਜ਼ਨ ਆ ਉਹ ਥਾਣਿਆਂ ਦੇ ਹਿਸਾਬ ਉਹ ਨਾਲ। ਇਹਨਾਂ ਦਾ ਪੁਲਿਸ ਦੇ ਨਾਲ ਕੰਸਰਨ ਹੁੰਦਾ ਹੈ। ਪੁਲਿਸ ਦੇ ਇਹਨਾਂ ਦੇ 2 ਥਾਣੇ ਕਿਸੇ ਆਫੀਸਰ ਕੋਲੇ, 3 ਥਾਣੇ ਕਿਸੇ ਆਫੀਸਰ ਕੋਲੇ, 1 ਥਾਣਾ ਕਿਸੇ ਆਫੀਸਰ ਕੋਲੇ, ਵਰਕਲੋਡ ਦੇ ਹਿਸਾਬ ਨਾਲ ਇਹਨਾਂ ਦੀ ਵੰਡ ਕੀਤੀ ਜਾਂਦੀ ਹੈ। ਜਿਹਦਾ ਕਾਨੂੰਗੋ ਸਰਕਲ ਵੰਡ ਦਿੰਦੇ ਤਹਿਸੀਲਦਾਰ ਹਾਂਜੀ, ਦੇ ਵਿੱਚ, ਇਦਾਂ ਹੀ ਆ ਸੇਮ ਹੀ ਹਾਂਜੀ, ਥਾਣੇ ਵੰਡ ਹਾਂਜੀ, ਦਿੰਦੇ, ਕਦੇ ਉੱਧਰ ਹਾਂਜੀ। ਕਰਦੇ ਕਦੇ ਉੱਧਰ ਕਰਦੇ, ਠੀਕ ਹੈ। ਇਹਨੂੰ ਬਿਜ਼ਨਸ ਕਹਿੰਦੇ ਆ। ਠੀਕ ਹੈ। ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਹਾਈ ਕੋਰਟ ਕਹਿੰਦੇ ਰਿਕੁਐਸਟ ਕਰਕੇ ਸਰਕਾਰ ਦੀ ਰਿਕੁਐਸਟ ਦੇ ਉੱਪਰ, ਜੇ ਸੈਂਟਰ ਗਵਰਨਮੈਂਟ ਰਿਕੁਐਸਟ ਕਰੇ, ਜੇ ਸਰਕਾਰ ਸਟੇਟ ਗਵਰਨਮੈਂਟ ਕੋਈ ਰਿਕੁਐਸਟ ਕਰੇ, ਤਾਂ ਜਿਹੜੀ ਹਾਈ ਕੋਰਟ ਹੈਗੀ ਹੈ ਕਿਸੇ ਵੀ ਗਵਰਨਮੈਂਟ ਪਰਸਨ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਆਫ ਦਾ ਫਸਟ ਕਲਾਸ ਔਰ ਸੈਕੰਡ ਕਲਾਸ ਪਰਟੀਕੂਲਰ ਕੇਸ ਦੇ ਸੰਬੰਧ ਵਿੱਚ ਨਿਯੁਕਤ ਕਰ ਸਕਦੀ ਹੈ, ਕਿਸੇ ਲੋਕਲ ਏਰੀਆ ਦੇ ਸੰਬੰਧ ਵਿੱਚ, ਕਿਸੇ ਪਰਟੀਕੂਲਰ ਏਰੀਆ 'ਚ, ਚਾਹੇ ਨਾਟ ਬੀਇੰਗ ਦਾ ਮੈਟਰੋਪੋਲੀਟਨ ਏਰੀਆ, ਕਿਸੇ ਖਾਸ ਖੇਤਰ ਦੇ ਵਿੱਚ ਜਿੱਥੇ ਸਰਕਾਰ ਨੇ ਕੋਈ ਰਿਕੁਐਸਟ ਕੀਤੀ ਹੋਵੇ ਸਾਨੂੰ ਉੱਥੇ ਸਪੈਸ਼ਲ ਮੈਜਿਸਟ੍ਰੇਟ ਚਾਹੀਦਾ ਹੈ, ਠੀਕ ਹੈ, ਉੱਥੇ ਨਿਯੁਕਤ ਕਰ ਸਕਦੀ ਹੈ। ਪਰ ਜਿਹੜੀ ਇਹ ਨਿਯੁਕਤੀ ਹੁੰਦੀ ਹੈ 1 ਸਾਲ ਲਈ ਹੁੰਦੀ ਹੈਗੀ, 1 ਸਾਲ ਤੋਂ ਵੱਧ ਸਮੇਂ ਲਈ ਨਹੀਂ ਹੁੰਦੀ। ਜੇ ਕਿਤੇ ਮੈਟਰੋਪੋਲੀਟਨ ਏਰੀਆ ਦੀ ਗੱਲ ਆ ਜਾਂਦੀ ਹੈ ਤਾਂ ਉੱਥੇ ਜਿਹੜਾ ਹੈਗਾ ਮੈਟਰੋਪੋਲੀਟਨ ਮੈਜਿਸਟ੍ਰੇਟ ਹੁੰਦਾ, ਉਹ ਐਜ ਏ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਹੁੰਦਾ। ਲੋਕਲ ਜੁਰਿਸਡਿਕਸ਼ਨ ਆਫ ਜੁਡੀਸ਼ੀਅਲ ਮੈਜਿਸਟ੍ਰੇਟ, ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ, ਸਬਜੈਕਟ ਟੂ ਦਾ ਕੰਟਰੋਲ ਆਫ ਦਾ ਹਾਈ ਕੋਰਟ, ਉਹ ਓਵਰਆਲ ਕੰਟਰੋਲ ਹਾਈ ਕੋਰਟ ਦਾ ਹੁੰਦਾ ਹੈ। CJM ਜਿਹੜਾ ਹੈਗਾ, CJM ਇਹਨਾਂ ਦਾ ਜਿਹੜਾ ਹੈਗਾ ਅਧਿਕਾਰ ਖੇਤਰ, ਕਿਹੜੇ ਕਿਹੜੇ ਥਾਣੇ, ਕਿਹੜੇ ਕਿਹੜੇ ਏਰੀਆ, ਕਿਸ ਕਿਸ ਮੈਜਿਸਟ੍ਰੇਟ ਨੇ ਕੰਮ ਕਰਨਾ ਹੈ, ਕਿਉਂਕਿ ਮੈਜਿਸਟ੍ਰੇਟ ਕਿਹੜਾ ਇੱਕ ਹੁੰਦਾ, ਕਈ ਪੋਸਟਾਂ ਹੁੰਦੀਆਂ, 8-8, 10-10 ਪੋਸਟਾਂ ਹੁੰਦੀਆਂ ਨੇ, ਇਸ ਕਰਕੇ ਸਾਰਾ ਕੰਟਰੋਲ ਜਿਹੜਾ ਹੈਗਾ ਓਵਰਆਲ ਕੰਟਰੋਲ ਹਾਈ ਕੋਰਟ, ਬਟ ਜਿਹੜਾ ਕੰਟਰੋਲ ਹੈਗਾ ਇਸ ਦਾ ਕੰਮ ਦੀ ਵੰਡ ਦਾ, ਠੀਕ ਹੈ, ਇਹਦੀ ਜਿਹੜੀ ਲੋਕਲ ਲਿਮਿਟਸ ਜਿਹੜੀਆਂ ਹੈਗੀਆਂ ਨੇ, ਏਰੀਆ ਜਿਹੜਾ ਹੈਗਾ ਉਹ ਡਿਫਾਈਨ ਕੌਣ ਕਰਦਾ ਹੈ, CJM ਡਿਫਾਈਨ ਕਰਦਾ ਹੈ ਮੈਜਿਸਟ੍ਰੇਟ ਦਾ। ਨੈਕਸਟ ਹੈ ਸੈਕਸ਼ਨ 15 ਸਬਆਰਡੀਨੇਸ਼ਨ ਆਫ ਦਾ ਜੁਡੀਸ਼ੀਅਲ ਮੈਜਿਸਟ੍ਰੇਟ। ਜਿਹੜੀ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਹੈਗੇ ਨੇ, ਜਿਵੇਂ ਫਸਟ ਕਲਾਸ, ਸੈਕੰਡ ਕਲਾਸ, ਇਹ ਕਿਹਦੇ ਅਧਿਕਾਰ ਖੇਤਰ 'ਚ ਕੰਮ ਕਰਦੇ ਨੇ। ਐਵਰੀ CJM ਸ਼ੈਲ ਬੀ ਸਬਆਰਡੀਨੇਟ ਟੂ ਦਾ ਸੈਸ਼ਨ ਜੱਜ, ਜਿਹੜੇ ਵੀ CJM ਹੁੰਦਾ ਉਹ ਸੈਸ਼ਨ ਜੱਜ ਦੇ ਅਧੀਨ ਕੰਮ ਕਰਦਾ ਹੈਗਾ। ਐਂਡ ਐਵਰੀ ਅਦਰ ਜੁਡੀਸ਼ੀਅਲ ਮੈਜਿਸਟ੍ਰੇਟ ਸ਼ੈਲ ਸਬਜੈਕਟ ਟੂ ਦਾ ਜਨਰਲ ਕੰਟਰੋਲ, ਬੇਸ਼ੱਕ ਜਨਰਲ ਕੰਟਰੋਲ ਸੈਸ਼ਨ ਜੱਜ ਦਾ ਹੁੰਦਾ, ਪਰ ਜਿਹੜੇ ਮੈਜਿਸਟ੍ਰੇਟ ਹੁੰਦੇ ਨੇ ਫਸਟ ਕਲਾਸ, ਸੈਕੰਡ ਕਲਾਸ, ਥਰਡ ਕਲਾਸ ਜਿਹੜੇ ਵੀ ਹੁੰਦੇ ਆ, ਇਹ ਸਾਰੇ CJM ਦੇ ਅਧਿਕਾਰ ਖੇਤਰ ਦੇ ਵਿੱਚ ਕੰਮ ਕਰਦੇ ਆ, ਕਿਉਂਕਿ ਕੰਮ ਦੀ ਵੰਡ CJM ਨੇ ਕਰਨੀ ਹੁੰਦੀ ਹੈ ਇਹਨਾਂ ਦੇ। ਜਿਹੜਾ ਡਿਸਟ੍ਰੀਬਿਊਸ਼ਨ ਆਫ ਦਾ ਬਿਜ਼ਨਸ ਹੈਗਾ, ਇਹਨਾਂ ਦਾ ਕੰਮ ਦੀ ਜਿਹੜੀ ਵੰਡ ਹੈ ਉਹ CJM ਵੱਲੋਂ ਕੀਤੀ ਜਾਂਦੀ ਹੈ।
ਨੈਕਸਟ 20 ਇੰਪੋਰਟੈਂਟ ਸੈਕਸ਼ਨ ਹੈ ਜੀ ਬਹੁਤ, ਇਹਦੇ ਤੇ ਕੁਐਸਚਨ ਆਉਣ ਦੀ ਸੰਭਾਵਨਾ ਰਹਿੰਦੀ ਹੈ। ਸੈਕਸ਼ਨ 20 ਐਗਜ਼ੈਕਟਿਵ ਮੈਜਿਸਟ੍ਰੇਟ ਇਨ ਐਵਰੀ ਡਿਸਟ੍ਰਿਕਟ ਐਂਡ ਇਨ ਐਵਰੀ ਮੈਟਰੀਪੋਲੀਟਨ, ਤੁਹਾਡੇ ਨਾਲ ਸੰਬੰਧਿਤ ਹੈ ਜੀ ਇਹ ਕੇਸ ਜਾਂ ਸੈਕਸ਼ਨ ਹੈਗਾ। ਇਨ ਐਵਰੀ ਡਿਸਟ੍ਰਿਕਟ ਐਂਡ ਇਨ ਮੈਟਰੀਪੋਲੀਟਨ ਮੈਜਿਸਟ੍ਰੇਟ ਦ ਸਟੇਟ ਗਵਰਨਮੈਂਟ ਮੇ ਅਪਾਇੰਟ ਐਜ਼ ਮੈਨੀ ਪਰਸਨਸ ਐਜ਼ ਇਟ ਥਿੰਕਸ ਫਿਟ, ਜਿੰਨੇ ਕੁ ਸਰਕਾਰ ਨੂੰ ਜ਼ਰੂਰਤ ਹੈਗੀ ਹੈ ਉਨੇ ਹੀ ਵਿਅਕਤੀਆਂ ਨੂੰ, ਉਨੇ ਹੀ ਆਫਿਸਰਸ ਨੂੰ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਦੇ ਸਕਦੀ ਹੈ। ਪਰ ਐਗਜ਼ੈਕਟਿਵ ਜਿਹੜੇ ਮੈਜਿਸਟ੍ਰੇਟ ਹੁੰਦੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਹੈਗਾ ਸ਼ੈਲ ਅਪਾਇੰਟ ਵਨ ਆਫ them ਟੂ ਬੀ ਦਾ ਡਿਸਟ੍ਰਿਕਟ ਮੈਜਿਸਟ੍ਰੇਟ, ਇੱਕ ਜਿਹੜਾ ਆਫਿਸਰ ਹੈਗਾ ਉਸ ਨੂੰ ਡਿਸਟ੍ਰਿਕਟ ਮੈਜਿਸਟ੍ਰੇਟ ਨਿਯੁਕਤ ਕਰਦੀ ਹੈ। ਜਿਹੜੇ ਬਾਕੀ ਜਿਹੜੇ ਆਫਿਸਰਸ ਹੁੰਦੇ ਆ ਉਹਨਾਂ ਨੂੰ ਐਗਜ਼ੈਕਟਿਵ ਮੈਜਿਸਟ੍ਰੇਟ ਨਿਯੁਕਤ ਕੀਤਾ ਜਾ ਸਕਦਾ ਹੈ ਲੋੜ ਦੇ ਮੁਤਾਬਕ, ਜਿਵੇਂ ਕਿ ਸਾਰੇ ਹੀ ਤਹਿਸੀਲਦਾਰ, ਸਾਰੇ ਹੀ ਨਾਇਬ ਤਹਿਸੀਲਦਾਰ ਐਗਜ਼ੈਕਟਿਵ ਮੈਜਿਸਟ੍ਰੇਟ ਹੁੰਦੇ ਆ, ਐਸਡੀਐਮ ਵੀ ਸਾਰੇ ਮੈਜਿਸਟ੍ਰੇਟ ਹੁੰਦੇ ਆ, ਐਗਜ਼ੈਕਟਿਵ ਮੈਜਿਸਟ੍ਰੇਟ ਹੁੰਦੇ ਆ। ਇਸੇ ਤਰੀਕੇ ਜਿਹੜੀਆਂ ਪਾਵਰਸ ਹੁੰਦੀਆਂ ਈਐਮ ਦੀਆਂ ਪਾਵਰਸ, ਪੀਸੀਐਸ ਆਫਿਸਰ, ਡੀਓਆਰਜੀ, ਈਐਮ, ਇਹ ਸਾਰੇ ਹੀ ਜਿਹੜੇ ਹੈਗੇ ਆ ਐਗਜ਼ੈਕਟਿਵ ਮੈਜਿਸਟ੍ਰੇਟ ਹੁੰਦੇ ਆ। ਤੇ ਜਿਹੜੇ ਆਪਣੇ ਐਡੀਸ਼ਨਲ ਆਪਣੇ ਏਡੀਸੀ ਹੁੰਦੇ ਆ ਉਹਨਾਂ ਕੋਲ ਜਿਹੜੀਆਂ ਪਾਵਰਾਂ ਹੁੰਦੀਆਂ ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦੀਆਂ ਨੇ। ਸਟੇਟ ਗਵਰਨਮੈਂਟ ਮੇ ਅਪਾਇੰਟ ਐਨੀ ਐਗਜ਼ੈਕਟਿਵ ਮੈਜਿਸਟ੍ਰੇਟ ਟੂ ਬੀ ਐਨ ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ, ਜਿਵੇਂ ਕਿ ਏਡੀਸੀ ਸਾਡੇ ਹੁੰਦੇ ਆ, ਠੀਕ ਹੈ। ਐਸ ਸੱਚ ਮੈਜਿਸਟ੍ਰੇਟ ਸ਼ੈਲ ਹੈਵ, ਸਰ ਡੀਆਰਓ ਸਾਹਿਬ ਵੀ ਨਹੀਂ ਡੀਆਰਓ ਕੋਲੇ ਐਜ਼ ਏ ਰੈਵਨਿਊ ਆਫਿਸਰ ਪਾਵਰ ਹੋ ਸਕਦੀਆਂ, ਪਰ ਮੈਨੂੰ ਨਹੀਂ ਪਤਾ ਵੀ ਡੀਆਰਓ ਕੋਲੇ ਪਾਵਰ ਈਐਮ ਦੀਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ। ਮੈਂ ਗਲਤ ਕਹਿ ਦਵਾਂ ਐਵੇਂ, ਠੀਕ ਹੈ ਨਾ। ਡੀਆਰਓ ਕੋਲੇ ਈਐਮ ਦੀਆਂ ਪਾਵਰਸ ਵੇਖਦਾ, ਦੇਖੋ ਸੂਮੋਟੋ ਤਹਿਸੀਲਦਾਰ ਕੋਲੇ ਸਾਰਿਆਂ ਕੋਲੇ ਈਐਮ ਦੀਆਂ ਪਾਵਰਸ ਆਪਣੇ ਆਪ ਹੀ ਆ ਜਾਂਦੀਆਂ ਜਦੋਂ ਵੀ ਪ੍ਰਮੋਸ਼ਨ ਕਿਸੇ ਦੀ ਹੁੰਦੀ ਹੈ। ਐਜ਼ ਏ ਨਾਇਬ ਤਹਿਸੀਲਦਾਰ ਬੰਦੇ ਸਾਰੀ ਜਿਹੜੀ ਈਐਮ ਦੀ ਪਾਵਰ ਹੈ ਆਟੋਮੈਟਿਕਲੀ ਆ ਜਾਂਦੀ ਹੈਗਾ ਆਫਿਸ ਦੇ ਨਾਲ, ਜਿੱਥੇ ਮਰਜ਼ੀ ਟ੍ਰਾਂਸਫਰ ਹੋਈ ਜਾਵੇ, ਜਿੱਥੇ ਮਰਜ਼ੀ ਬਦਲੀ ਹੋ ਜਾਵੇ, ਠੀਕ ਹੈ। ਪਰ ਜਿੱਥੇ ਡੀਆਰਓ ਦੀ ਗੱਲ ਹੈ ਕਿ ਡੀਆਰਓ ਡਿਸਟ੍ਰਿਕਟ ਰੈਵਨਿਊ ਆਫਿਸਰ, ਇਹ ਵੀ ਰੈਵਨਿਊ ਆਫਿਸਰ ਨੇ, ਇਹ ਡਿਸਟ੍ਰਿਕਟ ਲੈਵਲ ਦੇ ਨੇ, ਫਿਰ ਈਐਮ ਦੀਆਂ ਪਾਵਰਾਂ ਤਾਂ ਹੋਣਗੀਆਂ ਇਹਨਾਂ ਕੋਲੇ ਵੀ, ਪਰ ਮੇਰੇ ਬਾਰੇ ਕਨਫਰਮ ਨਹੀਂ ਹੈਗਾ। ਓਕੇ ਠੀਕ ਹੈ ਜੀ। ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ, ਐਗਜ਼ੈਕਟਿਵ ਮੈਜਿਸਟ੍ਰੇਟ ਦੇ ਨਾਲ ਨਾਲ ਜੇ ਸਟੇਟ ਗਵਰਨਮੈਂਟ ਚਾਹੁੰਦੀ ਹੈ ਮੇ ਅਪਾਇੰਟ such term as it may think fit executive magistrate to be known as a special executive magistrate, ਕਿਤੇ ਜ਼ਰੂਰਤ ਸਮਝੇ ਗਵਰਨਮੈਂਟ ਨੂੰ, ਠੀਕ ਹੈ। ਜਿਵੇਂ ਕਿ ਕੋਈ ਬਹੁਤ ਵੱਡਾ ਇਕੱਠ ਹੁੰਦਾ ਹੈ, ਹੋਰ ਹੁੰਦਾ, ਤੁਸੀਂ ਦੇਖਿਆ ਕਿਤੇ ਸੀਐਮ ਦੀ ਵਿਜ਼ਿਟ ਹੁੰਦੀ ਹੈ, ਕਿਤੇ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਹੁੰਦੀ ਹੈ, ਉਦੋਂ ਕੁਝ ਜਿਹੜੇ ਇਲੈਕਸ਼ਨਸ ਹੁੰਦੀਆਂ ਨੇ, ਠੀਕ ਹੈ, ਉਹਨਾਂ ਟਾਈਮ ਦੇ ਦੌਰਾਨ ਜਿਹੜੇ ਹੈਗੇ ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ ਨਿਯੁਕਤ ਕੀਤੇ ਜਾਂਦੇ ਨੇ ਗਵਰਨਮੈਂਟ ਵੱਲੋਂ, ਕਿਸੇ ਹੋਰ ਡਿਪਾਰਟਮੈਂਟ ਦੇ, ਇਰੀਗੇਸ਼ਨ ਡਿਪਾਰਟਮੈਂਟ ਦੇ ਜਾਂ ਬਿਜਲੀ ਬੋਰਡ ਦੇ ਡਿਪਾਰਟਮੈਂਟ ਦੇ, ਜਾਂ ਪੀਡਬਲਿਊ ਦੇ ਆਫਿਸਰਸ ਜਿਹੜੇ ਹੁੰਦੇ ਨੇ ਜਿਨ੍ਹਾਂ ਦਾ ਜਾਂ ਗ੍ਰੇਡ ਪੇ ਹੁੰਦਾ ਹੈ, ਲੋੜ ਦੇ ਮੁਤਾਬਕ ਜਾਣਾ ਚਾਹੀਦਾ ਹੁੰਦਾ ਹੈ, ਠੀਕ ਹੈ। ਸਮੇਂ ਸਮੇਂ ਜਿਹੜੀ ਸਰਕਾਰ ਦੀ ਕੋਈ ਪਾਲਿਸੀ ਆਉਂਦੀ ਹੈ ਉਦੋਂ ਜਿਹੜੀਆਂ ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਫਾਰ ਦਾ ਸਪੈਸ਼ਲ ਪਰਪਸਿਸ ਆਫ ਇਲੈਕਸ਼ਨ, ਜਾਂ ਕਿਤੇ ਕੋਈ ਸਪੈਸ਼ਲ ਵਿਜ਼ਿਟ ਕੋਈ ਪ੍ਰਾਈਮ ਮਿਨਿਸਟਰ ਵਗੈਰਾ ਦੀ ਹੁੰਦੀ ਹੈ, ਹੋਰ ਹੁੰਦੀ ਹੈ, ਕੋਈ ਬਹੁਤ ਵੱਡਾ ਕੋਈ ਮੇਲਾ ਹੁੰਦਾ ਜਿੱਥੇ ਜ਼ਰੂਰਤ ਹੁੰਦੀ ਹੈ, ਮੈਜਿਸਟ੍ਰੇਟ ਜ਼ਿਆਦਾ ਚਾਹੀਦੇ ਹੁੰਦੇ ਆ, ਉੱਥੇ ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਜਿਹੜੀਆਂ ਪਾਵਰਸ ਹੁੰਦੀਆਂ ਨੇ ਉਹ ਸਰਕਾਰ ਦੇ ਸਕਦੀ ਹੈਗੀ ਹੈ। ਤੁਸੀਂ ਦੇਖਦੇ ਹੋ ਡਿਊਟੀਆਂ ਲੱਗਦੀਆਂ ਨੇ ਨਾ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਆਫਿਸਰ ਦੀਆਂ, ਉਹਨਾਂ ਨੂੰ ਉਸ ਵੇਲੇ ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਜਿਹੜੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਗਵਰਨਮੈਂਟ ਵੱਲੋਂ। ਸੈਕਸ਼ਨ 22 ਲੋਕਲ ਜੁਰਿਸਡਿਕਸ਼ਨ ਆਫ ਐਗਜ਼ੈਕਟਿਵ ਮੈਜਿਸਟ੍ਰੇਟ, ਸਟੇਟ ਗਵਰਨਮੈਂਟ ਦਾ ਕੰਟਰੋਲ ਓਵਰਆਲ ਹੁੰਦਾ ਹੈ, ਫਿਰ ਉਦੋਂ ਬਾਅਦ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਕੰਟਰੋਲ ਆ ਜਾਂਦਾ ਹੈ, ਠੀਕ ਹੈ। ਦੈਨ ਜਿਸ ਏਰੀਆ ਦੇ ਵਿੱਚ ਜਿਹੜਾ ਐਗਜ਼ੈਕਟਿਵ ਮੈਜਿਸਟ੍ਰੇਟ ਲੱਗਿਆ ਹੈਗਾ ਉਹਦਾ ਅਧਿਕਾਰ ਖੇਤਰ ਆਪਦੇ ਏਰੀਆ ਵਿੱਚ ਹੁੰਦਾ ਹੈ। ਸਬਆਰਡੀਨੇਸ਼ਨ ਆਫ ਐਗਜ਼ੈਕਟਿਵ ਮੈਜਿਸਟ੍ਰੇਟ, ਸਬਆਰਡੀਨੇਸ਼ਨ ਕਿਹਦੀ ਹੁੰਦੀ ਹੈ? ਐਗਜ਼ੈਕਟਿਵ ਮੈਜਿਸਟ੍ਰੇਟ ਜਿਹੜਾ ਹੈਗਾ ਐਗਜ਼ੈਕਟਿਵ ਮੈਜਿਸਟ੍ਰੇਟ ਅਦਰ ਦੈਨ ਦਾ ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਸ਼ੈਲ ਬੀ ਦਾ ਸਬਆਰਡੀਨੇਟ ਆਫ ਦਾ ਡਿਸਟ੍ਰਿਕਟ ਮੈਜਿਸਟ੍ਰੇਟ। ਐਗਜ਼ੈਕਟਿਵ ਮੈਜਿਸਟ੍ਰੇਟ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਸਬਆਰਡੀਨੇਟ ਹੁੰਦਾ ਹੈ। ਜਿਵੇਂ ਕਿ ਤੁਸੀਂ ਕਦੇ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ 'ਚ ਪੜ੍ਹਿਆ ਹੋਏਗਾ, ਉਹਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਹੈ ਵੀ ਜਿਹੜੇ ਐਗਜ਼ੈਕਟਿਵ ਮੈਜਿਸਟ੍ਰੇਟ ਹੁੰਦੇ ਨੇ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ, ਇਹ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦਾ, ਕਲੈਕਟਰ ਹੁੰਦਾ, ਉਹਦੀਆਂ ਮਾਵਾਂ ਹੁੰਦੀਆਂ ਨੇ। ਸਪੈਸ਼ਲ ਤੁਸੀਂ ਕਦੇ ਪੜ੍ਹ ਕੇ ਦੇਖੋ, ਉਹਦੇ 'ਚ ਲਿਖਿਆ ਹੋਇਆ ਹੈ ਸਪੈਸ਼ਲ, ਠੀਕ ਹੈ, ਕਿਉਂਕਿ ਉਹਨਾਂ ਦੇ ਬਿਹਾਫ ਤੇ ਹੀ ਜਿਹੜੇ ਐਗਜ਼ੈਕਟਿਵ ਮੈਜਿਸਟ੍ਰੇਟ ਕੰਮ ਕਰਦੇ ਆ, ਡਿਸਟ੍ਰਿਕਟ ਮੈਜਿਸਟ੍ਰੇਟ ਦੇ ਬਿਹਾਫ ਤੇ ਹੀ ਕੰਮ ਕਰਦੇ ਆ ਅਲੱਗ-ਅਲੱਗ। ਬੇਸ਼ੱਕ ਉਹਨਾਂ ਦਾ ਜਿਹੜਾ ਏਰੀਆ ਹੈਗਾ ਜੁਰਿਸਡਿਕਸ਼ਨ ਹੁੰਦੀ ਹੈ ਵੱਖਰੀ ਹੁੰਦੀ ਹੈ, ਪਰ ਉਹਦੀਆਂ ਬਾਹਾਂ ਦੇ ਤੌਰ ਤੇ ਹੀ ਕੰਮ ਕਰਦੇ ਹੈਗੇ ਆ। ਐਂਡ ਐਵਰੀ ਐਗਜ਼ੈਕਟਿਵ ਮੈਜਿਸਟ੍ਰੇਟ other than the sub-divisional magistrate exercising powers in a subdivision shall also be subordinate to the sub-divisional magistrate, ਕਿਉਂਕਿ ਜਦੋਂ ਜਿਹੜੇ ਈਐਮ ਨੇ ਇਹ ਕਿਸੇ ਵੀ ਐਸਡੀਐਮ ਦੇ ਅੰਡਰ ਕੰਮ ਕਰਦੇ ਨੇ, ਬੇਸ਼ੱਕ ਓਵਰਆਲ ਕੰਟਰੋਲ ਕਲੈਕਟਰ ਦਾ ਹੁੰਦਾ ਹੈ, ਪਰ ਫਿਰ ਵੀ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਐਸਡੀਐਮ ਦੇ ਅੰਡਰ ਕੰਮ ਨਹੀਂ ਕਰੋਗੇ, ਫਿਰ ਵੀ ਜਿਹੜਾ ਇਮੀਡੀਏਟ ਜਿਹੜਾ ਕੰਟਰੋਲ ਹੁੰਦਾ ਉਹ ਐਸਡੀਐਮ ਦਾ ਹੁੰਦਾ ਈਐਮ ਦੇ ਉੱਪਰ।
ਨੈਕਸਟ ਆ ਗਿਆ ਜੀ ਸੈਕਸ਼ਨ 24 ਪਬਲਿਕ ਪ੍ਰੋਸੀਕਿਊਟਰ, ਜਿਹਨੂੰ ਅਸੀਂ ਪੀਪੀ ਕਹਿ ਦਿੰਦੇ ਆ, ਪਬਲਿਕ ਪ੍ਰੋਸੀਕਿਊਟਰ ਸਰਕਾਰੀ ਵਕੀਲ ਵੀ ਕਹਿ ਦਿੰਦੇ ਆ, ਐਡੀਸ਼ਨਲ ਡਿਸਟ੍ਰਿਕਟ ਅਟਾਰਨੀ, ਠੀਕ ਹੈ, ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਇਹ ਵੀ ਕਹਿ ਦਿੰਦੇ ਆ ਅਸੀਂ, ਜਿਹੜੇ ਸਾਡੇ ਕੋਰਟਾਂ ਦੇ ਜੁਡੀਸ਼ੀਅਲ ਕੋਰਟ ਹੈ, ਜਿਹੇ ਕ੍ਰਿਮੀਨਲ ਕੋਰਟ ਹੈਗੇ, ਉਹਦੇ 'ਚ ਕੰਮ ਕਰਦੇ ਹੈਗੇ, ਸਰਕਾਰ ਦੇ ਪੱਧਰ ਤੇ ਸਰਕਾਰ ਦੇ ਕੇਸਾਂ ਦੀ ਜਿਹੜੀ ਪੈਰਵਾਈ ਕੀਤੀ ਜਾਂਦੀ ਹੈ, ਉਹਨਾਂ ਨੂੰ ਫਿਰ ਪੀਪੀ ਕਿਹਾ ਜਾਂਦਾ ਹੈ, ਠੀਕ ਹੈ। ਫॉर एवरी हाई कोर्ट the central government or the state government after the consultation of the high court appoint public prosecutor, ਕੋਰਟ ਦੇ ਵਿੱਚ ਪਬਲਿਕ ਪ੍ਰੋਸੀਕਿਊਟਰ ਜਿਹੜਾ ਸਟੇਟ ਗਵਰਨਮੈਂਟ ਵੱਲੋਂ ਤੈਨਾਤ ਕੀਤਾ ਜਾਂਦਾ ਹੈ। ਵਨ ਔਰ ਮੋਰ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਵੀ ਹੋ ਸਕਦੇ ਹੈ, ਠੀਕ ਹੈ। ਫਾਰ ਦਾ ਕੰਡਕਟਿੰਗ ਕੀ ਕਰਦੇ ਨੇ ਇਹ ਪ੍ਰੋਸੀਕਿਊਸ਼ਨ, ਜਦੋਂ ਕਿਸੇ ਖਿਲਾਫ ਕੋਈ ਆਪਾਂ CRPC ਪੜ੍ਹ ਰਹੇ ਹਾਂ, ਨਾ ਕਿ ਆਪਾਂ CPC ਪੜ੍ਹ ਰਹੇ ਹਾਂ, ਜਦੋਂ ਕਿਸੇ ਖਿਲਾਫ ਕੋਈ ਪ੍ਰੋਸੀਕਿਊਸ਼ਨ ਚੱਲਦੀ ਹੈ, ਕੋਈ ਮੁਕੱਦਮਾ ਚੱਲਦਾ ਹੈਗਾ, ਕੋਈ ਕ੍ਰਿਮੀਨਲ ਦਾਵਾ ਚੱਲਦਾ ਹੈਗਾ, ਠੀਕ ਹੈ, ਜਿਹੜੀ ਉਹਦੀ ਪੈਰਵਾਈ ਹੈ ਸਰਕਾਰ ਦੇ ਵੱਲੋਂ, ਸਟੇਟ ਵਰਸਸ ਫਲਾਣਾ ਹੁੰਦਾ ਹੈ, ਸਟੇਟ ਵਰਸਸ ਫਲਾਣਾ, ਕੋਈ ਵੀ ਜਿਹੜੇ CRPC IPC ਦੇ ਵਿੱਚ ਜਿਹੜੇ ਮੁਕੱਦਮੇ ਕਿਸੇ ਵਿਅਕਤੀ ਦੇ ਖਿਲਾਫ ਕਿਸੇ ਨੇ ਕੋਈ ਆਫੈਂਸ ਕਮਿਟ ਕੀਤਾ ਹੁੰਦਾ, ਉਹ ਪ੍ਰਾਈਵੇਟਲੀ ਤੌਰ ਤੇ ਪਾਰਟੀਆਂ ਉਹਦੀ ਡਿਫੈਂਡ ਨਹੀਂ ਕਰਦੀਆਂ, ਟਰਾਈ ਕੀਤਾ ਜਾਂਦਾ ਸਟੇਟ ਗਵਰਨਮੈਂਟ ਵੱਲੋਂ, ਠੀਕ ਹੈ। ਇਹ ਜਿਹੜੀ ਪ੍ਰੋਸੀਕਿਊਸ਼ਨ ਹੁੰਦੀ ਹੈ, ਜੇ ਇੱਕ ਬੇਸ਼ੱਕ ਅਪੀਲ ਹੈ, ਬੇਸ਼ੱਕ ਪ੍ਰੋਸੀਕਿਊਸ਼ਨ ਚੱਲ ਰਹੀ ਹੈ, ਤਾਂ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਜਾਂ ਸਟੇਟ ਗਵਰਨਮੈਂਟ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ, ਉਹ ਪਬਲਿਕ ਪ੍ਰੋਸੀਕਿਊਟਰ ਵੱਲੋਂ ਕੀਤੀ ਜਾਂਦੀ ਹੈ। ਐਵਰੀ ਡਿਸਟ੍ਰਿਕਟ, ਜਿਵੇਂ ਅਸੀਂ ਦੇਖਦੇ ਹਾਂ ਹਰ ਡਿਸਟ੍ਰਿਕਟ ਦੇ ਵਿੱਚ ਕੀ ਹੁੰਦਾ ਹੈ, ਸਟੇਟ ਗਵਰਨਮੈਂਟ ਸ਼ੈਲ ਅਪਾਇੰਟ ਪਬਲਿਕ ਪ੍ਰੋਸੀਕਿਊਟਰ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਡਿਸਟ੍ਰਿਕਟ ਅਟਾਰਨੀ, ਠੀਕ ਹੈ ਜੀ। ਡਿਸਟ੍ਰਿਕਟ ਅਟਾਰਨੀ ਵੀ ਕਹਿੰਦੇ ਨੇ ਅਸੀਂ, ਐਡੀਸ਼ਨਲ ਡਿਸਟ੍ਰਿਕਟ ਅਟਾਰਨੀ ਵੀ ਹੁੰਦੇ ਆ, ਅਸਿਸਟੈਂਟ ਵੀ ਹੁੰਦੇ ਆ, ਫਿਰ ਉਹਦੇ ਡਿਪਟੀ ਵੀ ਹੁੰਦੇ ਆ, ਠੀਕ ਹੈ ਜੀ। ਤਾਂ ਤੁਹਾਨੂੰ ਸਾਰਿਆਂ ਨੂੰ ਜਵਾਨੀ ਪਤਾ, ਕਿਉਂਕਿ ਰੋਜ਼ ਤੁਸੀਂ ਡੀਲ ਕਰਦੇ ਹੋ, ਜਾਂਦੇ ਨੇ ਕੋਰਟਾਂ ਦੇ ਵਿੱਚ। ਨੈਕਸਟ ਹੈ ਸੈਕਸ਼ਨ 25 ਅਸਿਸਟੈਂਟ ਪਬਲਿਕ ਪ੍ਰੋਸੀਕਿਊਟਰ। ਉੱਪਰ ਆਪਾਂ ਗੱਲ ਕਰੀ ਸੀ ਪਬਲਿਕ ਪ੍ਰੋਸੀਕਿਊਟਰ ਦੀ, ਇੱਥੇ ਹੈਗਾ ਅਸਿਸਟੈਂਟ ਪਬਲਿਕ ਪ੍ਰੋਸੀਕਿਊਟਰ। ਸਟੇਟ ਗਵਰਨਮੈਂਟ ਸ਼ੈਲ ਅਪਾਇੰਟ ਇਨ ਐਵਰੀ ਡਿਸਟ੍ਰਿਕਟ ਵਨ ਔਰ ਮੋਰ, ਠੀਕ ਹੈ, ਇੱਕ ਜਾਂ ਇੱਕ ਤੋਂ ਜ਼ਿਆਦਾ ਅਸਿਸਟੈਂਟ ਪਬਲਿਕ ਪ੍ਰੋਸੀਕਿਊਟਰ ਸਰਕਾਰ ਵੱਲੋਂ ਨਿਯੁਕਤ ਕੀਤੇ ਜਾ ਰਹੇ, ਸਟੇਟ ਗਵਰਨਮੈਂਟ ਵੀ ਕਰ ਸਕਦੀ ਹੈ, ਸੈਂਟਰ ਗਵਰਨਮੈਂਟ ਵੀ ਕਰ ਸਕਦੀ ਹੈ। Next है code 26 power of the courts. Power of the courts. Any offence under the Indian Penal Code may be tried by the High Court. कोई भी ਜਿਹੜਾ offence ਹੈ ਜਿਹੜਾ IPC ਦੇ ਤਹਿਤ ਕਮਿਟ ਕੀਤਾ ਗਿਆ ਹੈ, ਠੀਕ ਹੈ, ਉਹ ਕਿੱਥੇ ਉਹ ਕੀ ਹੋਏਗਾ, ਟ੍ਰਾਈਬਲ ਹੋਏਗਾ, ਜਾਂ ਤਾਂ ਹਾਈ ਕੋਰਟ ਦੇ ਵਿੱਚ ਜਾਂ ਸੈਸ਼ਨ ਕੋਰਟ ਦੇ ਵਿੱਚ, ਐਨੀ ਅਦਰ ਕੋਰਟ, ਕਿਹੜੀ ਜਿਹੜੀ ਫਸਟ ਸ਼ਡਿਊਲ 'ਚ ਦਰਸਾਈ ਗਈ ਹੋਵੇ ਵੀ ਕਿਹੜਾ ਕੇਸ ਕਿਹੜੀ ਕੋਰਟ 'ਚ ਲੱਗਣਾ ਹੈ। ਫਸਟ ਸ਼ਡਿਊਲ ਸਾਡੀ ਇਸ ਬੁੱਕ ਦੇ ਪਿੱਛੇ ਦਿੱਤਾ ਗਿਆ ਹੈਗਾ ਵੀ ਕਿਹੜਾ ਕੇਸ ਹੈ, ਕਿਸ ਨੇਚਰ ਦਾ ਕੇਸ ਹੈ, ਉਹ ਕਿਹੜੀ ਕੋਰਟ ਚੱਲੇਗਾ, ਕੰਪਾਊਂਡੇਬਲ ਹੈਗਾ ਨਹੀਂ ਹੈਗਾ, ਬੇਲੇਬਲ ਹੈਗਾ ਨਹੀਂ ਹੈਗਾ, ਕੋਗਨੀਜੇਬਲ ਹੈਗਾ ਨਹੀਂ ਹੈਗਾ, ਠੀਕ ਹੈ। ਇਹ ਸਾਰਾ ਜਿਹੜਾ ਸਾਡਾ ਇਸ CRP ਦੇ ਵਿੱਚ ਸ਼ਡਿਊਲ ਬਣਿਆ ਹੋਇਆ, ਫਸਟ ਸ਼ਡਿਊਲ, ਉਹਦੇ ਵਿੱਚ ਦਰਸਾਇਆ ਹੋਇਆ ਕਿਹੜੇ ਕਿਹੜੇ ਕੇਸ ਕਿਹੜੀ ਕੋਰਟ ਚੱਲਣਗੇ, ਠੀਕ ਹੈ। ਐਨੀ offence other law shall when any court is mentioned, when no court is mentioned by may be tried, ਜੇ ਕਿਤੇ ਜਿੱਥੇ ਕੋਰਟ ਮੈਂਸ਼ਨ ਕੀਤੀ ਗਈ ਹੈ ਵੀ ਇਸ ਕੋਰਟ ਚੱਲਣਾ ਹੈ, ਕਿਹੜਾ ਵੀ ਮੁਕੱਦਮਾ ਚੱਲਣਾ ਹੈ, ਜਿੱਥੇ ਕਿਤੇ ਕੋਰਟ ਦੀ ਕੋਈ ਗੱਲ ਨਹੀਂ ਕੀਤੀ ਗਈ, ਤਾਂ ਜਿਹੜਾ ਹੈਗਾ ਹਾਈ ਕੋਰਟ ਜਾ ਸਕਦਾ ਮੁਕੱਦਮਾ, ਜਾਂ ਫਿਰ ਫਸਟ ਸ਼ਡਿਊਲ 'ਚ ਜਿੱਥੇ ਅਸੀਂ ਦਰਸਾਇਆ ਗਿਆ ਹੈਗਾ ਉਹਦੇ ਮੁਤਾਬਕ ਮੁਕੱਦਮਾ ਜਾਏਗਾ, ਕਿੱਥੇ ਵੀ ਜਾਏਗਾ, ਫਸਟ ਸ਼ਡਿਊਲ ਚੈੱਕ ਕਰਿਆ ਜਾ ਸਕਦਾ ਹੈ। ਦੈਨ ਹੈਗਾ ਪਾਵਰਸ ਆਫ ਦਾ ਸੈਂਟੈਂਸ, ਕਿਹੜੀ ਕੋਰਟ ਕਿੰਨੀ ਸਜ਼ਾ ਕਰ ਸਕਦੀ ਹੈ। 28 sentences which high courts session judges may pass. ਹਾਈ ਕੋਰਟ ਕਿੰਨੀ ਸਜ਼ਾ ਕਰ ਸਕਦੀ ਹੈ, ਸੈਸ਼ਨ ਜੱਜ ਕਿੰਨੀ ਸਜ਼ਾ ਦਿੱਤੀ ਜਾ ਸਕਦੀ ਹੈ ਸੈਸ਼ਨ ਜੱਜ ਵੱਲੋਂ। ਹਾਈ ਕੋਰਟ may pass any sentence authorized by law. ਲਾਅ ਦੇ ਵਿੱਚ ਜਿੰਨੀ ਵੀ ਸਜ਼ਾ ਅਥੋਰਾਈਜ਼ ਕੀਤੀ ਗਈ ਹੈ, ਜਿੰਨੀ ਮਰਜ਼ੀ ਹੋਵੇ, ਜੋ ਲਾਅ ਦੇ ਵਿੱਚ ਪ੍ਰੋਵਾਈਡ ਕੀਤੀ ਗਈ ਹੈ, ਹਾਈ ਕੋਰਟ ਉਹ ਸਜ਼ਾ ਕਰ ਸਕਦੀ ਹੈ, ਠੀਕ ਹੈ। ਸੈਕੰਡ, ਸੈਸ਼ਨ ਜੱਜ ਔਰ ਐਡੀਸ਼ਨਲ ਸੈਸ਼ਨ ਜੱਜ may pass any sentence authorized by law, but any sentence of death passed by any such judge shall be subject to the confirmation of the high court. यानी कि हाई कोर्ट ਤਾਂ ਮੌਤ ਦੀ ਸਜ਼ਾ ਕਰ ਸਕਦੀ ਹੈ, ਪਰ ਜੇਕਰ ਸੈਸ਼ਨ ਜੱਜ ਨੇ ਮੌਤ ਦੀ ਸਜ਼ਾ ਕੀਤੀ ਗਈ ਹੋਵੇ ਜਾਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਮੌਤ ਦੀ ਸਜ਼ਾ ਕੀਤੀ ਗਈ ਹੋਵੇ, ਤਾਂ ਹਾਈ ਕੋਰਟ ਦੇ ਵਿੱਚੋਂ ਕਨਫਰਮ ਕਰਾਣੀ ਪਏਗੀ। ਜੇ ਹਾਈ ਕੋਰਟ ਕਨਫਰਮ ਕਰੇਗੀ ਤਾਂ ਦੀ ਮੌਤ ਦੀ ਸਜ਼ਾ ਮੰਨੀ ਜਾਏਗੀ, ਨਹੀਂ ਮੰਨੀ ਜਾ ਸਕਦੀ। ਇਸੇ ਤਰੀਕੇ ਅਸਿਸਟੈਂਟ ਸੈਸ਼ਨ ਜੱਜ ਕਿੰਨੀ ਸਜ਼ਾ ਕਰ ਸਕਦੇ ਨੇ। ਅਸਿਸਟੈਂਟ ਸੈਸ਼ਨ ਜੱਜ may pass any sentence authorized by law except a sentence of death, ਠੀਕ ਹੈ। ਡੈਥ ਦੀ ਸਜ਼ਾ ਨਹੀਂ ਕਰ ਸਕਦਾ ਅਸਿਸਟੈਂਟ ਸੈਸ਼ਨ ਜੱਜ,
or imprisonment for life or imprisonment for a term exceeding 10 year। ਇਹ ਸਜ਼ਾਵਾਂ ਜਿਹੜਾ ਅਸਿਸਟੈਂਟ ਸੈਸ਼ਨ ਜੱਜ ਹੈ ਇਹ ਸਜ਼ਾਵਾਂ ਨਹੀਂ ਕਰ ਸਕਦਾ, ਬਾਕੀ ਸਜ਼ਾਵਾਂ ਜੋ ਲਾਅ ਦੇ ਪ੍ਰੋਵਾਈਡ ਕੀਤੀਆਂ ਗਈਆਂ ਨੇ ਉਹ ਅਸਿਸਟੈਂਟ ਸੈਸ਼ਨ ਜੱਜ ਕਰ ਸਕਦੇ ਹਨ। ਨੈਕਸਟ ਹੈ ਸੈਕਸ਼ਨ 29 ਸੈਂਟੈਂਸ ਵਿਚ ਮੈਜਿਸਟ੍ਰੇਟ ਮੇ ਪਾਸ। ਉੱਪਰ ਆਪਾਂ ਗੱਲ ਕਰ ਰਹੇ ਸੀ ਹਾਈ ਕੋਰਟ ਦੀ, ਫਿਰ ਸੈਸ਼ਨ ਜੱਜ ਦੀ, ਫਿਰ ਐਡੀਸ਼ਨਲ ਸੈਸ਼ਨ ਜੱਜ ਦੀ, ਦੈਨ ਅਸਿਸਟੈਂਟ ਸੈਸ਼ਨ ਜੱਜ ਦੀ, ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਮੈਜਿਸਟ੍ਰੇਟ ਦ ਕੋਰਟ ਆਫ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ। ठीक है, CJM may pass any sentence authorized by law except a sentence of death। ना तो मौत की सजा सुना सकता है CJM, ना उम्र कैद सुना सकता है, ना 7 साल तो ਵੱਧ सजा सुना सकता है। मतलब ਜਿਹੜਾ CJM ਹੈਗਾ मैक्सिमम 7 साल तक की सजा सुना सकता है CJM। इसी तरीके मैजिस्ट्रेट फर्स्ट क्लास 3 साल तक की सजा कर सकता है, ਤੇ ਮੈਜਿਸਟ੍ਰੇਟ ਸੈਕੰਡ ਕਲਾਸ ਠੀਕ ਹੈ ਸਿਰਫ 1 ਸਾਲ ਤੋਂ ਵੱਧ ਸਜ਼ਾ ਨਹੀਂ ਕਰ ਸਕਦੇ। ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਜਿਹੜੇ ਹੁੰਦੇ ਆ ਇਹ CJM ਦੇ ਬਰਾਬਰ ਦੀ ਜਿਹੜੀ ਹੈਗੀ ਸਜ਼ਾ ਕਰ ਸਕਦੇ ਆ। ਨੈਕਸਟ ਹੈ ਸੈਂਟੈਂਸ ਆਫ ਇੰਪ੍ਰਿਜ਼ਨਮੈਂਟ ਇਨ ਡਿਫਾਲਟ ਆਫ ਫਾਈਨ। ਜੇ ਕਿਸੇ ਨੂੰ ਜੁਰਮਾਨਾ ਕੀਤਾ ਗਿਆ ਹੋਵੇ ਕੋਰਟ ਵੱਲੋਂ ਠੀਕ ਹੈ ਤਾਂ ਉਹਦੀ ਜੁਰਮਾਨਾ ਭਰਨ ਦੇ ਵਿੱਚ फेल हो जाए ना भरे तो उन्होंने कितनी सज़ा हो सकती है। लॉ च जो प्रोवाइड किया गया उन्नी सज़ा हो सकती है। प्रोवाइडेड नाल शर्त लगा दी इज नॉट इन एक्सेस ऑफ द पावर्स ऑफ द मैजिस्ट्रेट अंडर सैक्शन 29। पर मैजिस्ट्रेट जो हैगा अपनी पावर तो वध सज़ा नहीं दे सकता जिन्नी उसनों प्रोवाइड की गई है। जिवें कि सैकंड क्लास मैजिस्ट्रेट है 1 साल तो वध सज़ा नहीं कर सकता, फर्स्ट क्लास है 3 साल तो वध नहीं कर सकता, CJM है 7 साल तो वध नहीं कर सकता ठीक है। ਇਸ ਕਰਕੇ ਸੈਂਟੈਂਸ ਜੇ ਕੋਈ ਜੁਰਮਾਨਾ ਭਰਨ ਤੋਂ ਆਪਦਾ ਜਿਹੜਾ ਹੈਗਾ ਡਿਫਾਲਟ ਹੀ ਹੋ ਜਾਂਦਾ ਤਾਂ ਉਹ ਜਿਹੜੀ ਸਜ਼ਾ ਹੈਗੀ ਹੈ ਅੰਡਰ ਲਾਅ ਕੀਤੀ ਜਾ ਸਕਦੀ ਹੈ। shall not their imprisonment has been awarded as part of the substantive sentence। ਜਿਹੜੀ ਸੈਂਟੈਂਸ ਕੀਤੀ ਗਈ ਹੈ ਉਸਨੂੰ ਜੇ ਉਹਦਾ ਕੋਈ ਪਾਰਟ ਹੈਗਾ ਉਹਦੇ ਪਾਰਟ ਦੇ ਵਿੱਚ ਜਿਹੜਾ ਜੁਰਮਾਨਾ ਲਗਾਇਆ ਗਿਆ ਉਸਨੂੰ ਫਿਰ ਉਹ ਜੁਰਮਾਨਾ ਭਰਨ ਤੋਂ ਬੰਦਾ ਫੇਲ ਹੋ ਜਾਂਦਾ ਤਾਂ ਜਿਹੜੀ ਸਜ਼ਾ ਹੈਗੀ ਹੈ ਉਹ 1/4 exceed 1/4 of the term of the imprisonment with the magistrate competent। ਜਿੰਨੀ ਸਜ਼ਾ ਕੋਈ ਅਧਿਕਾਰ ਜਿਹੜਾ ਮੈਜਿਸਟ੍ਰੇਟ ਹੈ ਕਰਨ ਦਾ ਅਧਿਕਾਰ ਕੰਪੀਟੈਂਟ ਹੈਗਾ ਉਹਦਾ ਚੌਥਾ ਹਿੱਸਾ ਫਾਈਨ ਉਹਦੀ ਚੌਥੇ ਹਿੱਸੇ ਦੀ ਸਜ਼ਾ ਹੀ ਕੀਤੀ ਜਾ ਸਕਦੀ ਹੈ 1/4। ਪਾਵਰ ਆਫ ਸੁਪੀਰੀਅਰ ਆਫੀਸਰਸ ਆਫ ਦਾ ਪੁਲਿਸ। ਜਿਹੜੇ ਪੁਲਿਸ ਦੇ ਸੁਪੀਰੀਅਰ ਆਫੀਸਰ ਨੇ ਉਹਨਾਂ ਦੇ ਕੀ ਪਾਵਰਾਂ ਹੁੰਦੀਆਂ ਨੇ। देखो जिवें आप गल करके गया पहला मैं सिंपल जी गल करते हैं भी जे डिस्ट्रिक्ट हैगा डिस्ट्रिक्ट दे कलैक्टर है या रजिस्ट्रार है ठीक है वो सारे काम कर सकता है ਜਿਹੜੇ ਉਹਦੇ सब रजिस्ट्रार कर सकते हैं जॉइंट सब रजिस्ट्रार कर सकते हैं। इसे तरीके सुपीरियर ऑफिसर की गल की गई है। कोई भी सुपीरियर ऑफिसर ਜਿਹੜੇ ਉਹਦੇ ਕੋਲੇ ਥਾਣੇ ਹੁੰਦੇ ਨੇ ਉਹ ਥਾਣੇ 'ਚ ਜਿਹੜੇ ਕੰਮ ਉਹਦਾ SHO कर सकता हैगा ਉਹ ਸਾਰੇ ਕੰਮ ਹੀ ਜਿਹੜੇ ਉਹਦੇ ਸੁਪੀਰੀयर ऑफिसर ने DSP है ਹੋਰ ऑफिसर ने सुपीरियर ਉਹ ਸਾਰੇ ਕੰਮ ਉਹ ਕਰ ਸਕਦੇ ਹੈਗੇ। ਇਹ ਨਹੀਂ ਹੈਗਾ ਵੀ ਜਿਹੜਾ ਕੰਮ ਹੈਗਾ ਉਹ ਇਕੱਲੇ SHO ਨਹੀਂ ਕਰਨਾ ਹੈ। ਜੇ ਸੁਪੀਰੀਅਰ ਆਫੀਸਰ ਨੇ ਉਹਨਾਂ ਦਾ ਅਧਿਕਾਰ ਖੇਤਰ ਹੈਗਾ ਉਹ ਸਾਰੇ ਕੰਮ ਉਹ ਕਰ ਸਕਦੇ ਨੇ ਜਿਹੜੇ ਵੀ SHO ਵੱਲੋਂ ਕੀਤੇ ਜਾ ਸਕਦੇ ਨੇ। ਦੈਨ ਹੈਗਾ A to the magistrate and the police। ਮੈਜਿਸਟ੍ਰੇਟ ਨੂੰ ਤੇ ਪੁਲਿਸ ਨੂੰ ਹੈਲਪ ਕਰਨਾ। ਸੈਕਸ਼ਨ 37 ਪਬਲਿਕ ਬੈਨ ਟੂ ਅਸਿਸਟ ਮੈਜਿਸਟ੍ਰੇਟ ਐਂਡ ਪੁਲਿਸ। ਜਿਹੜੀ ਆਮ ਜਨਤਾ ਹੈਗੀ ਹੈ ਉਹਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਕਿਸੇ ਮੈਜਿਸਟ੍ਰੇਟ ਨੂੰ ਜੇ ਇੱਕ ਲੋੜ ਹੋਵੇ ਜਾਂ ਪੁਲਿਸ ਅਧਿਕਾਰੀ ਨੂੰ ਕਿਸੇ ਨੂੰ ਜ਼ਰੂਰਤ ਹੋਵੇ ਕਿਸੇ ਹੈਲਪ ਦੀ ਤਾਂ ਜਿਹੜੀ ਪਬਲਿਕ ਹੈਗੀ ਆ ਉਹਦੀ ਬਾਉਂਡ ਹੈ ਉਹ ਹੈਲਪ ਕਰਨ ਦੇ ਲਈ। ਐਵਰੀ ਪਰਸਨ ਇਜ਼ ਬਾਉਂਡ ਟੂ ਅਸਿਸਟ ਏ ਮੈਜਿਸਟ੍ਰੇਟ ਔਰ ਏ ਪੁਲਿਸ ਆਫੀਸਰ ਰੀਜ਼ਨੇਬਲੀ ਡਿਮਾਂਡਿੰਗ ਹਿਜ਼ ਏਡ। ਜੇ ਰੀਜ਼ਨੇਬਲ ਉਹਦੀ ਡਿਮਾਂਡ ਏਡ ਕਰੇ ਜਿਹੜੀ ਉਹ ਕਰ ਸਕਦਾ ਹੋਵੇ ਪਰ ਇੱਦਾਂ ਨਾ ਕੋਈ ਡਿਮਾਂਡ ਇੱਦਾਂ ਦੀ ਕਰਦਾ ਜਿਹੜੀ ਉਹ ਪੂਰੀ ਨਾ ਕਰ ਪਾਏ। ਜੇ ਕੋਈ ਰੀਜ਼ਨੇਬਲ ਡਿਮਾਂਡ ਕਰਦਾ ਕੋਈ ਮੈਜਿਸਟ੍ਰੇਟ ਕਰਦਾ ਜਾਂ ਕੋਈ ਪੁਲਿਸ ਆਫੀਸਰ ਕਰਦਾ ਤਾਂ ਜਿਹੜੀ ਹੈਗੀ ਆਮ ਪਬਲਿਕ ਹੈਗੀ ਉਹਦੀ ਜ਼ਿੰਮੇਵਾਰੀ ਬਣ ਜਾਂਦਾ ਬਾਉਂਡ ਹੈਗਾ। ਕਿਹੜੀ ਡਿਮਾਂਡ ਹੋ ਸਕਦੀ ਹੈ ਟੇਕਿੰਗ ਔਰ ਪ੍ਰੀਵੈਂਟਿੰਗ ਦਾ ਐਸਕੇਪ ਆਫ ਐਨੀ ਅਦਰ ਪਰਸਨ। ਕੋਈ ਵਿਅਕਤੀ ਹੈਗਾ ਉਹਨੂੰ ਪਕੜਿਆ ਹੋਇਆ ਉਹ ਐਸਕੇਪ ਹੋਣ ਦੀ ਸੰਭਾਵਨਾ ਹੈਗੀ ਹੈ ਉਹਦੇ 'ਚ ਹੈਲਪ ਮੰਗ ਸਕਦਾ ਵੀ ਕਿਤੇ ਭੱਜ ਨਾ ਜਾਵੇ। ਸੱਚ ਮੈਜਿਸਟ੍ਰੇਟ ਔਰ ਪੁਲਿਸ ਆਫੀਸਰ ਇਜ਼ ਅਥੋਰਾਈਜ਼ਡ ਟੂ ਅਰੈਸਟ। ਜਿਹੜਾ ਮੈਜਿਸਟ੍ਰੇਟ ਦੀ ਜ਼ਿੰਮੇਵਾਰੀ ਹੈ ਜਾਂ ਪੁਲਿਸ ਆਫੀਸਰ ਦੀ ਜ਼ਿੰਮੇਵਾਰੀ ਹੈ ਉਸ ਬੰਦੇ ਨੂੰ ਅਰੈਸਟ ਕਰਨਾ ਪਰ ਉਹ ਭੱਜ ਨਾ ਜਾਵੇ ਕਿਤੇ ਇਸ ਕਰਕੇ ਉਹ ਕਿਸੇ ਆਮ ਪਬਲਿਕ ਜਿਹੜਾ ਉਹਦੇ ਬੰਦਾ ਕੋਈ ਖੜਾ ਹੈਗਾ ਉਹਦੀ ਹੈਲਪ ਲੈ ਸਕਦਾ। ਪ੍ਰੀਵੈਂਸ਼ਨ ਔਰ ਸੁਪਰੈਸ਼ਨ ਆਫ ਏ ਬ੍ਰੀਚ ਆਫ ਪੀਸ। ਕੋਈ ਸ਼ਾਂਤੀ ਕਿਤੇ ਭੰਗ ਹੋਣ ਦਾ ਖਤਰਾ ਹੈਗਾ
ठीक है, ਉਹਦੀ ਰਿਕਾਵਟ ਕਰਨ ਦੀ, ਉਹਨੂੰ ਰੋਕਣ ਦੀ ਖਾਤਰ ਕੋਈ ਪੁਲਿਸ ਆਫੀਸਰ ਹੈ, ਆਮ ਜਨਤਾ ਕੋਈ ਬੰਦੇ ਉੱਥੇ ਖੜੇ ਹੈਗੇ ਉਹਨਾਂ ਦੀ ਹੈਲਪ ਲੈ ਸਕਦਾ ਹੈਗਾ। ਕੋਈ ਰੇਲਵੇ ਹੈ, ਕੋਈ ਕਨਾਲ ਹੈ, ਕੋਈ ਟੈਲੀਗ੍ਰਾਫ ਆਫਿਸ ਹੈ, ਠੀਕ ਹੈ, ਪਬਲਿਕ ਪ੍ਰਾਪਰਟੀ ਹੈ, ਉਹਨੂੰ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਹੈਗੀ ਆ, ਉੱਥੇ ਉਹਨੂੰ ਰੋਕਣ ਦੀ ਖਾਤਰ ਵੀ ਜਿਹੜਾ ਹੈਗਾ ਕੋਈ ਪੁਲਿਸ ਆਫੀਸਰ ਹੈ, ਕੋਈ ਮੈਜਿਸਟ੍ਰੇਟ ਹੈ, ਜਿਹਨੇ ਮੈਂ EM ਦੀਆਂ ਡਿਊਟੀਆਂ ਨਾਲ ਲੱਗਦੀਆਂ ਹੁੰਦੀਆਂ ਨੇ, ਹੈ ਨਾ, ਉੱਥੇ ਵੀ ਜਿਹੜਾ ਹੈਲਪ ਆਮ ਜਨਤਾ ਦੀ ਵੀ ਲਈ ਜਾ ਸਕਦੀ ਹੈ। 39 ਕੀ ਹੈ? ਪਬਲਿਕ ਟੂ ਗਿਵ ਇਨਫੋਰਮੇਸ਼ਨ ਆਫ ਸਰਟਨ ਆਫੈਂਸਸ। ਕੋਈ ਅਫੈਂਸ ਹੋ ਰਿਹਾ ਹੈ ਜਾਂ ਕਿਸੇ ਅਫੈਂਸ ਹੋਣ ਦੀ ਕੋਈ ਕਮਿਸ਼ਨ ਹੋ ਰਹੀ ਹੈ, ਕਮਿਸ਼ਨ ਮਤਲਬ ਸਾਜ਼ਿਸ਼ ਹੋ ਰਹੀ ਹੈ, ਠੀਕ ਹੈ, ਰਚਨਾ ਰਚੀ ਜਾ ਰਹੀ ਹੈ, ਸਕੀਮ ਬਣਾਈ ਜਾ ਰਹੀ ਹੈ, ਪਬਲਿਕ ਨੂੰ ਪਤਾ ਲੱਗਿਆ, ਕਿਸੇ ਨੂੰ, ਕਿਸੇ ਵਿਅਕਤੀ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਐਵਰੀ ਪਰਸਨ ਅਵੇਅਰ ਆਫ ਦਾ ਕਮਿਸ਼ਨ, ਜਾਣਕਾਰੀ ਹੋ ਜਾਂਦੀ ਹੈ ਉਸ ਨੂੰ, ਔਰ ਆਫ ਦਾ ਇੰਟੈਂਸ਼ਨ ਆਫ ਐਨੀ ਅਦਰ ਪਰਸਨ, ਪਤਾ ਹੈ ਵੀ ਕੋਈ ਬੰਦੇ ਦੀ ਜਿਹੜਾ ਧਿਆਨ ਹੈਗਾ, ਇੰਟੈਂਸ਼ਨ ਹੈਗੀ ਹੈ, ਮਾੜੀ ਇੰਟੈਂਸ਼ਨ ਹੈ, ਕੋਈ ਕਮਿਟ ਕਰਨਾ ਉਸਨੇ, ਕਿ ਕੋਈ ਅਫੈਂਸ ਕਮਿਟ ਕਰਨਾ ਹੈਗਾ, ਅਫੈਂਸ ਪਨਿਸ਼ੇਬਲ ਅੰਡਰ ਐਨੀ ਆਫ ਦਾ ਫੋਲੋਇੰਗ ਸੈਕਸ਼ਨਸ ਆਫ ਦਾ ਇੰਡੀਅਨ ਪੀਨਲ ਕੋਡ IPC ਦੇ ਤਹਿਤ ਜਿਹੜੇ ਐਕਟ ਨੇ, ਜਦੋਂ ਕਿ ਉਹ ਅਫੈਂਸਿਵ ਨੇ, ਪਨਿਸ਼ੇਬਲ ਨੇ, ਐਸਾ ਕੋਈ ਕੰਮ ਕਰਨਾ ਹੈ, ਕਿਸੇ ਵਿਅਕਤੀ ਨੂੰ ਪਤਾ ਲੱਗ ਗਿਆ ਤਾਂ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹ ਉਹਦੀ ਇਨਫੋਰਮੇਸ਼ਨ ਦੇਵੇ। ਅਰੈਸਟ ਆਫ ਦਾ ਪਰਸਨਸ, ਚੈਪਟਰ 5 41 ਸੈਕਸ਼ਨ, ਵੈਨ ਪੁਲਿਸ ਮੇ ਅਰੈਸਟ ਵਿਦਆਊਟ ਵਾਰੰਟ। ਦੇਖੋ, ਇੱਕ ਅਫੈਂਸ ਹੁੰਦੇ ਨੇ ਕੋਗਨੀਜੇਬਲ, ਇੱਕ ਹੁੰਦੇ ਨੇ ਨਾਨ ਕੋਗਨੀਜੇਬਲ। ਜਿਹੜਾ ਕੋਗਨੀਜੇਬਲ ਅਫੈਂਸ ਹੈ, ਯਾਨੀ ਕਿ ਇਹ ਮਤਲਬ ਕਿ ਵੱਡਾ ਜੁਰਮ ਹੈ, ਇਹਨੂੰ ਕਹਿ ਲਈਏ ਆਪਾਂ ਸਿੰਪਲ ਜੀ ਭਾਸ਼ਾ ਦੇ ਪੰਜਾਬੀ ਦੇ ਵਿੱਚ, ਵੱਡਾ ਜੁਰਮ। ਜਿੱਥੇ ਵੱਡੇ ਜੁਰਮ ਹੁੰਦੇ ਨੇ, ਕੀਤੇ ਗਏ ਕਿਸੇ ਵਿਅਕਤੀ ਵੱਲੋਂ ਅਫੈਂਸ ਕਮਿਟ ਕੀਤਾ ਜਾਂਦਾ ਹੈ, ਠੀਕ ਹੈ, ਮਰਡਰ ਕਰ ਦਿੱਤਾ ਕਿਸੇ ਨੇ, ਕੋਈ ਗਰੀਵਸ ਹਰਟ ਕਰ ਦਿੱਤੀ ਕਿਸੇ ਨੇ, ਠੀਕ ਹੈ, ਐਸੇ ਕੇਸਾਂ ਦੇ ਵਿੱਚ ਜਿਹੜਾ 1 ਸ਼ਡਿਊਲ 1 ਦੇ ਵਿੱਚ ਦਿੱਤਾ ਗਿਆ ਪੂਰੀ ਡਿਟੇਲ ਵੀ ਕਿਹੜੇ ਕਿਹੜੇ ਅਫੈਂਸ ਕੋਗਨੀਜੇਬਲ ਹੁੰਦੇ ਆ, ਕਿਹੜੇ ਕਿਹੜੇ ਅਫੈਂਸ ਨਾਨ ਕੋਗਨੀਜੇਬਲ ਹੁੰਦੇ ਆ। ਜਿੱਥੇ ਵੱਡਾ ਜੁਰਮ ਕੀਤਾ ਗਿਆ, ਕੋਗਨੀਜੇਬਲ ਅਫੈਂਸ ਕੀਤਾ ਗਿਆ, ਉੱਥੇ ਪੁਲਿਸ ਆਫੀਸਰ ਨੂੰ ਕਿਸੇ ਵੀ ਕੋਰਟ ਤੋਂ, ਕਿਸੇ ਮੈਜਿਸਟ੍ਰੇਟ ਤੋਂ ਵਾਰੰਟ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਉਹ ਵਿਦਆਊਟ ਵਾਰੰਟ ਜਿਹੜਾ ਹੈਗਾ ਅਫੈਂਡਰ ਹੈਗਾ, ਮੁਜਰਮ ਹੈਗਾ, ਉਸਨੂੰ ਅਰੈਸਟ ਕੀਤਾ ਜਾ ਸਕਦਾ ਹੈ। ਕੋਈ ਪ੍ਰੋਕਲੇਮਡ ਅਫੈਂਡਰ ਹੈ, ਕੋਈ ਭਗੌੜਾ ਹੈਗਾ, ਠੀਕ ਹੈ, ਉਸ ਨੂੰ ਵੀ ਸਟੇਟ ਗਵਰਨਮੈਂਟ ਨੇ ਭਗੌੜਾ ਕਰਾਰ ਦਿੱਤਾ ਗਿਆ, ਉਸ ਨੂੰ ਵੀ ਅਰੈਸਟ ਕੀਤਾ ਜਾ ਸਕਦਾ ਬਿਨਾਂ ਵਾਰੰਟਾਂ ਤੋਂ। ਹੂਜ਼ ਪੋਜੈਸ਼ਨ ਐਨੀਥਿੰਗ ਸਟੋਲਨ ਪ੍ਰੋਪਰਟੀ ਹੈ ਕਿਸੇ ਵਿਅਕਤੀ ਕੋਲੇ, ਠੀਕ ਹੈ, ਉਹ ਪਤਾ ਲੱਗਦਾ ਪੁਲਿਸ ਵਾਲੇ ਨੂੰ, ਉੱਥੇ ਵੀ ਵਾਰੰਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਕੋਈ ਡਿਊਟੀ ਦੇ ਵਿੱਚ ਕੋਤਾਹੀ, ਕਿਸੇ ਪੁਲਿਸ ਦੇ ਅਫਸਰ ਦੀ ਡਿਊਟੀ ਦੇ ਵਿੱਚ ਕੋਈ ਵਿਘਨ ਪਾਉਂਦਾ ਹੈ, ਰੋਕਦਾ ਹੈਗਾ, ਉਹਨੂੰ ਵੀ ਅਰੈਸਟ ਕੀਤਾ ਜਾ ਸਕਦਾ ਬਿਨਾਂ ਵਾਰੰਟਾਂ ਤੋਂ। ਇੱਦਾਂ ਦੇ ਬਹੁਤ ਸਾਰੇ ਕੇਸ ਹੈਗੇ ਆ ਜਿਹੜੇ ਕਿ ਸ਼ਡਿਊਲ 1 ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜਿੱਥੇ ਜਿੱਥੇ ਕੀ ਹੈਗਾ ਪੁਲਿਸ ਆਫੀਸਰ ਨੂੰ ਕਿਸੇ ਬੰਦੇ ਨੂੰ ਅਰੈਸਟ ਕਰਨ ਦੀ ਖਾਤਰ ਵਾਰੰਟ ਲੈਣ ਦੀ ਲੋੜ ਨਹੀਂ ਹੁੰਦੀ ਕਿਸੇ ਵੀ ਕੋਰਟ ਤੋਂ। ਸੈਕਸ਼ਨ 42 ਅਰੈਸਟ ਔਨ ਰਿਫਿਊਜ਼ਲ ਟੂ ਗਿਵ ਨੇਮ ਐਂਡ ਰੈਜ਼ੀਡੈਂਸ। ਜਦੋਂ ਕੋਈ ਪੁਲਿਸ ਅਧਿਕਾਰੀ ਕਿਸੇ ਵਿਅਕਤੀ ਨੂੰ ਪਕੜਨ ਲਈ ਗਿਆ ਹੋਵੇ, ਪਰ ਜਿਹੜਾ ਉਹ ਹੈਗਾ ਉਹਦੇ ਕੋਲ ਵਾਰੰਟ ਹੋਵੇ, ਠੀਕ ਹੈ, has committed when any person who in the presence of the police officer has committed or has been accused of committing a non-cognizable offence। cognizable offence नहीं commit ਕੀਤਾ, non cognizable offence commit ਕੀਤਾ ਹੈ, ਯਾਨੀ ਕਿ ਛੋਟਾ offence commit ਕੀਤਾ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਪੁਲਿਸ ਆਫੀਸਰ ਨੇ ਵੀ ਤੇਰਾ ਨਾਮ ਕੀ ਹੈਗਾ, ਉਹ ਨਾਮ ਦੱਸਣ ਤੋਂ ਇਨਕਾਰ ਕਰਦਾ ਹੈ, ਆਪਦਾ ਐਡਰੈਸ, ਨਾਮ, ਪਤਾ ਥੇ ਦੱਸਣ ਤੋਂ ਇਨਕਾਰ ਕਰਦਾ ਹੈ, ਤਾਂ ਕੀ ਹੈਗਾ ਉਸ ਸਮੇਂ ਉੱਥੇ ਪੁਲਿਸ ਹਾਜ਼ਰ ਹੈਗਾ, ਪੁਲਿਸ ਆਫੀਸਰ ਕੋਈ ਹਾਜ਼ਰ ਹੈ, ਤਾਂ ਉਸ ਵੇਲੇ ਜਿਹੜਾ ਪੁਲਿਸ ਆਫੀਸਰ ਹੈ ਉਸਨੂੰ ਭੱਜਣ ਤੋਂ ਰੋਕ ਸਕਦਾ ਹੈ, ਵਿਦਆਊਟ ਵਾਰੰਟ ਉਹਨੂੰ ਅਰੈਸਟ ਕਰ ਸਕਦਾ ਹੈ, ਠੀਕ ਹੈ, ਨੇਮ ਰੈਜ਼ੀਡੈਂਸ। ਪਰ ਜੇਕਰ ਉਹ ਬੰਦਾ ਜਿਹੜਾ ਹੈਗਾ ਆਪਦਾ ਨਾਮ ਪਤਾ ਦੱਸ ਦੇਵੇ ਜਾਂ ਪਤਾ ਲੱਗ ਜਾਵੇ ਕਿਸੇ ਤਰੀਕੇ ਨਾਲ, ਤਾਂ ਉਸ ਨੂੰ ਜਿਹੜੀ ਬੌਂਡ ਲੈ ਕੇ, ਉਸ ਤੋਂ ਸ਼ੋਰਟੀ ਲੈ ਕੇ ਜਾਂ ਬਿਨਾਂ ਸ਼ੋਰਟੀ ਤੋਂ ਬੌਂਡ ਭਰਵਾ ਕੇ ਉਸਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। 43 ਹੈ ਅਰੈਸਟ ਬਾਈ ਪ੍ਰਾਈਵੇਟ ਪਰਸਨ ਐਂਡ ਪ੍ਰੋਸੀਜਰ ਔਨ ਸਚ ਅਰੈਸਟ। ਕੋਈ ਪ੍ਰਾਈਵੇਟ ਵਿਅਕਤੀ ਕੋਲ ਵੀ ਅਧਿਕਾਰ ਹੈਗਾ, ਕਿਸੇ ਵਿਅਕਤੀ ਨੇ ਕੋਈ ਅਫੈਂਸ ਕਮਿਟ ਕੀਤਾ ਉਹਦੇ ਸਾਹਮਣੇ, ਠੀਕ ਹੈ, ਐਨੀ ਪ੍ਰਾਈਵੇਟ ਪਰਸਨ ਮੇ ਅਰੈਸਟ ਔਰ ਕਾਜ਼ ਟੂ ਬੀ ਅਰੈਸਟਡ ਐਨੀ ਪਰਸਨ ਹੂ ਇਨ ਦਾ ਹਿਜ਼ ਪ੍ਰੈਜ਼ੈਂਸ ਕਮਿਟਡ ਨਾਨ ਬੇਲੇਬਲ ਵਾਰੰਟ। ਕੋਈ ਨਾਨ ਬੇਲੇਬਲ ਜਾਂ ਕੋਗਨੀਜੇਬਲ ਅਫੈਂਸ ਕਿਸੇ ਨੇ ਕਮਿਟ ਕੀਤਾ ਹੋਵੇ, ਕਿਸੇ ਵਿਅਕਤੀ ਨੇ, ਜਾਂ ਕੋਈ ਪ੍ਰੋਕਲੇਮ ਅਫੈਂਡਰ ਹੋਵੇ, ਉਹ ਕਿਸੇ ਵਿਅਕਤੀ ਨੂੰ ਪਤਾ ਲੱਗ ਜਾਵੇ ਵੀ ਇਹ ਭਗੌੜਾ ਸਰਕਾਰ ਨੇ ਕਰਾਰ ਦਿੱਤਾ ਗਿਆ ਹੈਗਾ, ਠੀਕ ਹੈ, ਤਾਂ ਕਿ ਵਾਰੰਟ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ, ਕੋਈ ਅਨਨੈਸੈਸਰੀ ਡਿਲੇ ਨਾ ਹੋ ਜਾਵੇ। ਇਸ ਕਰਕੇ ਉਸ ਵਿਅਕਤੀ ਨੂੰ, ਜਿਹੜਾ ਵਿਅਕਤੀ ਹੈਗਾ ਉਸ ਬੰਦੇ ਨੂੰ ਪਕੜ ਕੇ ਪੁਲਿਸ ਦੇ ਹਵਾਲੇ ਕਰ ਸਕਦਾ ਹੈ, ਨੀਅਰੈਸਟ ਪੁਲਿਸ ਸਟੇਸ਼ਨ 'ਚ ਵੀ ਭੇਜ ਸਕਦਾ ਹੈ, ਜਾਂ ਕਿਸੇ ਪੁਲਿਸ ਆਫਿਸਰ ਜੇ ਉੱਥੇ ਕਿਤੇ ਨੇੜੇ ਤੇੜੇ ਹੈਗਾ ਤਾਂ ਉਹਨੂੰ ਅਰੈਸਟ ਕਰਵਾ ਸਕਦਾ ਹੈ, ਜਾਂ ਫਿਰ ਕੰਸਰਨ ਥਾਣੇ ਵਿੱਚ ਭੇਜਿਆ ਜਾ ਸਕਦਾ ਹੈ। 44 'ਚ ਅਰੈਸਟ ਬਾਈ ਦਾ ਮੈਜਿਸਟ੍ਰੇਟ। ਜੇ ਕਿਤੇ ਮੈਜਿਸਟ੍ਰੇਟ ਲੰਘਿਆ ਜਾ ਰਿਹਾ ਹੈ, ਕੋਈ ਮੈਜਿਸਟ੍ਰੇਟ, ਠੀਕ ਹੈ, ਮੈਜਿਸਟ੍ਰੇਟ ਕਿਹੜਾ, ਚਾਹੇ ਉਹ ਐਕਟਿਵ ਮੈਜਿਸਟ੍ਰੇਟ ਹੈ,
ਜੇ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਹੈ। ਵਿਦਨ ਇਸ ਲੋਕਲ ਜੁਰਿਸਡਿਕਸ਼ਨ, ਉਹਦੇ ਆਪਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਜਿਹੜਾ ਹੈਗਾ ਅਫੈਂਸ ਕਮਿਟ ਕਰਦਾ ਹੈ, ਵੈਨ ਐਨੀ ਅਫੈਂਸ ਇਜ਼ ਕਮਿਟਡ ਇਨ ਦਾ ਅਧਿਕਾਰ ਖੇਤਰ ਉਹਦਾ ਜੁਡੀਸ਼ੀਅਲ ਔਰ ਦਾ ਐਗਜ਼ੈਕਟਿਵ ਮੈਜਿਸਟ੍ਰੇਟ, ਠੀਕ ਹੈ, ਉਹਨੂੰ ਪਤਾ ਲੱਗ ਜਾਂਦਾ ਹੈ। ਹੀ ਮੇ ਹਿਮਸੈਲਫ ਅਰੈਸਟ, ਉਹ ਆਪ ਵੀ ਆਪਦੀ ਜਿਹੜੀ ਉਹਦੇ ਨਾਲ ਕੋਈ ਸਿਕਿਉਰਿਟੀ ਹੁੰਦੀ ਹੈ ਉਹਦੇ ਰਾਹੀਂ ਉਹਨੂੰ ਅਰੈਸਟ ਕਰ ਸਕਦਾ ਹੈ, ਜਾਂ ਫਿਰ ਆਰਡਰ ਐਨੀ ਪਰਸਨ ਟੂ ਅਰੈਸਟ ਦਾ ਅਫੈਂਡਰ, ਕਿਸੇ ਵਿਅਕਤੀ ਨੂੰ ਵੀ ਆਰਡਰ ਕਰ ਸਕਦਾ ਹੈ, ਜਾਂ ਉਹਦੇ ਜਿਹੜਾ ਵੀ ਕੋਈ ਉਹਦੇ ਨੇੜੇ ਤੇੜੇ ਹੋਵੇ ਵੀ ਉਹਨੂੰ ਅਰੈਸਟ ਕਰੋ। ਐਂਡ ਮੇ ਦੇ ਆਰ ਫਾਊਂਡ ਸਬਜੈਕਟ ਟੂ ਦਾ ਪ੍ਰੋਵੀਜ਼ਨਸ, ਫਿਰ ਲਾਅ ਦੇ ਮੁਤਾਬਕ ਜਿਹੜੀ ਹੈਗੀ ਬੇਲ ਹੈਗੀ ਉਹਦੀ ਕੀਤੀ ਜਾ ਸਕਦੀ ਹੈ, ਜਾਂ ਫਿਰ ਕਮਿਟ ਦਾ ਅਫੈਂਡਰ ਟੂ ਦਾ ਕਸਟਡੀ, ਜਾਂ ਉਹਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਐਨੀ ਮੈਜਿਸਟ੍ਰੇਟ ਵੈਦਰ ਐਗਜ਼ੈਕਟਿਵ ਔਰ ਜੁਡੀਸ਼ੀਅਲ ਐਨੀ ਟਾਈਮ ਅਰੈਸਟ ਔਰ ਡਾਇਰੈਕਟ ਦਾ ਅਰੈਸਟ in his presence within his local jurisdiction any person for whose arrest he is competent at the time and the circumstances to issue a warrant। ਜਿੱਥੇ ਕੋਈ ਆਫੀਸਰ ਵਾਰੰਟ ਜਾਰੀ ਕਰ ਸਕਦਾ ਹੈ ਉਹਨਾਂ ਕੇਸਾਂ ਦੇ ਵਿੱਚ, ਉਸ ਕੇਸ ਦੇ ਵਿੱਚ, ਠੀਕ ਹੈ, ਜਿਹੜਾ ਮੈਜਿਸਟ੍ਰੇਟ ਹੈ ਉਹ ਉਸ ਵਿਅਕਤੀ ਨੂੰ ਜੇ ਕਿਸੇ ਨੇ ਆਫੈਂਸ ਕਮਿਟ ਕੀਤਾ ਹੋਵੇ ਅਰੈਸਟ ਕੀਤਾ ਜਾ ਸਕਦਾ ਹੈ, ਜੇ ਉਹ ਐਗਜ਼ੈਕਟਿਵ ਮੈਜਿਸਟ੍ਰੇਟ ਹੋਵੇ ਜਾਂ judicial magistrate ਹੋਵੇ। Then ਹੈ section 45 protection of members of the armed forces from the arrest। ਜਿਹੜੇ armed forces ਦੇ ਕੋਈ ਆਫੀਸਰ ਹੁੰਦੇ ਆ, ਠੀਕ ਹੈ, ਫੌਜੀ ਜਿਹਨੂੰ ਆਪਾਂ ਕਹਿ ਲਈਏ, ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਉਹ ਪ੍ਰੋਟੈਕਸ਼ਨ ਦਿੱਤੀ ਗਈ ਹੈ ਸਰਕਾਰ ਵੱਲੋਂ, ਇਸ ਐਕਟ ਦੇ ਵਿੱਚ ਪ੍ਰੋਵੀਜ਼ਨ ਦਿੱਤੀ ਗਈ ਹੈ। ਪਰ ਜੇਕਰ ਫਿਰ ਵੀ ਮੈਂਬਰ notwithstanding anything contained section 41, 42, 4, no member of the armed forces of the union shall be arrested for anything done, ਜਦੋਂ ਉਹ ਆਪਦੀ ਆਫੀਸ਼ੀਅਲ ਸਟੱਡੀ ਦੇ ਆਫੀਸ਼ੀਅਲ ਡਿਊਟੀ ਦੇ ਦੌਰਾਨ ਡਿਸਚਾਰਜ ਕਰ ਰਿਹਾ ਹੋਵੇ, ਆਪਦੀ ਆਫੀਸ਼ੀਅਲ ਡਿਊਟੀ ਡਿਸਚਾਰਜ ਕਰ ਰਿਹਾ ਹੋਵੇ ਤਾਂ ਉਹਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਪਰ ਜੇ ਅਰੈਸਟ ਕਰਨਾ ਹੋਵੇ ਤਾਂ ਸੈਂਟਰਲ ਗਵਰਨਮੈਂਟ ਦੀ ਪਹਿਲਾਂ ਮਨਜ਼ੂਰੀ ਲੈਣੀ ਪਏਗੀ। ਅਰੈਸਟ ਹਾਊ ਮੇਡ, ਅਰੈਸਟ ਕਹਿੰਦਾ ਕਿਵੇਂ ਕੀਤੀ ਜਾ ਸਕਦੀ ਹੈ। ਇਨ ਮੇਕਿੰਗ ਐਨ ਅਰੈਸਟ ਦਾ ਪੁਲਿਸ ਆਫੀਸਰ, ਹੁਣ ਆਪਾਂ ਦੇਖਦੇ ਹਾਂ ਵੀ ਅਰੈਸਟ ਕਿਵੇਂ ਕਰਦੇ ਆ ਪੁਲਿਸ ਵਾਲੇ। ਜਿੱਦਾਂ ਬੰਦਾ ਆਪਣੇ ਆਪ ਹੀ ਆਪਣੇ ਆਪ ਨੂੰ ਸੌਂਪ ਦੇਵੇ ਵੀ ਠੀਕ ਹੈ ਜੀ ਮੈਨੂੰ ਅਰੈਸਟ ਕਰ ਲਓ, ਗੱਲ ਖਤਮ, ਅਰੈਸਟ ਹੋ ਗਿਆ ਉਹਦੀ, ਠੀਕ ਹੈ। ਜੇ ਬੰਦਾ ਕੋਈ ਜਿੱਦ ਫਿੱਦ ਕਰਦਾ ਤਾਂ ਉਹਨੂੰ ਪਕੜਿਆ ਵੀ ਜਾ ਸਕਦਾ ਹੈ, ਉਹਦੇ ਹੱਥ ਵੀ ਲਗਾਈ ਜਾ ਸਕਦੀ ਹੈ। ਇਨ ਮੇਕਿੰਗ ਐਨ ਅਰੈਸਟ ਦਾ ਪੁਲਿਸ ਆਫੀਸਰ or other person making the same shall actually touch or confine the body of the person to be arrested, ਉਸ ਬੰਦੇ ਨੂੰ ਪਕੜ ਕੇ ਅਰੈਸਟ ਕੀਤਾ ਜਾ ਸਕਦਾ ਹੈ, ਠੀਕ ਹੈ, unless there be submission to the custody, ਜੇ ਉਹ ਤੁਹਾਨੂੰ ਜਾਂ ਪੁਲਿਸ ਆਫੀਸਰ ਨੂੰ ਆਪਦੇ ਆਪ ਨੂੰ ਨਹੀਂ ਸੌਂਪਦਾ। if such person forcibly resist, ਜੋ ਜਿਹੜਾ ਵਿਅਕਤੀ ਹੈਗਾ ਜ਼ਬਰਦਸਤੀ ਕਰਦਾ ਹੈ, ਰੋਕਦਾ ਹੈ, ਕੋਸ਼ਿਸ਼ ਕਰਦਾ ਹੈ ਅਰੈਸਟ ਹੋਣ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ, attempts to evade the arrest, ਜਾਂ ਫਿਰ ਭੱਜਣ ਦੀ ਕੋਸ਼ਿਸ਼ ਕਰਦਾ ਹੈ, all necessary means to effect the arrest, ਤਾਂ ਫਿਰ ਸਾਰੇ ਵੀ ਜਿਹੜੇ ਢੰਗ ਤਰੀਕੇ ਹੈਗੇ ਨੇ ਉਹ ਵਰਤੇ ਜਾ ਸਕਦੇ ਨੇ ਉਹਨੂੰ ਅਰੈਸਟ ਕਰਨ ਦੀ ਖਾਤਰ। ਸਰਚ ਆਫ ਪਲੇਸ ਐਂਟਰਡ ਬਾਈ ਦ ਪਰਸਨ sought to be arrested, ਜੇ ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਹੈਗਾ ਉਹਨੂੰ ਅਰੈਸਟ ਕਰਨ ਦੀ ਖਾਤਰ ਜਿਹੜਾ ਹੈਗਾ ਜਿੱਥੇ ਕਿਤੇ ਉਹ ਵਿਅਕਤੀ ਲੱਗਦਾ ਹੈ ਕਿਸੇ ਪੁਲਿਸ ਆਫੀਸਰ ਨੂੰ ਵੀ ਲੁਕਿਆ ਹੋਇਆ ਛਿਪਿਆ ਹੋਇਆ ਹੈ ਤਾਂ ਜਿਹੜਾ ਹੈਗਾ ਉਹ ਪਲੇਸ ਦੀ ਸਰਚ ਕੀਤੀ ਜਾ ਸਕਦੀ ਹੈ। ਇਫ ਐਨੀ ਪਰਸਨ ਐਕਟਿੰਗ ਅੰਡਰ ਏ ਵਾਰੰਟ ਆਫ ਅਰੈਸਟ, ਜਿਹਦੇ ਕੋਲ ਵਾਰੰਟ ਹੈ ਕਿਸੇ ਆਫੀਸਰ ਕੋਲੇ, ਐਨੀ ਪੁਲਿਸ ਆਫੀਸਰ ਹੈਵਿੰਗ ਅਥਾਰਟੀ ਟੂ arrest has reason to believe, ਉਹਨੂੰ ਵਿਸ਼ਵਾਸ ਹੈ that the person to be arrested has entered into within any place, ਕਿਸੇ ਜਗ੍ਹਾ ਤੇ ਲੁਕਿਆ ਹੋਇਆ ਛੁਪਿਆ ਹੋਇਆ ਉਸ ਜਗ੍ਹਾ ਤੇ ਜਾ ਕੇ ਉਸ ਨੂੰ ਬੰਦੇ ਨੂੰ ਅਰੈਸਟ ਕੀਤਾ ਜਾ ਸਕਦਾ ਹੈ। 48 ਕੀ ਹੈ pursuit of the offender into other jurisdictions, very important ਹੈ section 48 ਵੀ ਕੀ ਪੁਲਿਸ ਆਫੀਸਰ a police officer may for the purpose of arresting without warrant, ਬਿਨਾਂ ਵਾਰੰਟ ਤੋਂ ਕਿਸੇ ਬੰਦੇ ਨੂੰ ਕਿੱਥੇ ਜਾ ਕੇ ਅਰੈਸਟ ਕੀਤਾ ਜਾ ਸਕਦਾ ਹੈ, whom he is authorized to arrest, ਠੀਕ ਹੈ। ਉਹਦੇ ਪਿੱਛੇ ਕਿੱਥੇ ਤੱਕ ਜਾਇਆ ਜਾ ਸਕਦਾ ਹੈ, ਉਹ ਕਹਿੰਦਾ all over India, any place in India, ਪੂਰੇ ਭਾਰਤ ਵਰਸ਼ ਦੇ ਵਿੱਚ ਜੇ ਕੋਈ ਬੰਦਾ ਭੱਜ ਕੇ ਚਲਾ ਜਾਂਦਾ ਹੈ ਤਾਂ ਕਿਤੇ ਵੀ ਜਾ ਕੇ ਉਹ ਜਿਹੜਾ ਪੁਲਿਸ ਆਫੀਸਰ ਹੈਗਾ ਉਸ ਨੂੰ ਅਰੈਸਟ ਕਰ ਸਕਦਾ ਹੈ ਬਿਨਾਂ ਵਾਰੰਟਾਂ ਤੋਂ ਵੀ, ਠੀਕ ਹੈ। ਇਹ ਇੰਪੋਰਟੈਂਟ ਹੈਗਾ ਜੀ, ਇਹ ਨਹੀਂ ਹੈਗਾ ਵੀ ਪੁਲਿਸ ਆਫੀਸਰ ਆਪਦੇ ਅਧਿਕਾਰ ਖੇਤਰ ਦੇ ਵਿੱਚ ਹੀ ਅਰੈਸਟ ਕਰ ਸਕਦਾ ਹੈ। ਇਹ ਪੁਲਿਸ ਆਫੀਸਰ may for the purpose of arresting without warrant any person whom he is authorized to arrest pursue, ਉਹਦਾ ਪਿੱਛਾ ਕਰ ਸਕਦਾ ਹੈ such person into any place in India, ਪੂਰੀ ਇੰਡੀਆ ਦੇ ਵਿੱਚ।
then ਹੈਗਾ ਪਰਸਨਸ ਅਰੈਸਟਡ ਟੂ ਬੀ ਇਨਫੋਰਮਡ ਆਫ ਦ ਗਰਾਊਂਡਸ ਆਫ ਅਰੈਸਟ ਐਂਡ ਰਾਈਟ ਟੂ ਬੇਲ। ਪਰ ਇਹ ਵੀ ਹੈਗਾ ਜੇ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਤਾਂ ਉੱਥੇ ਜ਼ਿੰਮੇਵਾਰੀ ਬਣ ਜਾਂਦੀ ਹੈ ਪੁਲਿਸ ਆਫੀਸਰ ਦੀ ਵੀ ਉਹਨੂੰ ਦੱਸਿਆ ਜਾਵੇ ਵੀ ਤੈਨੂੰ ਕਿਉਂ ਅਰੈਸਟ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਹਦਾ ਵੀ ਤੇਰੇ ਕੋਲ ਰਾਈਟ ਹੈਗਾ ਤੁਸੀਂ ਉਹਦਾ ਜਿਹੜੀ ਹੈਗਾ ਜ਼ਮਾਨਤ ਵੀ ਕਰਾ ਸਕਦੇ ਹੋ। ਇਹ ਵੀ ਦੱਸਣਾ ਪੁਲਿਸ ਆਫੀਸਰ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। 53 ਹੈਗਾ ਐਗਜ਼ਾਮੀਨੇਸ਼ਨ ਆਫ ਅਕਿਊਜ਼ਡ ਬਾਈ ਮੈਡੀਕਲ ਪ੍ਰੈਕਟੀਸ਼ਨਰ। ਬਹੁਤ ਫੇਮਸ ਹੈ, ਸੌਰੀ ਇੰਪੋਰਟੈਂਟ ਸੈਕਸ਼ਨ ਹੈਗੀ ਹੈ। ਠੀਕ ਹੈ, ਐਗਜ਼ਾਮੀਨੇਸ਼ਨ ਆਫ ਦਾ ਅਕਿਊਜ਼ਡ ਬਾਈ ਮੈਡੀਕਲ ਪ੍ਰੈਕਟੀਸ਼ਨਰ ਐਟ ਦਾ ਰਿਕੁਐਸਟ ਆਫ ਦਾ ਪੁਲਿਸ ਆਫੀਸਰ। ਕੋਈ ਵੀ ਪੁਲਿਸ ਆਫੀਸਰ ਜਦੋਂ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਹੁੰਦਾ ਹੈ, ਕਿਸੇ ਵੀ offense ਦੇ ਵਿੱਚ ਅਰੈਸਟ ਕੀਤਾ ਹੁੰਦਾ ਕਿਸੇ ਵਿਅਕਤੀ ਨੂੰ, ਤਾਂ ਜਿਹੜਾ ਪੁਲਿਸ ਆਫੀਸਰ ਹੈਗਾ ਉਸਨੂੰ ਉਸ ਤੋਂ ਉਹਦੀ ਜਿਹੜੀ ਹੈਗੀ ਹੈ ਐਗਜ਼ਾਮੀਨੇਸ਼ਨ ਤੋਂ ਕੋਈ ਹੋਰ ਗਰਾਊਂਡ ਲੈਣੀ ਹੋਵੇ, ਉਸਨੇ ਬਣਾਉਣੀ ਹੋਵੇ। ਠੀਕ ਹੈ, ਵੀ ਇਹਨੇ ਸ਼ਰਾਬ ਪੀਤੀ ਵੀ ਹੈ, ਨਸ਼ਾ ਕੀਤਾ ਹੋਇਆ ਹੈ, ਕੋਈ ਇੱਦਾਂ ਦਾ ਕੁਝ ਵੀ ਜਿਹੜਾ ਹੈਗਾ ਹੋਰ ਉਸਦੀ ਜਿਹੜੀ ਇਨਵੈਸਟੀਗੇਸ਼ਨ ਦੇ ਲਈ ਉਹਨੂੰ ਜ਼ਰੂਰਤ ਹੋਵੇ, ਤਾਂ ਕੋਈ ਵੀ ਪੁਲਿਸ ਜਿਹੜਾ ਆਫੀਸਰ ਹੈਗਾ ਉਹ ਕੋਰਟ ਨੂੰ ਰਿਕੁਐਸਟ ਕਰ ਸਕਦਾ ਹੈ ਵੀ ਜਿਹੜਾ ਮੁਜਰਮ ਹੈਗਾ ਇਹਦੀ ਜਿਹੜੀ ਮੈਡੀਕਲ ਐਗਜ਼ਾਮੀਨੇਸ਼ਨ ਕਰਵਾਈ ਜਾਵੇ। ਐਗਜ਼ਾਮੀਨੇਸ਼ਨ ਆਫ ਹਿਸ ਪਰਸਨ ਵਿਲ ਅਫੋਰਡ ਐਵੀਡੈਂਸ। ਠੀਕ ਹੈ, ਲੱਗਦਾ ਉਸਨੂੰ ਵੀ ਇਹ ਐਵੀਡੈਂਸ ਦੇ ਵਿੱਚ ਜਿਹੜਾ ਹੈ ਇਹਦਾ ਜਿਹੜਾ ਮੈਡੀਕਲ ਹੋਏਗਾ ਉਹ ਐਵੀਡੈਂਸ ਦੇ ਵਿੱਚ ਕੰਮ ਆਵੇਗਾ। ਜਿਹੜਾ ਵੀ ਕੋਈ ਕਮਿਸ਼ਨ ਕੋਈ ਪਲੈਨਿੰਗ ਬਣਾਈ ਵੀ ਹੈ ਜਦੋਂ ਜੁਰਮ ਕਮਿਟ ਕੀਤਾ ਹੈ, ਜੇਕਰ ਇਹਦਾ ਜਿਹੜਾ ਮਤਲਬ ਮੈਡੀਕਲ ਹੋ ਜਾਂਦਾ ਹੈ, ਠੀਕ ਹੈ, ਤਾਂ ਉਹ ਐਵੀਡੈਂਸ ਕੰਮ ਆਏਗਾ। ਇਸ ਕਰਕੇ ਕਿਸੇ ਵੀ RMP ਡਾਕਟਰ ਨੂੰ ਕੋਰਟ ਜਿਹੜੀ ਹੈਗੀ ਅਲਾਉ ਕਰ ਸਕਦੀ ਹੈ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ। ਠੀਕ ਹੈ, ਵੀ ਉਹ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਕਰਵਾ ਲਿਆ ਜਾਵੇ। ਜੇ ਕਿਤੇ ਫੀਮੇਲ ਦੀ ਗੱਲ ਆ ਜਾਂਦੀ ਹੈ, ਫੀਮੇਲ ਟੂ ਬੀ ਐਗਜ਼ਾਮਿਨਡ ਅੰਡਰ, ਤਾਂ ਜਿਹੜੀ ਹੈਗੀ ਆ ਉਹ ਜਿਹੜੀ ਫੀਮੇਲ ਡਾਕਟਰ ਹੀ ਉਹਦੀ ਜਿਹੜੀ ਉਹਦਾ ਜਿਹੜਾ ਮੈਡੀਕਲ ਕਰ ਸਕਦੀ ਹੈ। 54th ਐਗਜ਼ਾਮੀਨੇਸ਼ਨ ਆਫ ਅਰੈਸਟਡ ਪਰਸਨ ਬਾਈ ਮੈਡੀਕਲ ਪ੍ਰੈਕਟੀਸ਼ਨਰ ਐਟ ਦਾ ਰਿਕੁਐਸਟ ਆਫ ਦਾ ਅਰੈਸਟਡ ਪਰਸਨ। ਜਿਹੜਾ ਅਰੈਸਟਡ ਪਰਸਨ ਹੈਗਾ ਜਿਹਨੂੰ ਅਰੈਸਟ ਕੀਤਾ ਗਿਆ ਹੈਗਾ, ਜੇ ਉਹਨੂੰ ਖਤਰਾ ਹੈ ਇਸ ਗੱਲ ਦਾ ਵੀ ਮੈਨੂੰ ਪੁਲਿਸ ਕੁੱਟੇਗੀ, ਮਾਰੇਗੀ, ਠੀਕ ਹੈ, ਮੇਰਾ ਜਿਹੜਾ ਹੈਗਾ ਨੁਕਸਾਨ ਹੋਏਗਾ, ਬੋਡੀ ਦਾ ਨੁਕਸਾਨ ਹੋਏਗਾ, ਤਾਂ ਵਿਅਕਤੀ ਵੀ ਜਦੋਂ ਕੋਰਟ 'ਚ ਉਸਨੂੰ ਪੇਸ਼ ਕੀਤਾ ਜਾਂਦਾ ਹੈ, ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ, ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ, ਉੱਥੇ ਰਿਕੁਐਸਟ ਕਰ ਸਕਦਾ ਵੀ ਮੇਰਾ ਜਿਹੜਾ ਹੈਗਾ ਮੈਡੀਕਲ ਕਰਵਾਇਆ ਜਾਵੇ ਪਹਿਲਾਂ, ਤਾਂ ਕਿ ਜੇ ਬਾਅਦ ਵਿੱਚ ਮੈਨੂੰ ਪੁਲਿਸ ਤਸੀਹੀ ਦਿੰਦੀ ਹੈ, ਮਾਰਦੀ ਕੁੱਟਦੀ ਹੈਗੀ ਹੈ, ਠੀਕ ਹੈ, ਤਾਂ ਕਿ ਪਤਾ ਲੱਗ ਸਕੇ ਵੀ ਮੇਰਾ ਕੋਈ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਹੈਗਾ। accused of rape ਹੈ। ਹਾਂਜੀ accused of rape। ਹਾਂਜੀ 53A accused of rape ਹੈ ਨਾ, ਰੇਪ ਦੇ ਉਹਦੇ ਵਿੱਚ। ਨਹੀਂ ਰੇਪ ਦੀ ਤਾਂ ਕੋਈ ਗੱਲ ਨਹੀਂ ਹੈਗੀ। 53A ਲਿਖਿਆ ਹੈ। 53A ਮੇਰੀ ਬੁੱਕ 'ਚ ਨਹੀਂ ਹੈਗਾ, ਚਲੋ ਮੈਂ ਵੀ ਕਰ ਲਿਓ, ਕੋਈ ਗੱਲ ਨਹੀਂ ਹੋਏਗਾ। 54 ਦੇ ਵਿੱਚ ਹੈਗਾ ਕੋਈ ਜਿਹੜਾ ਪਰਸਨ ਹੈ ਅਕਿਊਜ਼ਡ ਹੈ, ਜਿਹਨੂੰ ਅਰੈਸਟ ਕੀਤਾ ਪੁਲਿਸ ਨੇ, ਠੀਕ ਹੈ, ਉਹ ਵਿਅਕਤੀ ਵੀ ਆਪਦੇ ਮੈਡੀਕਲ ਦੇ ਲਈ ਜਿਹੜੇ ਹੈਗਾ ਕੋਰਟ ਨੂੰ ਰਿਕੁਐਸਟ ਕਰ ਸਕਦਾ ਹੈ। ਫਿਰ ਜਿਹੜੀ ਕੋਰਟ ਹੈ ਅਲਾਉ ਕਰ ਸਕਦੀ ਹੈ ਵੀ ਕਿਸੇ RMP ਡਾਕਟਰ ਤੋਂ ਜਿਹੜੀ ਹੈਗੀ ਇਹਦੀ ਮੈਡੀਕਲ ਐਗਜ਼ਾਮੀਨੇਸ਼ਨ ਕਰਵਾ ਲਿਆ ਜਾਵੇ। ਮੈਜਿਸਟ੍ਰੇਟ ਸ਼ੈਲ ਇਫ ਰਿਕੁਐਸਟਡ ਬਾਈ ਦਾ ਅਰੈਸਟਡ ਪਰਸਨ ਡਾਇਰੈਕਟ ਦਾ ਐਗਜ਼ਾਮੀਨੇਸ਼ਨ ਆਫ ਦਾ ਬੋਡੀ ਆਫ ਸਚ ਪਰਸਨ ਬਾਈ ਅ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ। ਜੇਕਰ ਲੱਗਦਾ ਹੈ ਕੋਰਟ ਨੂੰ ਵੀ ਹਾਂ ਇਸ ਕਰਨ ਦੇ ਵਿੱਚ ਕੋਈ ਡਿਲੇ ਨਹੀਂ ਹੋ ਰਹੀ, ਕੋਈ ਵੇਸਟਿੰਗ ਆਫ ਟਾਈਮ ਨਹੀਂ ਹੈਗਾ, ਠੀਕ ਹੈ, ਇਹ ਕਰਾ ਲੈਣਾ ਜ਼ਰੂਰੀ ਹੈਗਾ, ਠੀਕ ਹੈ, ਉਹਦੀ ਜਿਹੜੀ ਰਿਕੁਐਸਟ ਹੈ ਉਹ ਠੀਕ ਹੈਗੀ ਹੈ, ਤਾਂ ਜਿਹੜੀ ਕੋਰਟ ਹੈ ਅਲਾਉ ਕਰ ਸਕਦੀ ਹੈ। 57 ਹੈਗਾ ਪਰਸਨਸ ਅਰੈਸਟਡ not to be detained more than 24 hours। very important section ਹੈ ਜੀ, ਠੀਕ ਹੈ, ਜਿਹੜਾ ਕੁਝ sections relevant ਨਹੀਂ ਹੈਗੇ, ਮੈਂ ਉਹਤੇ ਟਾਈਮ ਖਰਾਬ ਨਹੀਂ ਕਰ ਰਿਹਾ। 57 persons arrested not to be detained more than 24 hours। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ, ਹਰ ਬੰਦੇ ਨੂੰ ਪਤਾ ਹੈ, ਅਨਪੜ੍ਹ ਨੂੰ ਵੀ ਪਤਾ ਹੈਗਾ ਕਿ 24 ਘੰਟੇ ਦੇ ਅੰਦਰ ਅੰਦਰ ਕੋਈ ਬੰਦਾ ਜੇ ਪੁਲਿਸ ਨੇ ਕਿਸੇ ਕੇਸ ਦੇ ਵਿੱਚ ਕਿਸੇ offense ਦੇ ਵਿੱਚ ਅਰੈਸਟ ਕੀਤਾ ਹੈ ਤਾਂ ਉਸਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜਾ ਹੈਗਾ ਉਸ ਇਲਾਕੇ ਦੀ ਜਿਹੜੀ ਮੈਜਿਸਟ੍ਰੇਟ ਹੈਗੇ ਆ ਉਸ ਇਲਾਕੇ ਦੇ ਮੈਜਿਸਟ੍ਰੇਟ ਦੇ ਕੋਰਟ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ। ਪਰ ਇੱਥੇ ਕੀ ਹੈਗਾ, ਇੱਥੇ ਥੋੜਾ ਜਿਹਾ ਪੁਆਇੰਟ ਕਿਹਾ ਹੈ, exceed 24 hours exclusive of the time necessary for the journey from the place of arrest to the court of the magistrate। ਜਿੱਥੇ ਉਸ ਨੂੰ ਅਰੈਸਟ ਕੀਤਾ ਗਿਆ, ਠੀਕ ਹੈ, ਉੱਥੋਂ ਲੈ ਕੇ ਆਉਣ ਦੇ ਵਿੱਚ ਕੋਰਟ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ, ਠੀਕ ਹੈ, 24 ਘੰਟਿਆਂ ਤੋਂ ਉਹ ਜਿਹੜਾ ਸਮਾਂ ਉਹ ਕੱਢ ਕੇ ਤਾਂ 24 ਘੰਟੇ ਪੂਰੇ ਕੀਤੇ ਜਾ ਸਕਦੇ ਹੈ। ਮਤਲਬ ਉਸ ਸਮੇਂ ਨੂੰ 24 ਘੰਟੇ ਦੇ ਵਿੱਚ ਨਹੀਂ ਲੈਣਾ ਹੈਗਾ, ਜਰਨੀ ਦਾ ਜਿਹੜਾ ਸਮਾਂ ਹੈਗਾ। ਪੁਲਿਸ ਟੂ ਰਿਪੋਰਟ ਐਪਰੀਹੈਂਸ਼ਨਸ। ਕੋਈ ਵੀ ਕਿਸੇ ਵੀ ਵਿਅਕਤੀ ਨੂੰ ਕੋਈ ਪੁਲਿਸ ਅਰੈਸਟ ਕਰਦੀ ਹੈਗੀ ਹੈ, ਠੀਕ ਹੈ, ਐਪਰੀਹੈਂਸ਼ਨ ਕਰਦੇ ਕਿਸੇ ਦੀ, ਤਾਂ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦਾ ਹੈ ਉਹਨੂੰ ਜਿਹੜੀ ਹੈਗੀ ਹੈ ਰਿਪੋਰਟ ਕੀਤੀ ਜਾਂਦੀ ਹੈ ਜਾਂ ਸਬ ਡਿਵੀਜ਼ਨ ਮੈਜਿਸਟ੍ਰੇਟ ਨੂੰ, ਔਰ ਇਫ ਹੀ ਸੋ ਡਾਇਰੈਕਟਸ ਦਾ ਸਬ ਡਿਵੀਜ਼ਨ SDM ਜਿਹੜੀ ਹੈਗੀ ਹੈ ਰਿਪੋਰਟ ਕੀਤੀ ਜਾਂਦੀ ਹੈ। ਜੇ ਕੋਈ ਵਿਅਕਤੀ ਪਕੜਿਆ ਗਿਆ ਤਾਂ ਜਿਹੜਾ ਹੈਗਾ ਉਸ ਨੂੰ
ਜਿਹੜਾ ਬੌਂਡ ਹੈਗਾ ਜਾਂ ਬੇਲ ਤੇ ਵੀ ਜਿਹੜਾ ਹੈਗਾ ਰਿਲੀਜ਼ ਕੀਤਾ ਜਾ ਸਕਦਾ ਹੈ। 60 ਪਾਵਰ ਔਨ ਐਸਕੇਪ ਟੂ ਪਰਸੂ ਐਂਡ ਰੀਟੇਕ, ਪਾਵਰ ਔਨ ਐਸਕੇਪ ਟੂ ਪਰਸੂ ਐਂਡ ਰੀਟੇਕ। ਦੇਖੋ ਇਹ ਵੀ ਇੰਪੋਰਟੈਂਟ ਸੈਕਸ਼ਨ ਹੈਗੀ ਹੈ, ਠੀਕ ਹੈ। ਕੋਈ ਵਿਅਕਤੀ ਜਿਹੜਾ ਹੈਗਾ ਪਕੜਿਆ ਹੋਇਆ ਹੈਗਾ, ਇਫ ਅ ਪਰਸਨ ਇਨ ਲਾਫੁਲ ਕਸਟਡੀ, ਲਾਫੁਲ ਕਸਟਡੀ ਦੇ ਵਿੱਚ ਹੈ, ਪਕੜਿਆ ਹੋਇਆ ਹੈ ਪੁਲਿਸ ਨੇ, ਠੀਕ ਹੈ, ਔਰ ਇਜ਼ ਰੈਸਕਿਊਡ, ਆਪਣੇ ਆਪ ਨੂੰ ਬਚਾ ਕੇ ਭੱਜ ਜਾਂਦਾ ਹੈ, ਠੀਕ ਹੈ, ਕਿਸੇ ਵੀ ਤਰੀਕੇ ਦੇ ਨਾਲ ਐਸਕੇਪ ਹੋ ਜਾਂਦਾ ਹੈ, ਠੀਕ ਹੈ, ਬਚਾ ਕੇ ਭੱਜ ਜਾਂਦਾ ਆਪਣੇ ਆਪ ਨੂੰ। ਦ ਪਰਸਨ ਫਰੋਮ ਹੂਜ਼ ਕਸਟਡੀ ਹੀ ਐਸਕੇਪਡ, ਜਿਸ ਵਿਅਕਤੀ ਦੀ ਕਸਟਡੀ ਦੇ ਵਿੱਚ ਉਹ ਬੰਦਾ ਜਿਹੜਾ ਭੱਜ ਕੇ ਗਿਆ ਔਰ ਵਾਜ਼ ਐਸਕਿਊਡ, ਮੇ ਇਮੀਡੀਏਟਲੀ, ਉਹ ਜਿਹੜਾ ਵਿਅਕਤੀ ਹੈਗਾ ਪੁਲਿਸ ਆਫੀਸਰ ਹੈਗਾ, ਉਹ ਇਮੀਡੀਏਟਲੀ ਉਹਦੇ ਪਿੱਛੇ ਜਾ ਸਕਦਾ ਹੈ, ਪਰਸੂ ਐਂਡ ਅਰੈਸਟ ਹਿਮ ਇਨ ਐਨੀ ਪਲੇਸ ਇਨ ਇੰਡੀਆ, ਪੂਰੇ ਇੰਡੀਆ ਦੇ ਵਿੱਚ ਉਹਦਾ ਪਿੱਛਾ ਕੀਤਾ ਜਾ ਸਕਦਾ ਹੈ ਉਸ ਅਧਿਕਾਰੀ ਵੱਲੋਂ ਜਿਹਦੀ ਕਸਟਡੀ ਦੇ ਵਿੱਚ ਉਹ ਭੱਜ ਕੇ ਗਿਆ। ਇਨ ਇੰਡੀਆ, ਪੂਰੇ ਵਰਲਡ ਇੰਡੀਆ ਦੇ ਵਿੱਚ ਜਾ ਸਕਦਾ ਉਹ, ਇਹ ਨਹੀਂ ਹੈਗਾ ਵੀ ਉਹ ਅਧਿਕਾਰ ਖੇਤਰ 'ਚ ਕਿੱਥੇ ਗਿਆ ਹੈਗਾ, ਉਹ ਤੋਂ ਬਾਅਦ ਉਸੇ ਪੁਲਿਸ ਅਫਸਰ ਨੇ ਨਹੀਂ ਜਾਣਾ ਹੈਗਾ। ਪ੍ਰੋਸੈਸ ਟੂ ਕੰਪੈਲ ਦਾ ਅਪੀਅਰੈਂਸ, ਇਸ ਗੱਲ ਆ ਗਈ ਸਮਨਿੰਗ ਦੀ, ਠੀਕ ਹੈ। ਜਦੋਂ ਕਿਸੇ ਵਿਅਕਤੀ ਨੂੰ ਜਿਹੜੀ ਹੈਗੀ ਹੈ ਉਹਦੀ ਕੰਪਲਸ਼ਨ ਹੋਵੇ ਕੋਰਟ ਨੂੰ, ਤੇ ਕਿਸੇ ਵਿਅਕਤੀ ਨੂੰ ਬੁਲਾਉਣਾ ਹੋਵੇ ਕੋਰਟ ਦੇ ਵਿੱਚ, ਤਾਂ ਉਹਦੀ ਸਮਨਿੰਗ ਕੀਤੀ ਜਾ ਸਕਦੀ ਹੈ, ਜਿਹਦੀ ਸਮਨ ਹੁੰਦੀ ਹੈ। ਰਾਈਟਿੰਗ 'ਚ ਹੋਏਗੀ ਜਿਹੜੀ ਸਮਨ ਹੁੰਦੇ, ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਸਮਨ ਕਿਹੜੇ ਕਿਹੜੇ ਹੁੰਦੇ, ਸਮਨ ਰਾਈਟਿੰਗ 'ਚ ਹੁੰਦੇ ਨੇ, ਡੁਪਲੀਕੇਟ ਹੁੰਦੇ, ਕਾਪੀ ਨਾਲ ਲੱਗੀ ਹੁੰਦੀ ਹੈ। ਕੰਸਰਨਿੰਗ ਜਿਹੜਾ ਆਫੀਸਰ ਹੈਗਾ, ਜਿਹੜਾ ਸਮਨ ਜਾਰੀ ਕਰਦਾ, ਜਿਹੜੀ ਕੋਰਟ ਹੈਗੀ ਆ, ਉਹਦੇ ਸਾਈਨ ਹੋਏ ਹੁੰਦੇ ਤੇ ਮੋਹਰ ਲੱਗੀ ਹੁੰਦੀ ਹੈ, ਠੀਕ ਹੈ। ਬਾਕੀ ਜਿਹੜਾ ਹਾਈ ਕੋਰਟ ਦਾ ਕੋਈ ਪ੍ਰੋਸੈਸ ਹੁੰਦਾ ਉਹ ਅਪਣਾਇਆ ਜਾਂਦਾ ਹੈ। 62 'ਚ ਕੀ ਹੈ, ਸਮਨਸ ਹਾਊ ਸਰਵ, ਜਿਹੜੇ ਸਮਨ ਨੇ ਕਿਵੇਂ ਸਰਵ ਕੀਤੇ ਜਾਂਦੇ ਆ ਕ੍ਰਿਮੀਨਲ ਕੋਰਟਾਂ ਦੇ ਵਿੱਚ। ਕ੍ਰਿਮੀਨਲ ਕੋਰਟਾਂ ਜਿਹੜੇ ਸਮਨ ਸਰਵ ਕੀਤੇ ਜਾਂਦੇ ਆ, ਉਹ ਪੁਲਿਸ ਆਫੀਸਰ ਲੈ ਕੇ ਜਾਂਦਾ ਹੈ ਜਾਂ ਕੋਈ ਹੋਰ ਆਫੀਸਰ ਜਿਹਨੂੰ ਸਟੇਟ ਗਵਰਨਮੈਂਟ ਵੱਲੋਂ ਤਰਾਈ ਕੀਤਾ ਜਾਂਦਾ ਹੈ, ਠੀਕ ਹੈ। ਅਦਰ ਪਬਲਿਕ ਸਰਵੈਂਟ, ਕੋਈ ਵੀ ਹੋ ਸਕਦਾ ਹੈ ਜਿਹਨੂੰ ਅਥਾਰਟੀ ਦਿੱਤੀ ਗਈ ਹੋਵੇ। ਦ ਸਮਨਸ ਸ਼ੈਲ ਇਫ ਪ੍ਰੈਕਟੀਕੇਬਲ, ਜੇਕਰ ਸੰਭਵ ਹੋਵੇ ਕਹਿੰਦੇ, ਤਾਂ ਜਿਹੜਾ ਸਮਨ ਹੈਗਾ ਕ੍ਰਿਮੀਨਲ ਕੇਸ ਦੇ ਵਿੱਚ, ਜਿਹੜਾ ਸਮਨ ਹੈਗਾ ਉਹ ਵਿਅਕਤੀ ਨੂੰ, ਕੰਸਰਨਡ ਪਰਸਨ ਨੂੰ ਪਰਸਨਲੀ ਦੇਣਾ ਹੁੰਦਾ ਹੈ। ਬਾਈ ਡਿਲੀਵਰਿੰਗ ਔਰ ਟੈਂਡਰਿੰਗ ਟੂ ਹਿਮ ਵਨ ਆਫ ਦਾ ਡੁਪਲੀਕੇਟ ਆਫ ਦਾ ਸਮਨਸ, ਇੱਕ ਕਾਪੀ ਉਹਨੂੰ ਦੇਣੀ ਹੁੰਦੀ ਹੈ, ਦੂਜੀ ਦੇ ਉਹਦੇ ਸਾਈਨ ਲੈਣੇ ਹੁੰਦੇ ਹੈ, ਠੀਕ ਹੈ। और सीध भी ली जा सकती है समन देके। नेक्स्ट 63 सर्विस ऑफ समन्स ऑन कारपोरेट बॉडीज एंड द सोसाइटीज। जिन्हें बड़े बड़े कारपोरेट बॉडी होंगे जो उसके खिलाफ कोई क्रिमिनल मुकदमा आ जाता है, कोई सोसाइटी है, कोई कारपोरेट बॉडी है, बड़े जिवें कि कारपोरेट सैक्टर के ਜਿਹੜੇ व्यक्ति काम करते हैं उन्होंने सैक्टरीज होंगे, उन्होंने अथोराइज एजेंट होंगे, उन्होंने मैनेजर होंगे हैं, प्रिंसीपल ऑफिस उनका बनाया है होंगे एक, ठीक है, प्रिंसीपल ऑफिसर होंगे हैं उस ऑफिस के कारपोरेशन के ਜਿਹੜਾ ਸਮਨ ਹੈਗਾ ਉੱਥੇ ਵੀ ਭੇਜਿਆ ਜਾ ਸਕਦਾ ਹੈ, ਦੈਟ ਇਜ਼ ਸਫੀਸ਼ੀਐਂਟ ਸਮਨਿੰਗ। 64 ਕੀ ਸਰਵਿਸ when persons summoned cannot be found, ਜਦੋਂ ਕੋਈ ਵਿਅਕਤੀ ਹੈਗਾ ਜਿਨ੍ਹਾਂ ਤੇ ਸਮਨ ਕੀਤਾ ਗਿਆ ਉਹ ਬੰਦਾ ਨਹੀਂ ਮਿਲ ਰਿਹਾ ਆਪ, ਤਾਂ ਕੀ ਜਿਹੜਾ ਹੈਗਾ ਜਿਹੜਾ ਸਮਨ ਹੈ ਉਸ ਫੈਮਿਲੀ, ਦੇਖੋ CPC ਅਸੀਂ ਪੜ੍ਹਿਆ ਸੀਗਾ ਵੀ ਜਿਹੜਾ ਸਮਨ ਹੈ ਉਹਦੇ ਪਰਿਵਾਰ ਦੇ ਅਡਲਟ ਮੈਂਬਰ ਨੂੰ ਮੇ ਬੀ ਮੇਲ ਮੇ ਬੀ ਫੀਮੇਲ ਦਿੱਤਾ ਜਾ ਸਕਦਾ ਹੈ, ਪਰ ਜਿਹੜੀ CRPC ਹੈ, CRPC ਦੇ ਵਿੱਚ ਫੀਮੇਲ ਦੀ ਗੱਲ ਖਤਮ ਹੋ ਗਈ, ਇੱਥੇ ਅੱਗੇ ਅਡਲਟ ਮੇਲ ਮੈਂਬਰ ਦੀ ਗੱਲ ਕੀਤੀ ਹੈ ਇਕੱਲੇ ਦੀ, ਠੀਕ ਹੈ। ਜਿਹੜਾ ਸਮਨ ਹੈਗਾ ਉਹ CRPC ਦੇ ਵਿੱਚ ਅਡਲਟ ਮੇਲ ਮੈਂਬਰ ਆਫ ਦਾ ਫੈਮਿਲੀ ਰੈਜ਼ਾਈਡਿੰਗ ਵਿਦ ਹਿਮ, ਉਸ ਵਿਅਕਤੀ ਦੇ ਨਾਲ ਜਿਹੜੀ ਫੈਮਿਲੀ ਰਹਿ ਰਹੀ ਹੈ ਉਸ ਫੈਮਿਲੀ ਦਾ ਕੋਈ ਅਡਲਟ ਮੇਲ ਮੈਂਬਰ ਹੈਗਾ, ਉਹਨੂੰ ਜਿਹੜਾ ਸਮਨ ਹੈਗਾ ਦਿੱਤਾ ਜਾ ਸਕਦਾ ਹੈ। ਤੇ ਜਿਹੜੀ ਰਿਸੀਵ ਉਹਨੂੰ ਇੱਕ ਡੁਪਲੀਕੇਟ ਕਾਪੀ ਦਿੱਤੀ ਜਾਏਗੀ ਤੇ ਨਾਲ ਉਹ ਤੋਂ ਰਿਸੀਵਿੰਗ ਲਈ ਜਾਏਗੀ ਜਿਸ ਨੂੰ ਸਮਨ ਦਿੱਤਾ ਗਿਆ। ਜੇ ਕੋਈ ਸਰਵੈਂਟ ਦੀ ਗੱਲ ਕੀਤੀ ਗਈ ਹੈ, ਕਹਿੰਦਾ ਜਿਹੜਾ ਸਰਵੈਂਟ ਹੈਗਾ ਸਰਵੈਂਟ ਫੈਮਿਲੀ ਦਾ ਮੈਂਬਰ ਨਹੀਂ ਹੋਏਗਾ, ਇਹ ਆਪਣੇ CPC 'ਚ ਵੀ ਆਇਆ ਸੀਗਾ, ਉੱਥੇ ਵੀ ਇਹੀ ਗੱਲ ਕਹੀ ਗਈ ਵੀ ਜਿਹੜਾ ਸਰਵੈਂਟ ਹੈ he is not to be presumed as a family member। 65 ਹੈਗਾ ਫਿਰ ਪ੍ਰੋਸੀਜਰ when service cannot be affected as before provided, ਜਿਹੜੇ ਉੱਪਰਲੇ ਸੈਕਸ਼ਨ ਅਸੀਂ ਪੜ੍ਹੇ ਨੇ 64 63 64, ਉਹਦੇ ਵਿੱਚ ਜੇ ਸਰਵਿਸ ਕਹਿੰਦੇ ਸੰਬੰਧੀ ਨਹੀਂ ਹੋ ਸਕਦੀ ਤਾਂ ਕੀ ਤਰੀਕਾ ਹੈਗਾ ਫਰਦਰ, ਉਹੀ ਤਰੀਕਾ ਜਿਵੇਂ ਆਪਾਂ CPC ਪੜ੍ਹ ਕੇ ਗਿਆ, ਫਿਕਸ ਦਾ ਡੁਪਲੀਕੇਟ ਕਾਪੀ ਕੌਨਸਪੀਕਸ ਪਲੇਸ, ਕਿਸੇ ਸਾਂਝੀ ਜਗ੍ਹਾ ਦੇ ਉੱਪਰ ਜਾਂ ਘਰ ਦੇ ਉੱਪਰ, ਠੀਕ ਹੈ, ਉਹਦੇ ਹੋਮ ਦੇ ਉੱਪਰ ਜਿਹੜੀ ਹੈਗੀ ਕਾਪੀ ਲਗਾਈ ਜਾ ਸਕਦੀ ਹੈ, ਠੀਕ ਹੈ, ਪੇਸ਼ ਕੀਤੀ ਜਾ ਸਕਦੀ ਹੈ ਕਾਪੀ ਸੰਬੰਧੀ। 66 ਕੀ ਹੈ ਸਰਵਿਸ ਔਨ ਦਾ ਗਵਰਨਮੈਂਟ ਸਰਵੈਂਟ, ਜੇ ਕਿਤੇ ਗਵਰਨਮੈਂਟ ਸਰਵੈਂਟ ਨੂੰ ਕੋਈ ਸਮਨ ਕਰਵਾਉਣਾ ਹੋਵੇ
CRPC ਦੇ ਤਹਿਤ, ਤਾਂ ਜਿਹੜਾ ਉਹਦਾ ਜਿੱਥੇ ਉਹ ਡਿਊਟੀ ਕਰ ਰਿਹਾ ਹੈ ਉਹਦੇ ਹੈੱਡ ਆਫ ਦਾ ਆਫਿਸ ਨੂੰ ਹੀ ਜਿਹੜਾ ਸਮਨ ਹੈ ਦਿੱਤਾ ਜਾ ਸਕਦਾ ਹੈ। 67 ਕੀ ਸਰਵਿਸ ਆਫ ਸਮਨਸ ਆਊਟਸਾਈਡ ਲੋਕਲ ਲਿਮਿਟਸ, ਜਿੱਥੇ ਕਿਤੇ ਕੋਰਟ ਦੀ ਜਿਹੜੀ ਜੁਰਿਸਡਿਕਸ਼ਨ ਹੈਗੀ ਹੈ ਉਹ ਕੋਰਟ ਦੀ ਜੁਰਿਸਡਿਕਸ਼ਨ ਤੋਂ ਬਾਹਰ ਕੋਈ ਵਿਅਕਤੀ ਰਹਿ ਰਿਹਾ ਹੈ, ਉਹਦੀ ਸਮਨਿੰਗ ਕਰਵਾਉਣੀ ਹੈ, ਤਾਂ ਸਮਨਿੰਗ ਕਿਵੇਂ ਹੋਏਗੀ? ਆਊਟਸਾਈਡ ਇਟਸ ਲੋਕਲ ਜੁਰਿਸਡਿਕਸ਼ਨ, ਤਾਂ ਜਿਹੜਾ ਸਮਨ ਹੈਗਾ ਉਸ ਏਰੀਆ ਭੇਜਿਆ ਜਾਵੇਗਾ, ਉਸ ਮੈਜਿਸਟ੍ਰੇਟ ਨੂੰ ਭੇਜਿਆ ਜਾਵੇਗਾ ਜਿਹੜਾ ਵਿਅਕਤੀ ਜਿਸ ਮੈਜਿਸਟ੍ਰੇਟ ਦੇ ਅਧਿਕਾਰ ਖੇਤਰ ਦੇ ਵਿੱਚ ਰਹਿ ਰਿਹਾ ਹੈ, ਕੰਮ ਕਰ ਰਿਹਾ ਹੈ ਜਾਂ ਕੋਈ ਬਿਜ਼ਨਸ ਕਰ ਰਿਹਾ ਆਪਣਾ, ਉਸ ਕੋਰਟ ਨੂੰ ਭੇਜਿਆ ਜਾਵੇਗਾ। ਉਹ ਜਿਹੜੀ ਕੋਰਟ ਹੈਗੀ ਹੈ ਉਹ ਸਮਨਿੰਗ ਦੀ ਜਿਹੜੀ ਹੈਗੀ ਹੈ ਸਰਵਿਸ ਕਰਵਾਏਗੀ ਆਪਣੇ ਅਧਿਕਾਰੀਆਂ ਰਾਹੀਂ। ਨੈਕਸਟ ਹੈ ਸੈਕਸ਼ਨ 68 ਪ੍ਰੂਫ ਆਫ ਸਰਵਿਸ ਇਨ ਸੱਚ ਕੇਸਸ ਐਂਡ ਵੈਨ ਸਰਵਿਸ ਆਫਿਸਰ ਨਾਟ ਪ੍ਰੈਜ਼ੈਂਟ। ਉਹ ਕਹਿੰਦੇ ਵੀ ਜਦੋਂ ਕਿਤੇ ਸਮਨ ਦੀ ਸਰਵਿਸ ਹੋਈ ਹੈ, ਠੀਕ ਹੈ, ਤਾਂ ਸਰਵਿਸ ਕਰਨ ਵਾਲਾ ਜਿਹੜਾ ਅਧਿਕਾਰੀ ਸੀਗਾ ਉਹ ਅੱਗੇ ਦੇ ਅੱਗੇ, ਜਿਵੇਂ ਕਿ ਸਮਨਿੰਗ ਲਈ ਤਹਿਸੀਲਦਾਰ ਕੋਲ ਕਾਪੀ ਆਈ, ਤਹਿਸੀਲਦਾਰ ਨੇ ਅੱਗੇ ਆਪਣੇ ਕੰਸਰਨਡ ਪਿਆਦੇ ਨੂੰ ਜਿਹੜਾ ਹੈਗਾ ਸੇਵਾਦਾਰ ਨੂੰ ਦਿੱਤੀ, ਇੱਦਾਂ ਕਰਕੇ ਜਿਹੜਾ ਸਮਨ ਹੈਗਾ ਉਹ ਸਰਵਿਸ ਹੋ ਗਿਆ, ਠੀਕ ਹੈ। ਸਰਵਿਸ ਹੋਣ ਤੋਂ ਬਾਅਦ ਜਿਹੜਾ ਸਮਨ ਹੁੰਦਾ ਹੈ, ਆਪਾਂ ਕਿਹੜੀ ਵੀ ਕੋਰਟ ਦੇ ਵਿੱਚ ਉਹ ਸਮਨ ਕੋਈ ਆਉਂਦਾ ਹੈ, ਜਿਵੇਂ ਅਕਸਰ ਤਹਿਸੀਲਦਾਰਾਂ ਦੇ ਪਾਸ ਸਮਨ ਆਉਂਦੇ ਰਹਿੰਦੇ ਨੇ, CPC ਦੇ ਤਹਿਤ ਰੈਵਨਿਊ ਕੋਰਟਾਂ ਵਾਲੇ ਸਮਨ ਆਉਂਦੇ ਰਹਿੰਦੇ ਨੇ, FCR ਦੇ ਸਮਨ ਆਉਂਦੇ ਹੈ, ਕਮਿਸ਼ਨਰ ਦੇ ਸਮਨ ਆਉਂਦੇ ਹੈ, ਠੀਕ ਹੈ। ਸਾਰੀ ਕਾਰਵਾਈ ਕਰਨ ਉਪਰੰਤ ਜਿਹੜੇ ਸਮਨ ਹੁੰਦੇ ਨੇ, ਦੇਖੋ ਜਿੰਨੇ ਵੀ ਦਾਅਵੇ ਕੋਰਟਾਂ 'ਚ ਚੱਲਦੇ ਨੇ, ਵੱਡੀਆਂ ਕੋਰਟਾਂ ਦੇ ਵਿੱਚ FCR ਦੀ ਅਦਾਲਤ ਹੈ, ਕਮਿਸ਼ਨਰ ਦੀ ਅਦਾਲਤ ਹੈ, ਦਾਅਵੇ ਤਾਂ ਉਹੀ ਹੁੰਦੇ ਨੇ ਜਿਹੜੇ ਤੁਸੀਂ ਪਹਿਲਾਂ ਫੈਸਲਾ ਕੀਤੇ ਹੁੰਦੇ ਨੇ। ਅਪੀਲਾਂ 'ਚ ਜਾਂਦੇ ਆ, ਉੱਥੇ ਤੁਹਾਡੇ ਕੇਸ ਜਿਹੜੀਆਂ ਪਾਰਟੀਆਂ ਹੁੰਦੀਆਂ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਹੀ ਰਹਿੰਦੀਆਂ ਹੁੰਦੀਆਂ ਨੇ, ਜਿਹੜੀ ਤੁਸੀਂ ਸਮਨਿੰਗ ਕਰਵਾਉਣੀ ਹੈ ਉਹ ਕਮਿਸ਼ਨਰ ਜਾਂ FCR ਦੀਆਂ ਜਿਹੜੀਆਂ ਅਦਾਲਤਾਂ ਹੁੰਦੀਆਂ ਨੇ ਉਹ ਡਾਇਰੈਕਟ ਸਮਨਿੰਗ ਨਹੀਂ ਕਰਾਉਂਦੀਆਂ। ਉਹਦੀ ਜਿਹੜੀ ਸਮਨਿੰਗ ਹੁੰਦੀ ਹੈ ਉਹ ਆਪਣੀ ਤਹਿਸੀਲਾਂ ਦੇ ਰਾਹੀਂ ਹੀ ਹੁੰਦੀ ਹੈ, ਜਿਸ ਤਹਿਸੀਲਾਂ 'ਚ ਰਹਿਣ ਵਾਲਾ ਉਹ ਵਿਅਕਤੀ ਹੋਵੇ। ਇਸੇ ਤਰੀਕੇ ਜਿਹੜੀ ਗੱਲ ਕੀਤੀ ਗਈ ਹੈ ਇਸ ਦੇ ਵਿੱਚ, ਜਦੋਂ ਕੋਈ ਸਮਨਿੰਗ ਕਿਸੇ ਐਨ ਐਫੀਡੇਵਿਟ ਪ੍ਰਪੋਰਟਿੰਗ ਟੂ ਬੀ ਮੇਡ ਬਿਫੋਰ ਏ ਮੈਜਿਸਟ੍ਰੇਟ, ਜਦੋਂ ਸਮਨ ਕਿਸੇ ਆਫਿਸਰ ਨੇ ਕਰਾਇਆ ਗਿਆ ਹੋਵੇ ਤਾਂ ਮੈਜਿਸਟ੍ਰੇਟ ਦੇ ਕੋਲੇ ਜਿਹੜੀ ਕਾਰਵਾਈ ਹੈ ਉਹ ਸਾਰੀ ਭੇਜੀ ਜਾਂਦੀ ਹੈ, ਤੇ ਨਾਲ ਹੀ ਇੱਕ ਐਫੀਡੇਵਿਟ ਵੀ ਭੇਜਿਆ ਜਾਂਦਾ ਹੈਗਾ ਦੈਟ ਸੱਚ ਸਮਨਸ ਹੈਜ਼ ਬੀਨ ਸਰਵਡ, ਲਿਖ ਕੇ ਭੇਜਿਆ ਜਾਏਗਾ ਵੀ ਜਿਹੜਾ ਸਮਨ ਹੈਗਾ ਇਹ ਸਰਵ ਹੋ ਚੁੱਕਿਆ ਹੈ, ਐਂਡ ਡੁਪਲੀਕੇਟ ਆਫ ਦਾ ਸਮਨਸ ਪ੍ਰਪੋਰਟਿੰਗ ਟੂ ਬੀ ਇੰਡੋਸਡ, ਜਿਹੜੀ ਉਹਦੀ ਡੁਪਲੀਕੇਟ ਕਾਪੀ ਹੈ ਉਹਦੇ ਉੱਪਰ ਇੰਡੋਸਮੈਂਟ ਲਗਾਈ ਜਾਏਗੀ, ਉਹ ਅਦਾਲਤ ਨੂੰ ਭੇਜੀ ਜਾਂਦੀ ਹੈ। ਜੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਜਿਹੜੀ ਅਦਾਲਤ ਹੈਗੀ ਹੈ ਉਸ ਆਫਿਸਰ ਨੂੰ ਬੁਲਾ ਕੇ ਮਤਲਬ ਕਿ ਪੁੱਛਗਿੱਛ ਲਈ ਬੁਲਾ ਵੀ ਸਕਦੀ ਹੈ। 69 'ਚ ਕੀ ਹੈ ਸਰਵਿਸ ਆਫ ਸਮਨ ਔਨ ਵਿਟਨੈਸ ਬਾਈ ਪੋਸਟ, ਕੋਈ ਵਿਟਨੈਸ ਹੈਗਾ ਕਿਸੇ ਕੇਸ ਦੇ ਵਿੱਚ ਜਿਹਦੀ ਉਹਦੀ ਸਰਵਿਸ ਹੈਗੀ ਹੈ, ਕੋਰਟ ਇਸ਼ੂ ਸਮਨਸ ਟੂ ਏ ਵਿਟਨੈਸ ਮੇ ਸਾਈਮਲਟੇਨੀਅਸਲੀ ਸਮਨਿੰਗ ਵੀ ਭੇਜ ਸਕਦੀ ਹੈ, ਸਾਈਮਲਟੇਨੀਅਸਲੀ ਡਾਇਰੈਕਟ ਕਾਪੀ ਆਫ ਦਾ ਸਮਨਸ ਟੂ ਬੀ ਸਰਵਡ ਬਾਈ ਰਜਿਸਟਰਡ ਪੋਸਟ, ਆਪਦੇ ਕਿਸੇ ਸੇਵਾਦਾਰ ਰਾਹੀਂ ਜਾਂ ਕਿਸੇ ਆਫਿਸਰ ਦੇ ਰਾਹੀਂ ਸਮਨ ਭੇਜਿਆ ਜਾ ਸਕਦਾ ਹੈ। ਉਹਦੇ ਨਾਲ ਨਾਲ ਕੀ ਹੈਗਾ ਸਾਈਮਲਟੇਨੀਅਸਲੀ ਜਿਹੜੀ ਬਾਈ ਪੋਸਟ ਵੀ ਕਾਪੀ ਭੇਜੀ ਜਾ ਸਕਦੀ ਹੈ, ਜੇ ਉਹਦਾ ਐਡਰੈਸ ਪਤਾ ਹੋਵੇ ਉਸ ਦੇ ਦਿੱਤੇ ਹੋਏ ਐਡਰੈਸ ਦੇ ਉੱਪਰ ਵਿਟਨੈਸ ਦੇ ਜਿਹੜੀ ਕਾਪੀ ਹੈ ਬਾਈ ਪੋਸਟ ਵੀ ਭੇਜੀ ਜਾ ਸਕਦੀ ਹੈ। ਪਲੇਸ ਵੇਅਰ ਹੀ ਆਰਡਰਲੀ ਰਿਜ਼ਾਈਡ, ਜਿੱਥੇ ਉਹ ਰਹਿੰਦਾ ਹੋਵੇ, ਕੈਰੀ ਔਨ ਬਿਜ਼ਨਸ, ਜਾਂ ਤਾਂ ਕੋਈ ਕੰਮਕਾਰ ਕਰਦਾ ਹੋਵੇ, ਔਰ ਪਰਸਨਲੀ ਵਰਕਸ ਫਾਰ ਗੇਨ, ਆਪਦੇ ਗੁਜ਼ਾਰੇ ਦੇ ਲਈ ਕੋਈ ਕੰਮ ਕਰਦਾ ਹੋਵੇ। ਫਿਰ ਕੀ ਹੈ ਵੈਨ ਐਨ ਐਕਨੋਲਜਮੈਂਟ ਪ੍ਰਪੋਰਟਿੰਗ ਟੂ ਬੀ ਸਾਈਨਡ ਬਾਈ ਦਾ ਵਿਟਨੈਸ, ਜਦੋਂ ਕੋਈ ਐਕਨੋਲਜਮੈਂਟ ਉਸ ਵਿਟਨੈਸ ਦੇ ਸਾਈਨ ਹੋ ਕੇ ਵਾਪਸ ਆ ਜਾਂਦੀ ਹੈ, ਠੀਕ ਹੈ, ਜਾਂ ਫਿਰ ਪੋਸਟਲ ਇੰਪਲਾਈ ਦੀ ਕੋਈ ਰਿਪੋਰਟ ਆ ਜਾਂਦੀ ਹੈ ਦੈਟ ਦਾ ਵਿਟਨੈਸ ਰਿਫਿਊਜ਼ ਟੂ ਟੇਕ ਦਾ ਡਿਲੀਵਰੀ, ਜੇ ਕੋਈ ਪੋਸਟਲ ਅਧਿਕਾਰੀ ਇਹ ਕਹਿ ਦਿੰਦਾ ਹੈ ਵੀ ਜਿਹੜਾ ਵਿਟਨੈਸ ਸੀਗਾ ਉਹਨੇ ਜਿਹੜੀ ਡਿਲੀਵਰੀ ਨਹੀਂ ਦੀ, ਸਮਨ ਲਿਆ ਨਹੀਂ ਹੈਗਾ, ਤਾਂ ਕੋਰਟ ਕੀ ਪ੍ਰਜ਼ਿਊਮ ਕਰੇਗੀ, ਤਾਂ ਕੋਰਟ ਪ੍ਰਜ਼ਿਊਮ ਕਰੇਗੀ ਵੀ ਜਿਹੜੀ ਸਮਨਿੰਗ ਹੈ ਪ੍ਰੋਪਰ ਹੋ ਚੁੱਕੀ ਹੈ, ਬੇਸ਼ੱਕ ਉਸਨੇ ਰਿਫਿਊਜ਼ ਕਰ ਦਿੱਤਾ ਪਰ ਸਮਨਿੰਗ ਹੋ ਚੁੱਕੀ ਹੈ। ਸਮਨਸ may declare that the summons has been duly served. Warrant of arrest ਦਾ ਫਾਰਮ ਕੀ ਹੋਏਗਾ? 70 section form of warrant of arrest and duration, form of warrant of arrest and duration, every warrant of arrest issued by the court under this code shall be in writing, ਜਿਵੇਂ ਸਮਨ ਰਾਈਟਿੰਗ 'ਚ ਹੁੰਦਾ ਹੈ ਵਾਰੰਟ ਵੀ ਰਾਈਟਿੰਗ 'ਚ ਹੁੰਦਾ ਹੈ, ਸਾਈਨ ਵੀ ਕੀਤੇ ਜਾਂਦੇ ਆ, ਪ੍ਰੈਜ਼ਾਈਡਿੰਗ ਆਫਿਸਰ ਜਿਹੜੀ ਕੋਰਟ ਹੈ ਉਹਦਾ ਨਾਮ ਹੀ ਲਿਖਿਆ ਜਾਂਦਾ ਹੈ ਤੇ ਮੋਹਰ ਵੀ ਲੱਗੀ ਜਾਂਦੀ ਹੈ, ਸੀਲ ਆਫ ਦਾ ਕੋਰਟ ਲੱਗੀ ਹੁੰਦੀ ਹੈ, ਠੀਕ ਹੈ। ਇਹ ਜਿਹੜੇ ਵਾਰੰਟ ਹੁੰਦੇ ਨੇ ਜਦੋਂ ਤੱਕ ਇਹ ਕੈਂਸਲ ਨਾ ਕੀਤੇ ਜਾਂਦੇ ਇਹ ਐਗਜ਼ੀਕਿਊਟਰ ਇਹ ਰਿਮੇਨ ਇਨ ਫੋਰਸ ਰਹਿੰਦੇ ਆ। ਨੈਕਸਟ ਹੈ ਸੈਕਸ਼ਨ 74 ਵਾਰੰਟ ਡਾਇਰੈਕਟਡ ਟੂ ਦਾ ਪੁਲਿਸ ਆਫਿਸਰ, ਜਿਹੜੇ ਵਾਰੰਟ ਹੈਗੇ ਆ ਪੁਲਿਸ ਆਫਿਸਰ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਹੈ। ਇਹ ਵਾਰੰਟ ਸਿੱਧੇ ਡਾਇਰੈਕਟਡ ਟੂ ਐਨੀ ਪੁਲਿਸ ਆਫਿਸਰ ਮੇ ਆਲਸੋ ਬੀ ਐਗਜ਼ੀਕਿਊਟਡ ਬਾਈ ਐਨੀ ਅਦਰ ਪੁਲਿਸ ਆਫਿਸਰ, ਜੇ ਕੋਈ ਪੁਲਿਸ ਆਫਿਸਰ ਕੋਲੇ ਕੋਈ ਵਾਰੰਟ ਗਿਆ
ਤਾਂ ਉਹ ਆਪਦੇ ਕਿਸੇ ਸਬਆਰਡੀਨੇਟ ਆਫੀਸਰ ਨੂੰ ਵੀ ਜਿਹੜਾ ਵਾਰੰਟ ਹੈ ਫਰਦਰ ਸਮਨਿੰਗ ਦੇ ਲਈ ਵਾਰੰਟ ਐਗਜ਼ੀਕਿਊਟ ਕਰਨ ਦੇ ਲਈ ਭੇਜਿਆ ਜਾ ਸਕਦਾ ਹੈ, ਉਹਦੇ ਥੱਲੇ ਇੰਡੋਰਸਮੈਂਟ ਲਗਾ ਕੇ। ਨੇਮ ਇਜ਼ ਇੰਡੋਰਸਡ ਅਪਨ ਦਾ ਵਾਰੰਟ ਬਾਈ ਦਾ ਆਫੀਸਰ ਟੂ whom ਇਟ ਇਜ਼ ਡਾਇਰੈਕਟਡ, ਜਿਵੇਂ ਆਪਾਂ ਫਾਰਵਰਡ ਕਰ ਦਿੰਦੇ ਥੱਲੇ, ਠੀਕ ਹੈ, ਫਾਰਵਰਡ ਕੀਤਾ ਜਾ ਸਕਦਾ ਆਪਦੇ ਸਬਆਰਡੀਨੇਟ ਅਧਿਕਾਰੀ ਨੂੰ। Notification 75, notification of the substance of the warrant. The police officer executing a warrant arrest shall notify, ਜਦੋਂ ਕਿਸੇ ਵਿਅਕਤੀ ਨੂੰ ਕੋਈ ਅਰੈਸਟ ਕਰਨ ਵਾਸਤੇ ਕੋਈ ਪੁਲਿਸ ਆਫੀਸਰ ਗਿਆ ਹੈ ਤਾਂ ਉਹਨੂੰ ਦੱਸੇਗਾ ਵੀ ਮੇਰੇ ਕੋਲ ਤੇਰੇ ਵਾਰੰਟ ਨੇ, ਤੈਨੂੰ ਅਰੈਸਟ ਕਰਨ ਦੇ ਲਈ ਵਾਰੰਟ ਨੇ, ਠੀਕ ਹੈ। The person to be arrested and if so required shall show him, ਜੇਕਰ ਉਹ ਬੰਦਾ ਕਹਿੰਦਾ ਮੈਨੂੰ ਦਿਖਾਤਾ ਸੀ ਤੇਰੇ ਕੋਲੇ ਕੀ ਹੈ, ਮੈਨੂੰ ਤੇਰੇ ਕੋਲੇ ਅਰੈਸਟ ਕਰਨ ਦੀ ਪਾਵਰ ਹੈਗੀ ਹੈ, ਠੀਕ ਹੈ, ਤਾਂ ਉਹਨੂੰ ਲੋੜ ਮੰਗਣ ਤੇ ਜਿਹੜਾ ਵਾਰੰਟ ਹੈਗਾ ਕੰਸਰਨ ਪਰਸਨ ਨੂੰ ਦਿਖਾਇਆ ਵੀ ਜਾ ਸਕਦਾ ਹੈ। 76 ਪਰਸਨ ਅਰੈਸਟਡ ਟੂ ਬੀ ਬ੍ਰੌਟ ਬਿਫੋਰ ਦਾ ਕੋਰਟ ਵਿਦਆਊਟ ਡਿਲੇ, ਬਿਨਾਂ ਕਿਸੇ ਦੇਰੀ ਤੋਂ ਜਿਹੜਾ ਪਰਸਨ ਹੈਗਾ ਉਸ ਨੂੰ ਅਰੈਸਟ ਕਰਕੇ ਜਿਹੜਾ ਹੈਗਾ ਕੰਸਰਨ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਹੈ। ਆਵਰਸ 24 ਘੰਟੇ ਅੰਦਰ ਅੰਦਰ, ਔਰ ਜਿਹੜਾ ਜਰਨੀ ਦਾ ਸਮਾਂ ਹੈਗਾ ਉਹ ਵਿੱਚੋਂ ਐਕਸਕਲੂਡ ਕਰਕੇ। ਵੇਅਰ ਵਾਰੰਟ ਮੇ ਬੀ ਐਗਜ਼ੀਕਿਊਟਡ, a warrant of arrest may be executed at any place in India। ਵਾਰੰਟ ਲੈ ਕੇ ਤੁਸੀਂ ਕਿਸੇ ਵੀ ਵਿਅਕਤੀ ਨੂੰ, ਜਿਹੜਾ ਪੁਲਿਸ ਹੈ, ਕੋਈ ਕੋਰਟ ਹੈ, ਕਿਸੇ ਵੀ ਅਧਿਕਾਰੀ ਨੂੰ, ਪੁਲਿਸ ਆਫੀਸਰ ਨੂੰ ਪੂਰੇ ਇੰਡੀਆ ਦੇ ਵਿੱਚ ਜਿਹੜਾ ਵਾਰੰਟ ਹੈਗਾ ਦੇ ਕੇ ਤੋਰ ਸਕਦੀ ਹੈ। ਵਾਰੰਟ ਫਾਰਵਰਡਡ ਫॉर ਦਾ ਐਗਜ਼ੀਕਿਊਸ਼ਨ ਆਊਟਸਾਈਡ ਦਾ ਜੁਰਿਸਡਿਕਸ਼ਨ, ਜਿੱਥੇ ਕਿਤੇ ਜਿਹੜਾ ਹੈਗਾ ਪੁਲਿਸ ਆਫੀਸਰ ਨੂੰ ਭੇਜਣ ਦੀ ਬਜਾਏ ਜਿਹੜਾ ਵਾਰੰਟ ਹੈਗਾ ਉਹ ਕੰਸਰਨਡ ਜਿਹੜੀ ਲੋਕਲ ਕੋਰਟ ਹੁੰਦੀ ਹੈ ਉੱਥੇ ਦੀ, ਉਸ ਏਰੀਏ ਦੀ ਜਿੱਥੇ ਉਹ ਵਿਅਕਤੀ ਰਹਿੰਦਾ ਹੈਗਾ, ਉੱਥੇ ਲੋਕਲ ਕੋਰਟ ਨੂੰ ਵੀ ਭੇਜਿਆ ਜਾ ਸਕਦਾ ਹੈ, ਕਿਸੇ ਐਗਜ਼ੈਕਟਿਵ ਮੈਜਿਸਟਰੇਟ ਨੂੰ ਭੇਜਿਆ ਜਾ ਸਕਦਾ ਹੈ, ਜਾਂ ਫਿਰ ਡੀਐਸਪੀ ਡਿਪਟੀ ਸੁਪਰਡੈਂਟ ਪੁਲਿਸ ਨੂੰ ਭੇਜਿਆ ਜਾ ਸਕਦਾ ਹੈ, ਜਾਂ ਕਮਿਸ਼ਨਰ ਪੁਲਿਸ ਨੂੰ ਵੀ ਭੇਜਿਆ ਜਾ ਸਕਦਾ ਹੈ, ਠੀਕ ਹੈ। ਜਦੋਂ ਕਿਸੇ ਇੱਦਾਂ ਕਿਸੇ ਪੁਲਿਸ ਅਧਿਕਾਰੀ ਕੋਲ ਕੋਈ ਵਾਰੰਟ ਆ ਜਾਂਦਾ ਹੈ ਤਾਂ ਫਿਰ ਉਹ ਆਪਣੀ ਜਿਹੜੀ ਉਹਨਾਂ ਦਾ ਜਿਹੜਾ ਅਮਲਾ ਹੁੰਦਾ ਉਹਦੇ ਰਾਹੀਂ ਉਹਦੀ ਸਮਨਿੰਗ ਕਰਵਾ ਦਿੰਦੇ ਹੈ। ਦੈਨ ਹੈਗਾ 79 ਵਾਰੰਟ ਡਾਇਰੈਕਟਡ ਟੂ ਪੁਲਿਸ ਆਫੀਸਰ ਫॉर ਦਾ ਐਗਜ਼ੀਕਿਊਸ਼ਨ ਆਊਟਸਾਈਡ ਜੁਰਿਸਡਿਕਸ਼ਨ। ਆਊਟਸਾਈਡ ਜੁਰਿਸਡਿਕਸ਼ਨ ਹੀ ਸ਼ੈਲ ਆਰਡੀਨਰੀ ਟੇਕ ਇਟ ਫॉर ਦਾ ਇੰਡੋਰਸਮੈਂਟ ਆਈਦਰ ਟੂ ਐਨ ਐਗਜ਼ੈਕਟਿਵ ਮੈਜਿਸਟਰੇਟ। ਜਦੋਂ ਕੋਈ ਪੁਲਿਸ ਆਫੀਸਰ ਹੈਗਾ ਕਿਸੇ ਆਪਦੇ ਅਧਿਕਾਰ ਖੇਤਰ ਤੋਂ ਬਾਹਰ ਕਿਸੇ ਹੋਰ ਥਾਣੇ ਦੀ ਹਦੂਦ ਦੇ ਵਿੱਚ ਜਾ ਕੇ ਕੋਈ ਵਾਰੰਟ ਹੈਗਾ ਉਹ ਲੈ ਕੇ ਜਾਂਦਾ ਹੈ, ਤਾਂ ਉਹਦੀ ਜ਼ਿੰਮੇਵਾਰੀ ਉੱਤੇ ਬਣ ਜਾਂਦੀ ਹੈ ਵੀ ਉਹ ਜਿਹੜਾ ਵਾਰੰਟ ਹੈਗਾ ਪਹਿਲਾਂ ਲੈ ਕੇ ਉਹ ਥਾਣੇ 'ਚ ਜਾਵੇ ਜਾਂ ਕਿਸੇ ਐਗਜ਼ੈਕਟਿਵ ਮੈਜਿਸਟਰੇਟ ਕੋਲ ਜਾਵੇ, ਉੱਥੋਂ ਇੰਡੋਰਸਮੈਂਟ ਕਰਵਾਵੇ ਵੀ ਹਾਂ ਉਹਨਾਂ ਨੂੰ ਉਸ ਗੱਲ ਦੀ ਨੌਲੇਜ ਹੋਵੇ, ਤੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੇ ਕਿਸੇ ਪੁਲਿਸ ਉਸ ਥਾਣੇ ਦੇ ਕਿਸੇ ਪੁਲਿਸ ਆਫੀਸਰ ਨੂੰ, ਕਿਸੇ ਹੌਲਦਾਰ ਨੂੰ ਜਾਂ ਸਿਪਾਹੀ ਨੂੰ ਵੀ ਜਿਹੜਾ ਹੈਗਾ ਨਾਲ ਲਿਆ ਜਾ ਸਕਦਾ ਹੈ ਉਸ ਵਾਰੰਟ ਦੇ ਐਗਜ਼ੀਕਿਊਸ਼ਨ ਕਰਨ ਦੀ ਖਾਤਰ। Then 80 section procedure of arrest of person against whom warrant issued। Procedure of arrest of person against whom warrant issued। ਜਦੋਂ ਕਿਤੇ ਵਿਅਕਤੀ ਨੂੰ ਵਾਰੰਟਾਂ ਦੇ ਅਧੀਨ ਅਰੈਸਟ ਕੀਤਾ ਜਾਂਦਾ ਹੈ, ਠੀਕ ਹੈ, ਤਾਂ ਜੇਕਰ ਜਿਹੜੀ ਕੋਰਟ ਹੈਗੀ ਹੈ ਜਿਸ ਕੋਰਟ ਨੇ ਉਹ ਜਾਰੀ ਕੀਤਾ ਗਿਆ ਸੀਗਾ, unless the court which issued the warrant is 30 ਕਿਲੋਮੀਟਰ within 30 ਕਿਲੋਮੀਟਰ, ਜਿਹਦਾ 30 ਕਿਲੋਮੀਟਰ ਦੇ ਅੰਦਰ ਅੰਦਰ ਉਹ ਕੋਰਟ ਹੈਗੀ ਹੈ ਜਿਸ ਕੋਰਟ ਨੇ ਜਿਹੜਾ ਵਾਰੰਟ ਜਾਰੀ ਕੀਤਾ ਹੈ, ਫਿਰ ਤਾਂ ਉਸ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪਰ ਜੇ ਕੋਰਟ ਦੂਰ ਹੈਗੀ ਹੈ, ਜਿਸ ਕੋਰਟ ਨੇ ਵਾਰੰਟ ਜਾਰੀ ਕੀਤਾ ਹੈ ਉਹਦਾ ਜਿਹੜਾ ਉਹ ਕਿਤੇ ਜਿਹੜੀ ਕੋਰਟ ਹੈ ਕਿਤੇ ਹੋਰ ਦੂਰ ਹੈਗੀ ਹੈ, ਤਾਂ ਜਿਹੜਾ ਵਾਰੰਟ ਹੈਗਾ ਉੱਥੇ ਪੇਸ਼ ਕਰਨਾ ਉਸ ਨੂੰ 24 ਘੰਟੇ ਦੇ ਅੰਦਰ ਅੰਦਰ ਸੰਭਵ ਨਹੀਂ ਜਾਪਦਾ ਹੈਗਾ। ਤਾਂ ਜਿਹੜਾ ਉਹ ਵਿਅਕਤੀ ਹੈਗਾ ਉਸ ਵਿਅਕਤੀ ਨੂੰ ਨੀਅਰ ਦੈਨ ਦਾ ਐਗਜ਼ੈਕਟਿਵ ਮੈਜਿਸਟਰੇਟ, ਤਾਂ ਕਿਸੇ ਐਗਜ਼ੈਕਟਿਵ ਮੈਜਿਸਟਰੇਟ ਦੀ ਕੋਰਟ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ, ਔਰ ਡੀਐਸਪੀ ਔਰ ਕਮਿਸ਼ਨਰ ਆਫ ਦਾ ਪੁਲਿਸ within the local limits of whose jurisdiction the arrest was made। ਜਿੱਥੇ ਉਹਦੀ ਅਰੈਸਟ ਕੀਤੀ ਹੈ ਬੰਦੇ ਦੀ, ਉਹਦੇ ਅਧਿਕਾਰ ਖੇਤਰ ਦੇ ਜਿਹੜਾ ਵੀ ਡੀਐਸਪੀ ਹੈਗਾ ਜਾਂ ਕੋਈ ਕਮਿਸ਼ਨਰ ਪੁਲਿਸ ਹੈਗਾ ਜਾਂ ਐਗਜ਼ੈਕਟਿਵ ਮੈਜਿਸਟਰੇਟ ਹੈਗਾ ਉਸ ਇਲਾਕੇ ਦਾ, ਠੀਕ ਹੈ, ਉੱਥੇ ਉਸ ਬੰਦੇ ਨੂੰ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਫਿਰ be taken before such magistrate, district superintendent or commissioner। ਫਿਰ ਕੀ ਹੋਏਗਾ 81 ਦੇ ਵਿੱਚ ਪ੍ਰੋਸੀਜਰ ਬਾਈ ਦਾ ਮੈਜਿਸਟਰੇਟ ਬਿਫੋਰ whom such person arrested is brought। ਜੇ ਕਿਤੇ ਮੈਜਿਸਟਰੇਟ ਦੀ ਕੋਰਟ ਦੇ ਵਿੱਚ ਇੱਦਾਂ ਕਿਸੇ ਵਿਅਕਤੀ ਨੂੰ ਲਿਆ ਕੇ ਪੇਸ਼ ਕੀਤਾ ਜਾਂਦਾ ਹੈ ਜਿਹਦੇ 'ਚ ਵਾਰੰਟ ਕਿਸੇ ਹੋਰ ਕੋਰਟ ਨੇ ਜਾਰੀ ਕੀਤੇ ਹੁੰਦੇ, ਜਿਹੜੀ ਦੂਰ ਬੈਠੀ ਹੈ ਕੋਰਟ ਉਹ, ਠੀਕ ਹੈ, ਤਾਂ ਮੈਜਿਸਟਰੇਟ ਜਾਂ ਡੀਐਸਪੀ ਜਾਂ ਕਮਿਸ਼ਨਰ if the person arrested appears to be person intended by the court which issued the warrant, direct his removal।
इन द कस्टडी टू सच कोर्ट, ਤਾਂ ਉੱਥੇ ਭੇਜਿਆ ਜਾ ਸਕਦਾ ਵੀ ਉਸ ਕੋਰਟ 'ਚ ਲੈ ਕੇ ਚਲੇ ਜਾਓ। ਠੀਕ ਹੈ। ਸ਼ੈਲ ਟੇਕ ਸਚ ਬੇਲ, ਜਾਂ ਫਿਰ ਜੇ ਕਿਤੇ ਕੋਰਟ ਦੇ ਵਿੱਚ ਜਾਣ ਦਾ ਸਮਾਂ ਨਹੀਂ ਹੈਗਾ ਤਾਂ ਉਹਦੀ ਜਿਹੜੀ ਬੇਲ ਹੈਗੀ ਹੈ, ਬੇਲ ਵੀ ਦਿੱਤੀ ਜਾ ਸਕਦੀ ਹੈ। ਸਿਕਿਉਰਿਟੀ ਲੈ ਕੇ ਉਸ ਨੂੰ ਜ਼ਮਾਨਤ ਦੇ ਕੇ ਛੱਡਿਆ ਵੀ ਜਾ ਸਕਦਾ ਹੈ। ਮੈਜਿਸਟ੍ਰੇਟ ਜਾਂ DSP ਜਾਂ ਕਮਿਸ਼ਨਰ ਸ਼ੈਲ ਟੇਕ ਸਚ ਬੇਲ ਔਨ ਦ ਸਿਕਿਉਰਿਟੀ ਐਜ਼ ਦ ਕੇਸ ਮੇ ਬੀ ਐਂਡ ਫਾਰਵਰਡ ਦ ਬੌਂਡ ਟੂ ਦ ਕੋਰਟ ਵਿਚ ਇਸ਼ੂਡ ਦ ਵਾਰੰਟ। ਤਾਂ ਜਿਹੜੇ ਉਹ ਬੌਂਡ ਹੋਣਗੇ, ਜਿਹੜੀ ਸਿਕਿਉਰਿਟੀ ਹੈਗੀ ਆ ਉਸ ਕੋਰਟ ਨੂੰ ਸੈਂਡ ਕਰ ਦਿੱਤੀ ਜਾਵੇਗੀ ਜਿਸ ਕੋਰਟ ਵੱਲੋਂ ਜਿਹੜੇ ਵਾਰੰਟ ਜਾਰੀ ਕੀਤੇ ਗਏ ਸੀ। ਪ੍ਰੋਕਲੇਮੇਸ਼ਨ ਐਂਡ ਅਟੈਚਮੈਂਟ, ਜਦੋਂ ਕੋਈ ਵਿਅਕਤੀ ਜਿਹੜਾ ਭੱਜ ਜਾਂਦਾ ਹੈ, ਠੀਕ ਹੈ, ਹੱਥ ਨਹੀਂ ਆਉਂਦਾ ਪੁਲਿਸ ਦੇ, ਤਾਂ ਮਨਾਦੀ ਕਰਾਈ ਜਾ ਸਕਦੀ ਹੈ। ਜਿਵੇਂ ਆਪ ਤੁਸੀਂ ਦੇਖਦੇ ਹੋ ਜਦੋਂ ਕਿਸੇ ਨੂੰ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰ ਦਿੱਤਾ ਜਾਂਦਾ ਹੈ, ਤਾਂ ਇਸ ਕੇਸ ਦੇ ਵਿੱਚ ਕੀ ਕਿਹਾ ਹੈ, ਜੇ ਕੋਈ ਵਿਅਕਤੀ ਭੱਜ ਜਾਂਦਾ ਹੈ, ਹੱਥ ਨਹੀਂ ਆਉਂਦਾ, ਪੁਲਿਸ ਨੂੰ ਪਤਾ ਨਹੀਂ ਚੱਲਦਾ ਕਿੱਥੇ ਕਿਤੇ ਨਹੀਂ, ਤਾਂ ਸੈਕਸ਼ਨ 82 ਕੀ ਕਹਿੰਦਾ ਹੈ, ਪ੍ਰੋਕਲੇਮੇਸ਼ਨ ਫਾਰ ਦਾ ਪਰਸਨ ਐਬਸਕੌਂਡਿੰਗ, ਉਹਦੇ ਸੰਬੰਧ ਵਿੱਚ ਜਿਹੜੀ ਮਨਾਦੀ ਕਰਾਈ ਜਾ ਸਕਦੀ ਹੈ। ਇਫ ਐਨੀ ਕੋਰਟ ਹੈਜ਼ ਰੀਜ਼ਨ ਟੂ ਬਿਲੀਵ that any person against whom a warrant has been issued by it has absconded, ਦੌੜ ਗਿਆ or is concealing himself, ਜਦ ਕੋ ਲਿਆ ਆਪਣੇ ਆਪ ਨੂੰ ਛੁਪ ਗਿਆ ਹੈਗਾ, warrant cannot be executed, ਜਿਹੜੇ ਵਾਰੰਟ ਹੈਗੇ ਆ ਇਹ ਐਗਜ਼ੀਕਿਊਟ ਨਹੀਂ ਹੋ ਸਕਦੇ। such court may publish a written proclamation, ਤਾਂ ਉਹ ਕੋਰਟ ਕੀ ਹੈਗੀ ਆ, ਉਹ ਇੱਕ written proclamation ਇਸ਼ਤਿਹਾਰ ਜਾਰੀ ਕਰ ਸਕਦੀ ਹੈ। ਕੀ ਜਾਰੀ ਕਰ ਸਕਦੀ ਹੈ, ਉਸ ਨੂੰ ਕਹਿ ਸਕਦੀ ਵੀ ਤੁਸੀਂ ਪੇਸ਼ ਹੋਵੋ, requiring him to appear at a specific place, ਡੇਟ ਸਮਾਂ ਨਿਯਤ ਕਰਕੇ ਉਸ ਨੂੰ 30 ਦਿਨ ਦਾ ਸਮਾਂ ਦੇ ਕੇ 30 ਡੇਜ਼ ਦੇ ਅੰਦਰ ਅੰਦਰ ਤੁਸੀਂ ਇਸ ਕੋਰਟ ਦੇ ਵਿੱਚ ਜਿਹੜਾ ਪੇਸ਼ ਹੋ ਸਕਦੇ ਹੋ। ਤਾਂ ਪ੍ਰੋਕਲੇਮੇਸ਼ਨ ਸ਼ੈਲ ਬੀ ਪਬਲਿਸ਼ਡ ਐਜ਼ ਫੋਲੋਜ਼, ਪਬਲਿਕਲੀ ਜਾਂ ਕੌਨਸਪੀਕਸ ਪਲੇਸ ਦੇ ਉੱਪਰ ਜਾਂ ਕੋਈ ਅਫੈਕਸਿੰਗ ਕੀਤੀ ਜਾਂਦਾ ਨੋਟਿਸ ਕਿਸੇ ਜਗ੍ਹਾ ਦੇ ਉੱਪਰ, ਨੋਟਿਸ ਵੀ ਜਿਹੜਾ ਹੈਗਾ ਨੋਟਿਸ ਹੈਗਾ ਜਿਹੜਾ ਉਹ ਵੀ ਫਿਕਸ ਕੀਤਾ ਜਾ ਸਕਦਾ ਹੈ, ਕੋਰਟ ਰੂਮ ਦੇ ਬਾਹਰ ਵੀ ਲਗਾਇਆ ਜਾ ਸਕਦਾ ਹੈ ਜਾਂ ਅਖਬਾਰ ਦੇ ਵਿੱਚ ਵੀ ਖਬਰ ਦਿੱਤੀ ਜਾ ਸਕਦੀ ਹੈ। ਠੀਕ ਹੈ ਜੀ। ਨੈਕਸਟ ਹੈਗਾ ਅਟੈਚਮੈਂਟ, ਇਹਦਾ ਉੱਪਰ ਹੈਗੀ ਜੀ ਪ੍ਰੋਕਲੇਮੇਸ਼ਨ। ਦੈਨ ਹੈ ਅਟੈਚਮੈਂਟ ਆਫ ਦਾ ਪ੍ਰੋਪਰਟੀ ਆਫ ਦਾ ਪਰਸਨ ਐਬਸਕੌਂਡਡ, ਉਹ ਜਿਹੜਾ ਵਿਅਕਤੀ ਦੌੜ ਗਿਆ ਜਿਹੜੀ ਉਹਦੀ ਪ੍ਰਾਪਰਟੀ ਹੈ ਉਹਨੂੰ ਵੀ ਅਟੈਚ ਕੀਤਾ ਜਾ ਸਕਦਾ ਹੈ। ਦਾ ਕੋਰਟ ਇਸ਼ੂ ਪ੍ਰੋਕਲੇਮੇਸ਼ਨ, ਉਹਦੀ ਜਿਵੇਂ ਆਪਾਂ CPC ਕਰਦੇ ਹਾਂ, ਰੈਵਨਿਊ ਕੋਰਟ 'ਚ ਵੀ ਕਰਦੇ ਹੈਗੇ ਆ, ਉਹਦੀ ਜਿਹੜੀ ਪ੍ਰਾਪਰਟੀ ਹੈ, ਉਹਦੀ ਜਿਹੜੀ ਜਾਇਦਾਦ ਹੈਗੀ ਹੈ, ਉਹ ਮੂਵੇਬਲ ਪ੍ਰਾਪਰਟੀ ਜੇ ਮੂਵੇਬਲ ਹੋਵੇ ਚਾਹੇ ਮੂਵੇਬਲ ਹੋਵੇ, ਉਹਨੂੰ ਵੀ ਜਿਹੜਾ ਹੈਗਾ ਅਟੈਚ ਕੀਤਾ ਜਾ ਸਕਦਾ ਹੈ। ਅਟੈਚ ਕਰਕੇ ਫਰਦਰ ਸੇਲ ਡਿਸਪੋਜ਼ ਵੀ ਕੀਤਾ ਜਾ ਸਕਦਾ ਹੈ ਪੂਰੀ ਪ੍ਰਾਪਰਟੀ ਨੂੰ ਜਾਂ ਕਿਸੇ ਪਾਰਟ ਨੂੰ, ਉਸੇ ਨੂੰ। ਇਟ ਮੇ ਆਰਡਰ ਦਾ ਅਟੈਚਮੈਂਟ ਸਾਈਮਲਟੇਨੀਅਸਲੀ ਇਸ਼ੂ ਆਫ ਦਾ ਪ੍ਰੋਕਲੇਮੇਸ਼ਨ, ਮਨਾਦੀ ਵੀ ਕੀਤੀ ਜਾ ਸਕਦੀ ਹੈ ਤੇ ਨਾਲ ਨਾਲ ਉਹਦੀ ਜਿਹੜੀ ਹੈਗੀ ਅਟੈਚਮੈਂਟ ਵੀ ਕੀਤੀ ਜਾ ਸਕਦੀ ਹੈ। ਤੇ ਕਬਜ਼ਾ ਲੈ ਕੇ ਉਸ ਪ੍ਰਾਪਰਟੀ ਦਾ ਰਿਸੀਵਰ ਨਿਯੁਕਤ ਕੀਤਾ ਜਾ ਸਕਦਾ ਹੈ। ਠੀਕ ਹੈ। ਇਹ ਸਾਰੇ ਕੰਮ ਜਿਵੇਂ ਆਪਾਂ ਉਹ 'ਚ ਦੇਖਦੇ ਹਾਂ, ਆਪਾਂ ਕਰਦੇ ਹਾਂ, ਇਨਫੈਕਟ ਕਰਦੇ ਹਾਂ, ਕੋਰਟਾਂ ਵੱਲੋਂ ਸੰਮਨ ਆਪਣੇ ਕੋਲ ਆਉਂਦੇ, ਆਪਾਂ ਅਟੈਚਮੈਂਟ ਵੀ ਕਰਦੇ ਹਾਂ, ਠੀਕ ਹੈ, ਸੇਲ ਵੀ ਕਰਦੇ ਹਾਂ। ਦੈਨ 84 ਕੀ ਕਲੇਮਸ ਐਂਡ ਆਬਜੈਕਸ਼ਨਸ ਟੂ ਦਾ ਅਟੈਚਮੈਂਟ, ਜੇ ਕਿਸੇ ਵਿਅਕਤੀ ਨੂੰ, ਕਿਸੇ ਕ੍ਰੈਡੀਟਰ ਨੂੰ ਜਿਹਨੇ ਉਸ ਵਿਅਕਤੀ ਤੋਂ ਪੈਸੇ ਲੈਣੇ ਹੋਣ, ਠੀਕ ਹੈ, ਕੋਈ ਕਲੇਮ ਆ ਕੇ ਕਰੇ ਵੀ ਮੈਂ ਵੀ ਇਹ ਤੋਂ ਪੈਸੇ ਲੈਣੇ ਆ, ਜਾਂ ਜਿਹੜੀ ਅਟੈਚਮੈਂਟ ਤੁਸੀਂ ਕੀਤੀ ਗਲਤ ਕੀਤੀ ਹੈ, ਤਾਂ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈਗਾ 6 ਮੰਥ ਦੇ ਅੰਦਰ ਅੰਦਰ ਆਪਦਾ ਜਿਹੜਾ ਅਟੈਚਮੈਂਟ ਦੇ ਅਗੇਂਸਟ ਕੋਈ ਆਪਦਾ ਆਬਜੈਕਸ਼ਨਸ ਕਲੇਮ ਹੈ ਕੋਈ ਕਰ ਸਕਦਾ ਹੈ। ਤਾਂ ਜਿਹੜੀ ਉਹ ਕੋਰਟ ਹੈਗੀ ਆ ਉਹਦੇ ਕਲੇਮ ਨੂੰ ਅਲਾਉ ਵੀ ਕਰ ਸਕਦੀ ਹੈ, ਡਿਸਅਲਾਉ ਵੀ ਕਰ ਸਕਦੀ ਹੈ, ਸਾਰੇ ਨੂੰ ਵੀ ਤੇ ਕਿਸੇ ਹਿੱਸੇ ਪਾਰਟ ਨੂੰ ਵੀ। ਦੈਨ ਹੈ ਸੈਕਸ਼ਨ 85 ਰਿਲੀਜ਼ ਸੇਲ ਐਂਡ ਰੀਸਟੋਰੇਸ਼ਨ ਆਫ ਦਾ ਅਟੈਚਮੈਂਟ ਦਾ ਪ੍ਰਾਪਰਟੀ, ਜੇ ਕਿਸੇ ਪ੍ਰੋਕਲੇਮਡ ਅਫੈਂਡਰ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਅਟੈਚ ਕੀਤਾ ਗਿਆ ਹੋਵੇ ਤਾਂ ਉਹਨੂੰ ਰਿਲੀਜ਼ ਕੀਤਾ ਜਾ ਸਕਦਾ ਹੈ, ਰੀਸਟੋਰ ਵੀ ਕੀਤਾ ਜਾ ਸਕਦਾ ਹੈ, ਵਾਪਸ ਵੀ ਦਿੱਤੀ ਜਾ ਸਕਦੀ ਹੈ। ਇਫ ਦਾ ਜਿਹੜਾ ਪ੍ਰੋਕਲੇਮਡ ਅਫੈਂਡਰ ਹੈਗਾ, ਪਰਸਨ ਹੈਗਾ, ਠੀਕ ਹੈ, ਵਿਦਿਨ ਦਾ ਟਾਈਮ ਸਪੈਸੀਫਾਈਡ ਪ੍ਰੋਕਲੇਮੇਸ਼ਨ ਕੋਰਟ ਦੇ ਵਿੱਚ ਆ ਜਾਂਦਾ ਹੈ, ਕੋਰਟ ਦੇ ਵਿੱਚ ਪੇਸ਼ ਹੋ ਜਾਂਦਾ ਹੈ ਸਮੇਂ ਦੇ ਉੱਤੇ 30 ਦਿਨ ਦੇ ਅੰਦਰ ਅੰਦਰ, ਤਾਂ ਜਿਹੜੀ ਉਹਦੀ ਪ੍ਰਾਪਰਟੀ ਹੈ ਜਿਹੜੀ ਅਟੈਚ ਕੀਤੀ ਹੈ ਉਹਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਜੇ ਉਹ ਡਜ਼ ਨਾਟ ਅਪੀਅਰ ਵਿਦਿਨ ਦਾ ਟਾਈਮ, ਜੇ ਅਪੀਅਰ ਨਹੀਂ ਹੁੰਦਾ, ਬਟ ਇਟ ਸ਼ੈਲ ਨਾਟ ਬੀ ਸੋਲਡ ਅੰਟਿਲ ਦਾ ਐਕਸਪਾਇਰੇਸ਼ਨ 6 ਮੰਥ, ਤਾਂ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਹੜੀ ਅਟੈਚ ਕੀਤੀ ਹੈ ਉਹਨੂੰ 6 ਮਹੀਨੇ ਤੋਂ ਪਹਿਲਾਂ ਸੇਲ ਨਹੀਂ ਕੀਤਾ ਜਾ ਸਕਦਾ। 6 ਮਹੀਨੇ ਦਾ ਸਮਾਂ ਜੇ ਬੀਤ ਜਾਵੇ ਤਾਂ ਫਿਰ ਵੀ ਨਾ ਉਹ ਹਾਜ਼ਰ ਆਵੇ ਤਾਂ ਇਹ ਜਿਹੜੀ ਪ੍ਰਾਪਰਟੀ ਹੈ ਸੇਲ ਕੀਤੀ ਜਾ ਸਕਦੀ ਹੈ। ਇਫ ਵਿਦਿਨ 2 years ਫਰੋਮ ਦਾ ਡੇਟ ਆਫ ਦਾ ਅਟੈਚਮੈਂਟ, ਜੇ 2 ਸਾਲ ਦਾ ਸਮਾਂ ਬੀਤ ਗਿਆ, 2 ਸਾਲ ਦੇ ਅੰਦਰ ਅੰਦਰ ਐਨੀ ਪਰਸਨ ਔਰ ਹੈਜ਼ ਬੀਨ ਸਟੇਟ ਗਵਰਨਮੈਂਟ ਅਪੀਅਰਸ ਵਲੰਟਰਲੀ, ਹਾਜ਼ਰ ਆ ਜਾਵੇ ਕੋਰਟ ਦੇ ਵਿੱਚ, ਠੀਕ ਹੈ, brought before the court, he did not abscond or conceal himself, ਤਾਂ ਫਿਰ ਉਹ ਦੌੜੇ ਨਾ ਦੁਬਾਰਾ ਕੋਰਟ ਦੇ ਵਿੱਚ ਹਾਜ਼ਰ ਆ ਜਾਵੇ
if the same has been sold the net proceeds, ਜੇਕਰ ਉਹ ਪ੍ਰੋਪਰਟੀ ਸੇਲ ਹੋ ਚੁੱਕੀ ਹੈ, ਕਿਉਂਕਿ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਹਿਲਾਂ, ਠੀਕ ਹੈ। ਜੇਕਰ ਪ੍ਰੋਪਰਟੀ ਸੇਲ ਕੀਤੀ ਗਈ ਹੈ ਤਾਂ ਜਿਹੜੀ ਅਮਾਉਂਟ ਹੈਗੀ ਹੈ, ਜੋ ਹਾਜ਼ਰ ਆ ਗਿਆ ਤਾਂ ਜਿਹੜੀ ਉਹਦੀ ਅਮਾਉਂਟ ਹੈਗੀ ਹੈ ਖਰਚੇ ਕੱਟ ਕੇ ਬਾਕੀ ਜਿਹੜੀ ਅਮਾਉਂਟ ਹੈਗੀ ਆ ਉਸ ਨੂੰ ਦਿੱਤੀ ਜਾ ਸਕਦੀ ਹੈ। 86 ਹੈ ਅਪੀਲ ਫਰੋਮ ਦਾ ਆਰਡਰ ਰਿਜੈਕਟਿੰਗ ਐਪਲੀਕੇਸ਼ਨ ਫਾਰ ਦਾ ਰਿਸੋਰਸ਼ਨ ਆਫ ਦਾ ਅਟੈਚਮੈਂਟ। ਜੇ ਕਿਸੇ ਵਿਅਕਤੀ ਦੇ ਨਾਮ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਹੋ ਚੁੱਕੀ ਹੈ, ਠੀਕ ਹੈ, ਪਰ ਉਹ ਆ ਜਾਂਦਾ ਹੈ, ਉਹ ਅਪੀਲ ਕਰਦਾ ਹੈ ਆ ਕੇ ਵੀ ਮੇਰੀ ਪ੍ਰਾਪਰਟੀ ਇਹਦੀ ਛੱਡੀ ਜਾਵੇ। ਅਪੀਲ ਫਰੋਮ ਆਰਡਰ ਰਿਜੈਕਟਿੰਗ ਐਪਲੀਕੇਸ਼ਨ, ਜੋ ਐਪਲੀਕੇਸ਼ਨ ਆਉਂਦਾ ਉਹਦੀ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਕੋਰਟ ਵੱਲੋਂ। ਪ੍ਰੋਪਰਟੀ ਜਿਹੜੀ ਡਿਟੈਚ ਨਹੀਂ ਕੀਤੀ ਜਾਂਦੀ, ਅਟੈਚ ਰਹਿੰਦੀ ਹੈ, ਤਾਂ ਉਹ ਅਪੀਲ ਪਾ ਸਕਦਾ ਹੈ। ਜਿਹੜੀ ਅਪੀਲ ਟੂ ਦਾ ਕੋਰਟ ਵਿਚ ਅਪੀਲ ਆਰਡੀਨਰੀ ਲਾਈ ਫਰੋਮ ਦਾ ਸੈਂਟੈਂਸ, ਜਿਵੇਂ ਜੇ ਉਹਨੂੰ ਕਿਸੇ ਕੇਸ 'ਚ ਸੈਂਟੈਂਸ ਹੋ ਜਾਂਦੀ ਹੈ ਤਾਂ ਜਿਹੜੀ ਕੋਰਟ ਦੇ ਵਿੱਚ ਅਪੀਲ ਲਾਈ ਕਰਦੇ ਆ ਉਸ ਕੋਰਟ ਦੇ ਵਿੱਚ ਉਹ ਅਪੀਲ ਫਾਈਲ ਕਰ ਸਕਦਾ ਹੈ। 87 'ਚ ਹੈ ਇਸ਼ੂ ਆਫ ਵਾਰੰਟ ਇਨ ਲਿeu ਆਫ ਇਨ ਐਡੀਸ਼ਨ ਟੂ ਦਾ ਸਮਨ। ਜੇ ਕਿਸੇ ਕੇਸ ਦੇ ਵਿੱਚ ਕੋਈ ਸਮਨ ਜਾਰੀ ਕੀਤੇ ਜਾਣੇ ਬਣਦੇ ਆ ਪਰ ਕੋਰਟ ਨੂੰ ਲੱਗਦਾ ਹੈ ਵੀ ਇਹ ਜਿਹੜਾ ਵਿਅਕਤੀ ਹੈਗਾ ਸਮਨ ਦੇ ਨਾਲ ਕੋਰਟ ਦੇ ਵਿੱਚ ਨਹੀਂ ਆਏਗਾ, ਠੀਕ ਹੈ, ਦੌੜ ਜਾਏਗਾ, ਪਤਾ ਲੱਗ ਜਾਏਗਾ, ਇਸ ਨੂੰ ਭੱਜ ਜਾਏਗਾ, ਫੇਲ ਟੂ ਅਪੀਅਰ, ਤਾਂ ਜਿਹੜੀ ਕੋਰਟ ਹੈਗੀ ਹੈ ਇਨ ਲਿeu ਆਫ ਦਾ ਸਮਨਸ ਵਾਰੰਟ ਜਾਰੀ ਕਰ ਸਕਦੀ ਹੈ ਉਸ ਵਿਅਕਤੀ ਨੂੰ ਅਰੈਸਟ ਕਰਨ ਦੇ ਲਈ। ਦੈਨ ਆ ਗਿਆ ਸਮਨਸ ਟੂ ਪ੍ਰੋਡਿਊਸ। 91 ਸਮਨਸ ਟੂ ਪ੍ਰੋਡਿਊਸ ਡਾਕੂਮੈਂਟ ਔਰ ਅਦਰ ਥਿੰਗਸ। ਉੱਪਰ ਤਾਂ ਵਿਅਕਤੀ ਦੀ ਗੱਲ ਆ ਰਹੀ ਸੀ, ਹੁਣ ਆ ਗਈ ਡਾਕੂਮੈਂਟਾਂ ਦੀ ਗੱਲ। 91 ਦੇ ਵਿੱਚ ਕੀ ਹੈ ਵੀ ਕਿਸੇ ਡਾਕੂਮੈਂਟ ਨੂੰ ਕੋਈ ਪ੍ਰੋਡਿਊਸ ਕਰਨ ਦੇ ਲਈ ਕੋਰਟ ਨੂੰ ਚਾਹੀਦਾ ਹੈਗਾ ਕੋਈ ਡਾਕੂਮੈਂਟ ਦੇਖਣਾ, ਕੋਰਟ ਨੇ ਐਜ ਏ ਐਵੀਡੈਂਸ ਦੇਖਣਾ ਜਾਂ ਕਿਸੇ ਹੋਰ ਕਾਰਨ ਦੇਖਣਾ ਹੈਗਾ, ਤਾਂ ਜਿਹੜਾ ਸਮਨ ਹੈਗਾ ਜਿਸ ਵਿਅਕਤੀ ਕੋਲ ਉਹ ਡਾਕੂਮੈਂਟ ਹੈਗਾ, ਠੀਕ ਹੈ, ਜਿਹਦੀ ਕਸਟਡੀ 'ਚ ਜਿਹੜਾ ਡਾਕੂਮੈਂਟ ਹੈ ਉਹਨੂੰ ਸਮਨ ਭੇਜਿਆ ਜਾ ਸਕਦਾ ਹੈ। ਵੈਨਐਵਰ ਐਨੀ ਕੋਰਟ ਔਰ ਐਨੀ ਆਫੀਸਰ ਇਨ ਚਾਰਜ, ਜੇ ਕੋਈ ਪੁਲਿਸ ਆਫੀਸਰ ਹੈ ਚਾਹੇ ਉਹਨੂੰ ਜ਼ਰੂਰਤ ਹੈ ਇਨਕੁਆਇਰੀ ਦੇ ਦੌਰਾਨ, ਜੇ ਕੋਰਟ ਨੂੰ ਜ਼ਰੂਰਤ ਹੈ ਉਸ ਡਾਕੂਮੈਂਟ ਦੀ, ਦੈਟ ਦਾ ਪ੍ਰੋਡਕਸ਼ਨ ਆਫ ਐਨੀ ਡਾਕੂਮੈਂਟ ਔਰ ਅਦਰ ਥਿੰਗ ਇਜ਼ ਨੈਸੈਸਰੀ, ਠੀਕ ਹੈ। ਸਰ ਇੰਨਾ ਕੀ ਪੜਾਓ ਜੀ, ਇੰਨਾ ਕੀ ਚੇਤਾ ਰਹਿੰਦਾ, ਫਿਰ ਜ਼ਿਆਦਾ ਹੋ ਜਾਂਦਾ ਜੀ। ਅੱਛਾ ਚਲੋ 5 ਮਿੰਟ ਹੋਰ ਲਾ ਲਓ ਬਸ। ਸੱਚ ਕੋਰਟ ਮੇ ਇਸ਼ੂ ਏ ਸਮਨ, ਤਾਂ ਜਿਹੜੀ ਕੋਰਟ ਹੈਗੀ ਹੈ ਸੱਚ ਕੋਰਟ ਮੇ ਇਸ਼ੂ ਏ ਸਮਨ ਔਰ ਸੱਚ ਆਫੀਸਰ ਏ ਰਿਟਨ ਆਰਡਰ ਟੂ ਪਰਸਨ, ਉਸ ਵਿਅਕਤੀ ਨੂੰ ਜਿਹੜਾ ਹੈਗਾ ਸਮਨ ਭੇਜਿਆ ਜਾ ਸਕਦਾ ਰਿਟਨ ਦੇ ਵਿੱਚ, ਤਾਂ ਕਿ ਤੁਸੀਂ ਆਪਣਾ ਇੰਨੀ ਤਰੀਕ ਨੂੰ ਇੰਨੇ ਫਲਾਣੀ ਕੋਰਟ ਦੇ ਵਿੱਚ ਆ ਕੇ ਆਪਣਾ ਜਿਹੜਾ ਡਾਕੂਮੈਂਟ ਹੈ ਪੇਸ਼ ਕਰੋ। ਜੇਕਰ ਇੱਦਾਂ ਹੀ 92 ਦੇ ਵਿੱਚ ਹੈਗਾ ਪ੍ਰੋਸੀਜਰ ਐਜ਼ ਟੂ ਦਾ ਲੈਟਰਸ ਐਂਡ ਟੈਲੀਗ੍ਰਾਫ। ਜੇ ਕੋਈ ਪੋਸਟਲ ਡਿਪਾਰਟਮੈਂਟ ਦੀ ਗੱਲ ਹੈਗੀ ਹੈ, ਜੇ ਕੋਈ ਪੋਸਟਲ ਡਿਪਾਰਟਮੈਂਟ ਦੇ ਵਿੱਚ ਕੋਈ ਲੈਟਰ ਕੋਈ ਮਤਲਬ ਹੈਗਾ ਡਾਕੂਮੈਂਟ ਕੋਈ ਹੈਗਾ ਜਾਂ ਕੋਈ ਪਾਰਸਲ ਹੈਗਾ, ਠੀਕ ਹੈ, ਦਾ ਕਸਟਡੀ ਉਹਦਾ ਪੋਸਟਲ ਡਿਪਾਰਟਮੈਂਟ ਦੇ ਕਸਟਡੀ ਵਿੱਚ ਹੈਗਾ, ਤਾਂ ਪੋਸਟਲ ਅਧਿਕਾਰੀਆਂ ਨੂੰ ਵੀ ਜਿਹੜਾ ਹੈਗਾ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਜਾਂ CGM ਵੱਲੋਂ ਜਾਂ ਕੋਰਟ ਆਫ ਸੈਸ਼ਨ ਵੱਲੋਂ ਜਿਹੜਾ ਹੈਗਾ ਸਮਨ ਭੇਜ ਕੇ ਜਿਹੜਾ ਡਾਕੂਮੈਂਟ ਹੈ ਉਹ ਪ੍ਰੋਡਿਊਸ ਕਰਵਾਇਆ ਜਾ ਸਕਦਾ ਹੈ। ਇਸੇ ਕੇਸ ਦੇ ਵਿੱਚ ਕੋਈ ਡਾਕੂਮੈਂਟ ਪ੍ਰੋਡਿਊਸ ਕਰਨਾ ਹੈ, ਸਰਚ ਵਾਰੰਟ ਵੀ ਜਾਰੀ ਕੀਤੇ ਜਾ ਸਕਦੇ ਨੇ, ਸਰਚ ਵਾਰੰਟ ਵੀ ਜਾਰੀ ਕੀਤੇ ਜਾ ਸਕਦੇ ਨੇ। ਜੇ ਕਿਤੇ ਦੇਖੋ ਜਿਹਦਾ ਪਤਾ ਹੈਗਾ ਵੀ ਫਲਾਣੀ ਜਗ੍ਹਾ ਦੇ ਪਾਸ ਫਲਾਣੇ ਆਫੀਸਰ ਦੇ ਕੋਲੇ ਇਹ ਡਾਕੂਮੈਂਟ ਹੈਗਾ, ਫਿਰ ਤਾਂ ਉਸ ਆਫੀਸਰ ਨੂੰ ਅਸੀਂ ਸਮਨ ਭੇਜਾਂਗੇ। ਪਰ ਜੇ ਕਿਤੇ ਸਾਨੂੰ ਪਤਾ ਨਹੀਂ ਵਾਰੰਟ ਇਹ ਜਿਹੜਾ ਪਾਰਸਲ ਹੈ ਪਿਆ ਕਿੱਥੇ ਹੈ, ਕਿਹੜੇ ਆਫੀਸਰ ਦੇ ਅਧਿਕਾਰ ਖੇਤਰ ਦੇ ਵਿੱਚ ਹੈ, ਤਾਂ ਉਹਦੀ ਸਰਚ ਕਰਨ ਵਾਸਤੇ ਜਿਹੜਾ ਵਾਰੰਟ ਹੈ ਸਰਚ ਵਾਰੰਟ ਵੀ ਜਾਰੀ ਕੀਤਾ ਜਾ ਸਕਦਾ ਹੈ। will not or would not produce the document or thing as required by such summon or requisition। ਜਿੱਥੇ ਪਤਾ ਲੱਗਦਾ ਵੀ ਕੋਰਟ ਨੂੰ ਵੀ ਕਿਸੇ ਇਹ ਸੰਬੰਧ ਦੇ ਉੱਪਰ ਜਿਹੜਾ ਇਹ ਡਾਕੂਮੈਂਟ ਹੈ ਆ ਨਹੀਂ ਸਕਦਾ ਜਾਂ ਨਾ ਹੀ ਪਤਾ ਵੀ ਡਾਕੂਮੈਂਟ ਪਿਆ ਕਿੱਥੇ ਹੈ, ਤਾਂ ਸਰਚ ਵਾਰੰਟ ਜਾਰੀ ਕਰਕੇ ਉਹਦੀ ਜਿਹੜੀ ਡਾਕੂਮੈਂਟ ਹੈਗਾ ਉਹਦੀ ਸਰਚ ਕੀਤੀ ਜਾ ਸਕਦੀ ਹੈ। 94 ਕੇ ਸਰਚ ਆਫ ਪਲੇਸ ਸਸਪੈਕਟਡ ਟੂ ਬੀ ਕੰਟੇਨ ਸਟੋਲਨ ਪ੍ਰੋਪਰਟੀ ਫੋਰਸ ਡਾਕੂਮੈਂਟ। ਜਿੱਥੇ ਕਿਤੇ ਲੱਗਦਾ ਵੀ ਜਿਹੜੀ ਪ੍ਰੋਪਰਟੀ ਸਟੋਲ ਕਰਕੇ ਚੋਰੀ ਕਰਕੇ ਇੱਥੇ ਛਪਾਈ ਵੀ ਹੈਗੀ ਹੈ ਜਾਂ ਕੋਈ ਡਾਕੂਮੈਂਟ ਫਾਲਸ ਡਾਕੂਮੈਂਟ ਨੇ, ਕੋਈ ਜਾਲੀ ਸਟਾਮ ਨੇ ਜਾਂ ਕੋਈ ਜਾਲੀ ਕਰੰਸੀ ਹੈਗੀ ਹੈ, ਠੀਕ ਹੈ, ਉਹਨੂੰ ਸਰਚ ਕਰਨ ਦੀ ਜਿੱਥੇ ਗੱਲ ਹੈ ਡਿਸਟ੍ਰਿਕਟ ਮੈਜਿਸਟਰੇਟ ਹੈ ਜਾਂ SDM ਹੈ ਜਾਂ ਕੋਈ ਮੈਜਿਸਟਰੇਟ ਹੈ ਉਹਦਾ ਫਸਟ ਕਲਾਸ, ਉਹਨੂੰ ਕੋਈ ਇਨਫੋਰਮੇਸ਼ਨ ਪ੍ਰਾਪਤ ਹੋਈ ਹੈ, ਮਿਲੀ ਹੈਗੀ ਹੈ, ਉਹ ਜ਼ਰੂਰੀ ਸਮਝਦਾ ਹੈ, ਠੀਕ ਹੈ। ਪਲੇਸ ਇਜ਼ ਯੂਜ਼ਡ ਫਾਰ ਦਾ ਡਿਪੋਜ਼ਿਟ, ਲੱਗਦਾ ਵੀ ਕੋਈ ਜਿਹੜੀ ਜਗ੍ਹਾ ਹੈਗੀ ਹੈ ਉੱਥੇ ਜਿਹੜੀ ਸਟੋਲਨ ਪ੍ਰੋਪਰਟੀ डिपॉजिट की गई है, ठीक है। ही मे बाय वारंट ऑथराइज एनी पुलिस ऑफिसर अबव द रैंक ऑफ द कंस्टेबल, ਕੰਸਟੇਬਲ ਤੋਂ ਉੱਪਰਲੇ ਕਿਸੇ ਅਧਿਕਾਰੀ ਨੂੰ ਵਾਰੰਟ ਜਾਰੀ ਕਰਕੇ ਅਥੋਰਾਈਜ਼ ਕਰ ਸਕਦਾ ਹੈ ਵੀ ਤੁਸੀਂ ਉੱਥੇ ਜਾਓ, ਐਂਟਰ ਕਰੋ, ਠੀਕ ਹੈ, ਸਰਚ ਕਰੋ, ਟੇਕ ਦਾ ਪੋਜੈਸ਼ਨ ਆਫ ਦਾ ਪ੍ਰਾਪਰਟੀ। ਜੇ ਕੋਈ ਕਰੰਸੀ ਪਈ ਹੈ, ਜਾਲੀ ਕਰੰਸੀ ਪਈ ਹੈ, ਜਾਲੀ ਕੋਈ ਹੋਰ ਚੀਜ਼ ਪਈ ਹੈਗੀ ਹੈ, ਉਸ ਨੂੰ ਆਪਣੇ ਕਬਜ਼ੇ 'ਚ ਲੈ ਕੇ, ਕੋਈ ਕਾਉਂਟਰਫੀਟ ਕੋਇਨ ਹੈਗੇ ਨੇ, ਕਰੰਸੀ ਹੈ, ਕੋਈ ਫਾਲਸ ਡਾਕੂਮੈਂਟ ਨੇ, ਫਾਲਸ ਸੀਲਾਂ ਨੇ, ਮੋਹਰਾਂ ਨੇ
ਜਾਲੀ ਬਣਾਈਆਂ ਗਈਆਂ ਕਿਸੇ ਵੇਲੇ। ਆਬਸੀਨ ਆਬਜੈਕਟਸ ਨੇ, ਕੋਈ ਗੰਦਾ ਮਟੀਰੀਅਲ ਹੈ ਜਿਹੜਾ ਮਤਲਬ ਕਿ ਕੋਈ ਕੈਸਟਾਨਿੰਗ ਇੰਸਟਰੂਮੈਂਟਸ ਔਰ ਮਟੀਰੀਅਲ ਕੁਝ ਵੀ ਹੈ ਇੱਦਾਂ ਦਾ ਕੋਈ ਮਟੀਰੀਅਲ ਹੈਗਾ ਤਾਂ ਜਿਹੜਾ ਹੈਗਾ ਸਰਚ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ। ਪਾਵਰ ਟੂ ਡਿਕਲੇਅਰ ਸਰਟਨ ਪਬਲੀਕੇਸ਼ਨਸ ਫੋਲਸ ਫੋਰਫਿਟਡ ਐਂਡ ਟੂ ਇਸ਼ੂ ਸਰਚ ਵਾਰੰਟਸ ਫਾਰ ਦਾ ਸੇਮ। ਜਿੱਥੇ ਕਿਤੇ ਗਵਰਨਮੈਂਟ ਨੂੰ ਪਤਾ ਲੱਗ ਜਾਂਦਾ ਹੈ ਵੀ ਕੋਈ ਜਿਹੜਾ ਪਬਲੀਕੇਸ਼ਨ ਹੈ, ਕੋਈ ਅਖਬਾਰ ਜਾਰੀ ਹੋਇਆ ਹੈ ਜਾਂ ਕੋਈ ਬੁੱਕ ਜਾਰੀ ਹੋਈ ਹੈ ਜਿਹਦੇ ਵਿੱਚ ਕੀ ਹੈਗਾ ਸਰਕਾਰ ਦੇ ਖਿਲਾਫ, ਗਵਰਨਮੈਂਟ ਦੇ ਖਿਲਾਫ ਕੋਈ ਨਿਊਜ਼ਪੇਪਰ ਹੈਗਾ, ਸਰਕਾਰ ਉਸ ਨੂੰ ਕਿਸੇ ਵੀ ਸਟੇਜ ਦੇ ਉੱਪਰ ਫੋਰਫਿਟ ਕਰ ਸਕਦੀ ਹੈ, ਜ਼ਬਤ ਕਰ ਸਕਦੀ ਹੈ ਕਿਸੇ ਡਾਕੂਮੈਂਟ ਨੂੰ, ਕਿਸੇ ਨਿਊਜ਼ਪੇਪਰ ਨੂੰ, ਕਿਸੇ ਮੈਗਜ਼ੀਨ ਨੂੰ, ਕਿਸੇ ਕਿਤਾਬ ਨੂੰ। wherever printed appears to the state government to contain any matter the publication of which is punishable under section 124A ਜਾਂ 153A ਦੇ ਤਹਿਤ ਉਹ ਜਿਹੜਾ ਵਿਅਕਤੀ ਹੈਗਾ ਜਿਹਨੇ ਇਹ ਛਾਪਿਆ ਹੈਗਾ ਉਹਨੂੰ ਸਜ਼ਾ ਹੋ ਸਕਦੀ ਹੈ। ਤਾਂ ਜਿਹੜੀ ਸਰਕਾਰ ਹੈਗੀ ਹੈ ਫੋਰਫਿਟ ਕਰ ਸਕਦੀ ਹੈ, ਜ਼ਬਤ ਕਰ ਸਕਦੀ ਹੈ। ਐਨੀ ਪੁਲਿਸ ਆਫੀਸਰ ਮੇ ਸੀਜ਼, ਕੋਈ ਵੀ ਪੁਲਿਸ ਦਾ ਅਧਿਕਾਰੀ ਹੈ ਉਸਨੂੰ ਜ਼ਬਤ ਕਰ ਸਕਦਾ ਹੈ, ਸੀਜ਼ ਕਰ ਸਕਦਾ ਹੈ। ਸੇਮ wherever found in India, ਜਿੱਥੇ ਵੀ ਕਿਤੇ ਉਹਨੂੰ ਮਿਲੇ ਹੈਗੇ, ਠੀਕ ਹੈ। ਮੈਜਿਸਟ੍ਰੇਟ ਮੇ ਬਾਈ ਵਾਰੰਟ ਅਥੋਰਾਈਜ਼ ਐਨੀ ਪੁਲਿਸ ਆਫੀਸਰ ਨਾਟ ਬਿਲੋ ਦਾ ਰੈਂਕ ਆਫ ਦਾ ਸਬ ਇੰਸਪੈਕਟਰ। ਪਰ ਇਸ ਕੇਸ ਦੇ ਵਿੱਚ ਜਿਹੜਾ ਪੁਲਿਸ ਆਫੀਸਰ ਹੈ ਸਬ ਇੰਸਪੈਕਟਰ ਤੋਂ ਘੱਟ ਨਹੀਂ ਹੋ ਸਕਦਾ ਅਪੋਨ ਸਚ ਸਰਚ ਸੇਮ ਇਨ ਐਨੀ ਪ੍ਰੀਮਿਸਿਸ। ਇਹਦੇ ਵਿੱਚ ਕੀ ਕਿਹਾ ਗਿਆ ਇਨ ਦਿਸ ਸੈਕਸ਼ਨ ਐਂਡ ਇਨ ਸੈਕਸ਼ਨ 96 ਨਿਊਜ਼ਪੇਪਰ ਐਂਡ ਬੁੱਕ ਹੈਵ ਦਾ ਸੇਮ ਮੀਨਿੰਗ, ਇੱਕੋ ਚੀਜ਼ ਹੈਗੀ ਹੈ। document no order passed or action taken called in question in any court otherwise। section 96 की है application to the high court to set aside the declaration of the forfeiture। ਜੇ ਕਿਸੇ ਵਿਅਕਤੀ ਦੀ ਕੋਈ ਇਦਾਂ ਦੀ ਜਿਹੜੀ ਪ੍ਰਾਪਰਟੀ ਜ਼ਬਤ ਕਰ ਲਈ ਜਾਂਦੀ ਹੈ ਸਰਕਾਰ ਵੱਲੋਂ, ਜਿਵੇਂ ਆਪਾਂ 95 ਚ ਪੜ੍ਹ ਕੇ ਗਏ ਤਾਂ ਉਹ ਜਿਹੜਾ ਵਿਅਕਤੀ ਹੈਗਾ ਹਾਈ ਕੋਰਟ ਜਾ ਸਕਦਾ, ਸਿੱਧਾ ਡਾਇਰੈਕਟ ਹਾਈ ਕੋਰਟ ਦੇ ਵਿੱਚ ਜਾ ਸਕਦਾ ਹੈ ਉਹ ਜਿਹੜਾ ਵਿਅਕਤੀ ਕੰਸਰਨਡ ਹੈਗਾ। ਤੇ 2 ਮਿੰਟ ਦੇ ਅੰਦਰ ਅੰਦਰ ਜੇਕਰ ਹਾਈ ਕੋਰਟ ਜੋ ਵੀ ਫੈਸਲਾ ਕਰਦੀ ਹੈ ਉਹ ਮੰਨਣਯੋਗ ਹੋਵੇਗਾ। ਡੈਕਲੇਰੇਸ਼ਨ ਫਾਰ ਦਾ ਫਾਰਫੀਚਰ ਦੇ ਖਿਲਾਫ, ਜ਼ਬਤੀ ਦੇ ਖਿਲਾਫ ਹਾਈ ਕੋਰਟ ਜਾ ਸਕਦੀ ਹੈ 2 ਮਹੀਨੇ ਦੇ ਅੰਦਰ ਅੰਦਰ। 97 ਚ ਕੀ ਹੈ ਸਰਚ ਫਾਰ ਦਾ ਪਰਸਨਸ ਰੌਂਗਫੁਲੀ ਕਨਫਾਈਨਡ। ਜੇ ਕਿਸੇ ਵਿਅਕਤੀ ਨੂੰ ਦੇਖੋ ਇੱਕ ਤੁਸੀਂ ਪੜ੍ਹਦੇ ਹੋ ਹੈਬੀਅਸ ਕਾਰਪਸ ਜਾਰੀ ਕੌਣ ਕਰਦੀ ਹੈ? ਹਾਈ ਕੋਰਟ ਜਾਰੀ ਕਰਦੀ ਹੈ। ਕਿਸੇ ਵਿਅਕਤੀ ਨੂੰ ਕਿਸੇ ਨੇ ਪਕੜ ਕੇ ਲੁਕੋ ਕੇ ਰੱਖਿਆ ਹੋਇਆ ਹੈਗਾ, ਜਿਵੇਂ ਕਿ ਤੁਸੀਂ ਜਾਂਦੇ ਹੋ, ਤੁਸੀਂ ਭੱਠਿਆਂ ਤੇ ਜਾਂਦੇ ਹੋ, ਲੇਬਰ ਹੁੰਦੀ ਹੈ, ਬਾਉਂਡਰ ਲੇਬਰ ਹੁੰਦੀ ਹੈ, ਠੀਕ ਹੈ, ਉਹਨੂੰ ਰਿਲੀਜ਼ ਕਰਾਉਣ ਦੀ ਖਾਤਰ ਆਪਣੇ ਕੋਲੇ ਵਾਰੰਟ ਆਉਂਦੇ ਹੈ। ਉਹ ਵਾਰੰਟ ਕਿਹੜੇ ਹੁੰਦੇ ਆ? ਹੈਬੀਅਸ ਕਾਰਪਸ ਦੀ ਉਹ ਰਿਟ ਹੁੰਦੀ ਹੈ, ਠੀਕ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਸਰਚ ਆਫ ਦਾ ਪਰਸਨਸ ਰੌਂਗਫੁਲੀ ਕਨਫਾਈਨਡ, ਡਿਸਟ੍ਰਿਕਟ ਮੈਜਿਸਟਰੇਟ ਕੋਲ ਵੀ ਪਾਵਰ ਹੈਗੀ ਹੈ ਸਰਚ ਵਾਰੰਟ ਜਾਰੀ ਕਰਨ ਦੀ। ਜਿਵੇਂ ਹਾਈ ਕੋਰਟ ਕੋਲੇ ਹੈਬੀਅਸ ਕਾਰਪਸ ਦੀ ਡਿਗਰੀ ਦੇ ਵਿੱਚ ਵਾਰੰਟ ਜਾਰੀ ਕਰਨ ਦੀ ਪਾਵਰ ਹੈ, ਇਸੇ ਤਰੀਕੇ ਡਿਸਟ੍ਰਿਕਟ ਮੈਜਿਸਟਰੇਟ ਜਾਂ ਐਸਡੀਐਮ ਜਾਂ ਮੈਜਿਸਟਰੇਟ ਆਫ ਦਾ ਫਸਟ ਕਲਾਸ ਵਾਰੰਟ ਜਾਰੀ ਕਰ ਸਕਦਾ ਹੈ ਜੇ ਉਹਨੂੰ ਲੱਗੇ ਵੀ ਰੀਜ਼ਨ ਟੂ ਬਲੀਵ that any person is confined, ਕਿਸੇ ਬੰਦੇ ਨੂੰ ਫੜ ਕੇ ਬੰਦੀ ਬਣਾ ਕੇ ਰੱਖਿਆ ਗਿਆ ਅੰਡਰ ਦਿਸ ਸਰਕਮਸਟੈਂਸਸ, ਠੀਕ ਹੈ, ਅਮਾਉਂਟਸ ਟੂ ਐਨ ਅਫੈਂਸ, ਜਿਹੜਾ ਇਹ ਜੁਰਮ ਹੈ, he may issue a search warrant, ਤਾਂ ਉਹ ਸਰਚ ਵਾਰੰਟ ਜਾਰੀ ਕਰ ਸਕਦਾ ਹੈ। ਉਹਨੂੰ ਇਮੀਡੀਏਟਲੀ ਟੇਕਨ ਬਿਫੋਰ ਦਾ ਮੈਜਿਸਟਰੇਟ, ਵੀ ਉਸ ਬੰਦੇ ਨੂੰ ਪਕੜ ਕੇ ਲੈ ਕੇ ਆਓ ਚੜਾ ਕੇ ਤੇ ਮੇਰੇ ਪੇਸ਼ ਕਰੋ। ਨੈਕਸਟ ਹੈ ਸੈਕਸ਼ਨ 98 ਪਾਵਰ ਟੂ ਕੰਪੈਲ ਰਿਸਟੋਰੇਸ਼ਨ ਆਫ ਅਡਕਟਡ ਫੀਮੇਲ। ਜੇ ਕਿਸੇ ਲੇਡੀ ਨੂੰ ਅਡਾਪਟ ਕਰਕੇ ਪਕੜ ਕੇ ਮਤਲਬ ਕਿ ਬਗਲਾ ਕੇ ਲਿਆਂਦਾ ਗਿਆ ਹੈਗਾ, ਜੇ ਕੋਈ ਵਿਅਕਤੀ ਉਹਦਾ ਹਸਬੈਂਡ ਜਾਂ ਉਹਦਾ ਕੋਈ ਘਰ ਦਾ ਮੈਂਬਰ ਆ ਕੇ ਕੰਪਲੇਂਟ ਕਰਦਾ ਹੈ ਮੈਜਿਸਟਰੇਟ ਕੋਲੇ, ਠੀਕ ਹੈ, ਅਨਲੌਫੁਲ ਡਿਟੈਂਸ਼ਨ ਹੈ ਉਸ ਲੇਡੀ ਦੀ, ਫੀਮੇਲ ਦੀ, ਜਿਹੜਾ ਬੱਚਾ ਹੈਗਾ ਉਹਦੀ ਉਮਰ 18 ਸਾਲ ਤੋਂ ਘੱਟ ਹੈ, ਉਹ ਇਹਨੂੰ ਬਰਗਾ ਕੇ ਲੈ ਗਿਆ, ਠੀਕ ਹੈ, ਤਾਂ ਡਿਸਟ੍ਰਿਕਟ ਮੈਜਿਸਟਰੇਟ ਜਾਂ ਐਸਡੀਐਮ ਜਾਂ ਮੈਜਿਸਟਰੇਟ ਦਾ ਫਸਟ ਕਲਾਸ ਇਮੀਡੀਏਟਲੀ ਰੀਸਟੋਰ ਉਹਨੂੰ ਛਡਵਾ ਸਕਦਾ ਹੈ, ਲਿਬਰਟੀ ਛਡਵਾ ਸਕਦਾ ਹੈ, ਉਹਨੂੰ ਛਡਵਾ ਕੇ ਉਹਦੇ ਪੇਰੈਂਟਸ ਦੇ ਹਵਾਲੇ ਜਾਂ ਉਹਦੇ ਗਾਰਡੀਅਨ ਦੇ ਹਵਾਲੇ ਜਾਂ ਉਹਦੇ ਹਸਬੈਂਡ ਦੇ ਹਵਾਲੇ ਕਰ ਸਕਦਾ ਹੈ। ਨੈਕਸਟ ਹੈ 100 ਪਰਸਨਸ ਇਨ ਚਾਰਜ ਆਫ ਦਾ ਕਲੋਜ਼ਡ ਪਲੇਸ ਟੂ ਅਲਾਉ ਸਰਚ। ਜੇ ਕੋਈ ਜਗ੍ਹਾ ਹੈਗੀ ਹੈ, ਕੋਈ ਕਮਰਾ ਹੈਗਾ, ਕੋਈ ਰੂਮ ਹੈਗਾ, ਕੋਈ ਕੋਠੀ ਹੈਗੀ ਹੈ, ਕੋਈ ਕੁਛ ਵੀ, ਕੋਈ ਸ਼ਾਪ ਹੈਗੀ ਹੈ, ਉਹ ਬੰਦ ਪਈ ਹੈ, ਠੀਕ ਹੈ, ਪਰ ਉਹਦੀ ਸਰਚ ਕਰਨੀ ਹੈ, ਤਾਂ ਜਿਹੜਾ ਉਹ ਵਿਅਕਤੀ ਹੈ ਜਿਹਦੇ ਕਬਜ਼ੇ ਦੇ ਵਿੱਚ ਉਹਦੀ ਚਾਬੀਆਂ ਹੈਗੀਆਂ ਨੇ, ਤਾਂ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ। whenever any place liable to be searched or inspection ਕਰਨੀ ਹੈ, ਉਹਦੀ ਇੰਸਪੈਕਸ਼ਨ ਕਰਨੀ ਹੈ, ਸਰਚ ਕਰਨੀ ਹੈ। ਕਲੋਜ਼ ਹੈਗੀ ਹੈ any person residing in or being in charge of the place on demand of the police officer, ਜਦੋਂ ਪੁਲਿਸ ਆਫੀਸਰ ਡਿਮਾਂਡ ਕਰਦਾ ਹੈ, ਅਦਰ ਪਰਸਨ ਐਗਜ਼ੀਕਿਊਟਿੰਗ ਦਾ ਵਾਰੰਟ
ਜਾਂ ਕੋਈ ਵਾਰੰਟ ਆਫੀਸਰ ਹੈ ਉਹਦੀ ਡਿਮਾਂਡ ਕਰਦਾ ਵੀ ਮੈਨੂੰ ਇਹ ਖੋਲੋ, ਚੈੱਕ ਕਰਨੀ ਹੈ, ਅਲਾਓ ਹਿਮ, ਤਾਂ ਜਿਹੜਾ ਉਹ ਵਿਅਕਤੀ ਹੈਗਾ ਅਲਾਓ ਕਰੇਗਾ, ਉਹਦੀ ਜ਼ਿੰਮੇਵਾਰੀ ਬਣਦੀ ਹੈ ਅਲਾਓ ਕਰਨ ਦੀ, ਸਰਚ ਕਰਵਾਉਣ ਦੀ। ਠੀਕ ਹੈ ਜੀ। ਇੱਥੇ ਆਪਾਂ ਲੈਕਚਰ ਖਤਮ ਕਰਾਂਗੇ। ਕਿਸੇ ਦਾ ਕੋਈ ਕੁਐਸਚਨ ਹੈਗਾ? ਕੱਲ ਅਸੀਂ ਪੜ੍ਹਨਾ ਹੈਗਾ ਪੇਪਰ ਨੰਬਰ 2। ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ? ਕੱਲ ਅਸੀਂ ਸਟੱਡੀ ਕਰਾਂਗੇ ਪੇਪਰ ਨੰਬਰ 2। ਸਰ ਲਾਇਰ, ਵਕੀਲ, ਐਡਵੋਕੇਟ ਔਰ ਹਾਊਸ ਕਮਿਸ਼ਨਰ ਦੇ ਵਿੱਚ ਕੀ ਫਰਕ ਹੈ? ਜਿਹੜਾ ਲਾਇਰ ਹੁੰਦਾ ਹੈ, ਵਕੀਲ ਹੁੰਦਾ ਹੈ, ਤਾਂ ਸੇਮ ਚੀਜ਼ ਹੈਗੀ ਹੈ। ਓਥ ਕਮਿਸ਼ਨਰ ਨੂੰ ਇੱਕ ਸਪੈਸ਼ਲ ਪਾਵਰ ਦਿੱਤੀਆਂ ਜਾਂਦੀਆਂ ਨੇ ਟੈਸਟ ਕਰਨ ਦੀਆਂ ਵੱਖਰੀਆਂ। ਓਥ ਕਮਿਸ਼ਨਰ ਦੀਆਂ ਕਿਸੇ ਐਡਵੋਕੇਟ ਨੂੰ ਹੀ ਜਿਹੜੀਆਂ ਪਾਵਰਾਂ ਸਟੇਟ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਨੇ, ਉਹ ਵਕੀਲ ਵੀ ਹੁੰਦਾ ਤੇ ਨਾਲ ਉਹਦੇ ਕੋਲੇ ਪਾਵਰਸ ਆ ਜਾਂਦੀਆਂ ਨੇ ਓਥ ਕਮਿਸ਼ਨਰ ਦੀਆਂ। ਇੱਕ ਵਾਰ ਫਿਰ ਸਮਝਾਇਆ ਜੀ। ਜਿਹੜੇ ਵਕੀਲ ਹੁੰਦੇ ਆ ਨਾ ਜੀ, ਉਹਨੂੰ ਕੁਝ ਟਾਈਮ ਦੇ ਲਈ, ਜਦੋਂ ਵਕੀਲ ਨਵੇਂ ਨਿਯੁਕਤ ਹੁੰਦੇ ਨੇ ਨਾ, ਉਹਨੂੰ ਕੁਝ ਸਮੇਂ ਦੇ ਲਈ, ਤਾਂ ਕਿ ਉਹ ਐਸਟੈਬਲਿਸ਼ ਹੋ ਜਾਵੇ ਆਪਣੇ ਵੀ ਕਿੱਤੇ ਦੇ ਵਿੱਚ, ਮਤਲਬ ਕਿ ਕਾਮਯਾਬ ਹੋ ਜਾਏ। ਇਸ ਕਰਕੇ ਨਵੇਂ ਵਕੀਲਾਂ ਨੂੰ ਸਰਕਾਰ ਵੱਲੋਂ ਕੁਝ ਸਮੇਂ ਦੇ ਲਈ ਜਿਹੜੀਆਂ ਹੈਗੀਆਂ ਓਥ ਕਮਿਸ਼ਨਰ ਦੀਆਂ ਪਾਵਰਾਂ ਦੇ ਦਿੱਤੀਆਂ ਜਾਂਦੀਆਂ ਨੇ, ਤਾਂ ਕਿ ਉਹ ਜਿਹੜੇ ਹੈਗੇ ਨੇ ਐਫੀਡੈਵਿਟ ਅਟੈਸਟ ਕਰ ਪਾਉਣ ਜੀ। ਐਡਵੋਕੇਟ ਫੁੱਲ ਫਲੈਜ ਹੈ, ਇੰਡੀਪੈਂਡੈਂਟ ਹੋ ਗਏ ਐਡਵੋਕੇਟ ਜਿਹੜੇ ਹੈਗੇ ਆ। ਐਡਵੋਕੇਟ ਉਹ ਤੋਂ ਉੱਪਰ ਹੈ। ਉਹ ਨਹੀਂ ਐਡਵੋਕੇਟ ਹੀ ਹੁੰਦੇ ਆ, ਉਹ ਵੀ ਐਡਵੋਕੇਟ ਹੁੰਦੇ, ਪਰ ਉਹਦੇ ਕੋਲ ਐਡੀਸ਼ਨਲ ਪਾਵਰ ਹੁੰਦੀ ਹੈ, ਇਹ ਵੱਖਰੀ ਐਡੀਸ਼ਨਲ ਪਾਵਰ ਹੁੰਦੀ ਹੈ ਐਡਵੋਕੇਟ ਦੇ ਨਾਲ ਨਾਲ। ਇਹ ਜਿਹੜੀ ਓਥ ਕਮਿਸ਼ਨਰ ਦੀ ਪਾਵਰ ਹੈ, ਐਡੀਸ਼ਨਲ ਪਾਵਰ ਆ ਜਾਂਦੀ ਹੈ। ਠੀਕ ਹੈ। ਹਾਂਜੀ। ਨੋਟਰੀ ਕੀ ਹੁੰਦਾ ਜੀ? ਨੋਟਰੀ ਪਬਲਿਕ, ਉਹ ਨੋਟਰੀ ਪਬਲਿਕ ਵੱਖਰਾ ਹੁੰਦਾ ਹੈ, ਉਹਦੇ ਕੋਲ ਪਾਵਰਾਂ ਥੋੜ੍ਹੀਆਂ ਜ਼ਿਆਦਾ ਹੁੰਦੀਆਂ ਨੇ ਓਥ ਕਮਿਸ਼ਨਰ ਨਾਲੋਂ। ਨੋਟਰੀ ਪਬਲਿਕ ਉਹਦੇ ਕੋਲ ਹੀ ਹੁੰਦਾ, ਉਹ ਵੀ ਵਕੀਲ ਹੈਗਾ। ਠੀਕ ਹੈ, ਉਹਦੇ ਕੋਲੇ ਵਕਾਲਤ ਦੇ ਨਾਲ ਨਾਲ ਨੋਟਰੀ ਪਬਲਿਕ ਦੀਆਂ ਪਾਵਰਸ ਆ ਜਾਂਦੀਆਂ ਨੇ। ਨੋਟਰੀ ਪਬਲਿਕ ਕੋਲੇ ਕੁਝ ਡਾਕੂਮੈਂਟ ਹੁੰਦੇ ਜਿਹੜੇ ਨੋਟਰੀ ਪਬਲਿਕ, ਜਿਵੇਂ ਫੋਰਨ ਕੰਟਰੀ 'ਚ ਕੋਈ ਡਾਕੂਮੈਂਟ ਜਾਂਦੇ ਆ, ਉੱਥੇ ਨੋਟਰੀ ਪਬਲਿਕ ਦੀ ਡਿਮਾਂਡ ਕੀਤੀ ਜਾਂਦੀ ਹੈ, ਉੱਥੇ ਉਸ ਕਮਿਸ਼ਨ ਵੱਲੋਂ ਟੈਸਟ ਕੀਤੇ ਡਾਕੂਮੈਂਟ ਨਹੀਂ ਮੰਨੇ ਜਾਂਦੇ। ਜਿਵੇਂ ਮੈਜਿਸਟ੍ਰੇਟ ਦੇ ਡਾਕੂਮੈਂਟ ਵੀ ਟੈਸਟ ਕੀਤੇ ਹੈਗੇ, ਕਈ ਵਾਰੀ ਨਹੀਂ ਮੰਨਦੇ, ਨੋਟਰੀ ਦੇ ਮੰਨਦੇ ਹੈਗੇ ਆ। ਜਿਵੇਂ ਸਾਡੇ ਕੋਲੇ ਕੋਈ ਡਾਕੂਮੈਂਟ ਆਉਂਦੇ ਆ, ਉੱਥੇ ਸਾਡੇ ਕੋਲੇ ਉਰੇ ਫੋਰਨ ਕੰਟਰੀ 'ਚੋਂ ਜਿਹੜੇ ਡਾਕੂਮੈਂਟ ਆਉਂਦੇ ਆ ਟੈਸਟ ਹੋ ਕੇ ਉਹ ਨੋਟਰੀ ਵੱਲੋਂ ਕੀਤੇ ਜਾਂਦੇ ਆ। ਸਰ ਨੋਟਰੀ ਪਬਲਿਕ ਦੀ ਨਿਯੁਕਤੀ ਕਿੱਦਾਂ ਹੁੰਦੀ ਹੈ? ਯਾਰ ਨੋਟਰੀ ਪਬਲਿਕ ਦੀ ਨਿਯੁਕਤੀ ਤਾਂ ਹਾਈ ਕੋਰਟ ਵੱਲੋਂ ਹੁੰਦੀ ਹੋਏਗੀ, ਮੇਰਾ ਖਿਆਲ ਹੈ, ਮੈਨੂੰ ਪਤਾ ਨਹੀਂ ਇਹਦੇ ਬਾਰੇ, ਇਹ ਤੁਹਾਡੇ ਸਿਲੇਬਸ 'ਚ ਨਹੀਂ ਹੁੰਦਾ ਹੈਗਾ। ਆਉਂਦਾ ਕਿਤੇ? ਸਿਰਫ ਇੱਕ ਜਗ੍ਹਾ ਆਉਂਦਾ ਸਰ, ਜਿੱਥੇ ਅਦਾਲਤਾਂ ਦੇ ਵਿੱਚ ਸਹੁੰ ਪੱਤਰ ਜਾਰੀ ਕਰਨੇ ਹੁੰਦੇ ਆ। ਸਿਰਫ ਇੱਕ ਥਾਂ ਦਾ ਨੋਟਰੀ ਪਬਲਿਕ ਵੀ ਕਰ ਸਕਦਾ, ਉਹਨੂੰ ਮੈਜਿਸਟਰੇਟ ਵੀ ਕਰ ਸਕਦਾ। ਸਿਰਫ ਇੰਨਾ ਕੰਮ ਨੋਟਰੀ ਪਬਲਿਕ ਦਾ ਇੱਕ ਥਾਂ ਹੀ ਨਾ ਆਉਂਦਾ ਇਹਨਾਂ ਬੁੱਕਸ ਦੇ ਵਿੱਚ, ਹੋਰ ਕਿਤੇ ਨਹੀਂ। ਮੈਂ ਨਹੀਂ ਕਦੇ ਪੜ੍ਹਿਆ ਦੀ ਨਿਯੁਕਤੀ ਕਿੱਥੇ ਹੁੰਦੀ ਹੈ, ਅਪਾਇੰਟਮੈਂਟ ਕਿੱਥੇ, ਕਿਹੜੇ ਐਕਟ ਦੇ ਤਹਿਤ ਹੁੰਦੀ ਹੈ ਇਹਦੀ, ਮੈਂ ਨਹੀਂ ਕਦੇ ਦੇਖਿਆ ਹੈਗਾ ਕਿਹੜੇ ਸੈਕਸ਼ਨ ਦੇ, ਕਿਹੜੇ ਐਕਟ ਦੇ ਤਹਿਤ ਹੁੰਦੀ ਹੈ। ਪਰ ਨੋਟਰੀ ਪਬਲਿਕ ਜਿਹੜੀ ਇਹ ਆਪਾਂ ਪੜ੍ਹ ਰਹੇ ਹਾਂ, ਇਹਦੇ ਵਿੱਚ ਇਹਦੀ ਅਪਾਇੰਟਮੈਂਟ ਨਹੀਂ ਕਿਤੇ ਵੀ ਹੈਗੀ। ਇਹਦੇ ਵਿੱਚ ਤਾਂ ਇਹ ਪਬਲਿਕ ਪ੍ਰੋਸੀਕਿਊਟਰ ਜ਼ਰੂਰ ਆ ਜਾਂਦਾ ਹੈ। ਠੀਕ ਹੈ ਜੀ, ਥੈਂਕ ਯੂ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਓਕੇ, ਥੈਂਕ ਯੂ ਸਰ।